ਭਗਤੀਆਂ ਖਬਰਾਂ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਹਰਪ੍ਰੀਤ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੇਰਾ ਸਾਥ ਦੇ ਰਹੇ ਨੇ ਕੈਲਗਰੀ ਤੋਂ ਅਜੀਤ ਜੀ, ਮੋਹਾਲੀ ਤੋਂ ਸਬਦੀਸ਼ ਜੀ, ਚੰਡੀਗੜ੍ਹ ਤੋਂ ਸੀਪੀ ਸਿੰਘ ਜੀ ਅਤੇ ਜਲੰਧਰ ਤੋਂ ਦਿਲਰਾਜ ਸਿੰਘ ਜੀ। ਤੁਹਾਡੇ ਸਭ ਦਾ ਸ਼ੋਅ ਦੇ ਵਿੱਚ ਸਵਾਗਤ ਹੈ। ਸ਼ੁਕਰੀਆ ਜੀ, ਥੈਂਕ ਯੂ ਜੀ। ਡਿਬੇਟ ਨੰਬਰ 1 ਚ ਗੱਲਬਾਤ ਕਰਾਂਗੇ ਪੰਜਾਬ ਦੀ ਰਾਜਨੀਤੀ ਦੀ, ਜਿੱਥੇ ਇੱਕ ਪਾਸੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਕੈਂਪੇਨ ਚਲਾ ਕੇ ਪੰਜਾਬ ਦੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੀ ਆ, ਉੱਥੇ ਹੀ ਮੌਜੂਦਾ ਸਰਕਾਰ ਸ਼੍ਰੋਮਣੀ ਅਕਾਲੀ ਦਲ ਜੋ ਕਿ ਇਸ ਟਾਈਮ ਪਾਵਰ ਵਿੱਚ ਆ, ਆਪਣੀ ਪਾਵਰ ਦੇ ਹਥਿਆਰ ਸਰਕਾਰੀ ਹੱਕ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਟਾਈਮ ਮਿਲਿਆ ਹੋਇਆ ਵਾ, ਉਹ ਹਥਿਆਰ ਇਸਤੇਮਾਲ ਕਰਕੇ ਕਿਤੇ ਨਾ ਕਿਤੇ ਵੋਟਰਾਂ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਚਾਹੇ ਹੀ ਅਸੀਂ ਦਲਿਤ ਵੋਟਰਾਂ ਦੀ ਗੱਲ ਕਰੀਏ, ਚਾਹੇ ਅਸੀਂ ਅਨਇੰਪਲੋਇਡ ਯੂਥ ਦੀ ਗੱਲ ਕਰੀਏ, ਜਾਂ ਉਹਨਾਂ ਲੋਕਾਂ ਦੀ ਗੱਲ ਕਰੀਏ ਜੋ ਇੰਪਲੋਇਡ ਤੇ ਹੈਗੇ ਨੇ ਪਰ ਕਿਤੇ ਨਾ ਕਿਤੇ ਪੱਕੀ, ਜਿਸਨੂੰ ਅਸੀਂ ਪੰਜਾਬੀ ਚ ਕਹਿੰਦੇ ਪੱਕੀ ਜੌਬ ਨਹੀਂ ਆ, ਪੱਕੀ ਜੌਬ ਤੇ ਨਹੀਂ ਲੱਗੇ ਹੋਏ, ਕਿਤੇ ਨਾ ਕਿਤੇ ਉਹਨਾਂ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਜੇ 2007 ਤੇ 2012 ਦੀ ਜੋ ਅਕਾਲੀ ਦਲ ਦੀ ਟਰਮ ਸੀ ਉਹਦੀ ਗੱਲ ਕਰੀ ਤੇ 2012 ਦੀ ਇਲੈਕਸ਼ਨ ਤੋਂ ਪਹਿਲਾਂ ਵੀ ਅਕਾਲੀ ਦਲ ਨੇ ਲਗਭਗ 45,000 ਵਰਕਰਸ ਨੂੰ ਪੱਕਾ ਕੀਤਾ ਸੀ। ਉਦਾਂ ਦੀ ਹੀ ਕੁਝ ਚਾਲ ਚੱਲਦੇ ਹੋਏ ਅਕਾਲੀ ਦਲ ਨੇ ਅੱਜ ਇੱਕ ਕੈਬਨਿਟ ਮੀਟਿੰਗ ਮਿਲਾ ਕੇ 27 ਉਹ ਇੰਪਲੋਈ ਜੋ ਪੱਕੇ ਤਰੀਕੇ ਨਾਲ ਗਵਰਨਮੈਂਟ ਦੇ ਇੰਪਲੋਈ ਨਹੀਂ ਸੀ, ਉਹਨਾਂ ਨੂੰ ਪੱਕਾ ਕਰਨ ਦੀ ਇੱਕ ਮਹੱਤਵਪੂਰਨ ਬਿੱਲ ਪਾਸ ਕੀਤਾ ਵਾ, ਜਿਹਦੇ ਵਿੱਚ ਕਿ 27,000 ਇੰਪਲੋਈਜ਼ ਨੂੰ ਪੱਕਾ ਕੀਤਾ ਜਾਊਗਾ। ਨਾਲ ਹੀ 15,000 ਉਹ ਇੰਪਲੋਈ ਜੋ ਕਿ ਦੂਜੀ ਕੰਪਨੀਆਂ ਦੇ ਨਾਲ ਕੰਮ ਕਰ ਰਹੇ ਸੀ, ਜਿਹਨੂੰ ਅਸੀਂ ਕਹਿ ਦਿੰਦੇ ਆ ਦੂਜੀ ਕੰਪਨੀਆਂ ਦੇ ਨਾਲ ਕੰਮ ਕਰ ਰਹੇ ਸੀ, ਆਊਟਸੋਰਸ ਇੰਪਲੋਈਜ਼, ਉਹਨਾਂ ਨੂੰ ਕੰਟਰੈਕਟ ਬੇਸ ਤੇ ਗਵਰਨਮੈਂਟ ਨਾਲ ਸਿੱਧਾ ਹਾਇਰ ਕਰ ਲਿਆ ਜਾਊਗਾ। ਜੇ ਦੇਖੀਏ ਤੇ ਲਗਭਗ 15,000 ਨੰਬਰ ਉਹ ਆਉਂਦਾ ਵਾ, 27,000 ਪਲੱਸ 15,000, ਲਗਭਗ 40 ਤੋਂ 45,000 ਇੰਪਲੋਈਜ਼ ਨੂੰ ਗਵਰਨਮੈਂਟ ਇੰਪਲੋਈ ਦੇਣ ਦਾ ਇੱਕ ਵਾਅਦਾ ਅਕਾਲੀ ਸਰਕਾਰ ਵੱਲੋਂ ਇਲੈਕਸ਼ਨਾਂ ਤੋਂ ਬਿਲਕੁਲ ਪਹਿਲਾਂ ਕੀਤਾ ਜਾ ਰਿਹਾ ਵਾ। ਜੇ ਸੈਲਰੀ ਦੀ ਵੀ ਗੱਲ ਕਰੀਏ, ਜਿਹੜੇ ਇੰਪਲੋਈਜ਼ ਨੂੰ ਸੈਲਰੀ ਘੱਟ ਮਿਲ ਰਹੀ ਹੈ, ਉਹਨਾਂ ਨੂੰ ਬਕਾਇਦਾ ਜੋ ਸਰਕਾਰ ਦਾ ਵੇਤਨ ਭੱਤਾ ਵਾ ਉਹਦੇ ਮੁਤਾਬਿਕ ਸੈਲਰੀ ਮਿਲੂਗੀ। ਜਿਨ੍ਹਾਂ ਇੰਪਲੋਈਜ਼ ਨੂੰ ਆਲਰੇਡੀ ਸੈਲਰੀ ਜ਼ਿਆਦਾ ਮਿਲ ਰਹੀ ਹੈ, ਉਹਨਾਂ ਦੀ ਸੈਲਰੀ ਘਟਾਈ ਨਹੀਂ ਜਾਊਗੀ। ਸ਼ਰਤ ਇਹ ਆ ਕਿ 3 ਸਾਲ ਸਭ ਨੂੰ ਜੌਬ ਕਰਦੇ ਹੋ ਗਏ ਹੋਣ ਤੇ ਜਦੋਂ ਇਹ ਭਰਤੀ ਹੋਏ ਹੋਣ, ਉਸ ਟਾਈਮ ਦੇ ਹਿਸਾਬ ਨਾਲ ਜੋ ਜੌਬ ਦੀ ਕੁਆਲੀਫਿਕੇਸ਼ਨ ਚਾਹੀਦੀ ਆ ਉਹ ਕੁਆਲੀਫਾਈਡ ਹੋਣ। ਜੇ ਅਸੀਂ ਦੇਖੀਏ ਤੇ ਲਗਭਗ 2,000 ਕਰੋੜ ਦਾ ਇਹਦੇ ਨਾਲ ਪੰਜਾਬ ਸਰਕਾਰ ਨੂੰ ਖਰਚਾ ਪੈਣਾ ਵਾ। ਜੇ ਅਸੀਂ ਪੰਜਾਬ ਸਰਕਾਰ ਦੇ ਬਜਟ ਦੀ ਗੱਲ ਕਰੀਏ, ਇੰਕਲੂਡਿੰਗ ਜੋ ਪੰਜਾਬ ਸਰਕਾਰ ਨੇ ਅੱਜ ਬਿੱਲ ਪਾਸ ਕੀਤੇ ਨੇ, ਜੋ ਕੈਬਨਿਟ ਨੇ ਅੱਜ ਮਨਜ਼ੂਰੀਆਂ ਦਿੱਤੀਆਂ ਨੇ, ਤੇ ਲਗਭਗ 40% ਪੰਜਾਬ ਦੇ ਬਜਟ ਦਾ ਪੰਜਾਬ ਗਵਰਨਮੈਂਟ ਸਿਰਫ ਸੈਲਰੀਆਂ ਵਿੱਚ ਦਿੰਦੀ ਹੈ, ਜੋ ਕਿ ਇੱਕ ਬਹੁਤ ਵੱਡੀ ਪਰਸੈਂਟੇਜ ਆ। ਦੂਜੇ ਪਾਸੇ ਦਲਿਤ ਭਾਈਚਾਰੇ ਨੂੰ ਵੀ ਆਪਣੇ ਵੱਲ ਕਰਨ ਦੀ ਸਰਕਾਰ ਵੱਲੋਂ ਕਾਫੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਪਰ ਪਹਿਲਾਂ ਵਿਚਾਰ ਜਾਣਦੇ ਆ ਸਾਡੇ ਪੈਨਲਿਸਟ ਕੋਲੋਂ ਜੋ ਅੱਜ ਕੈਬਨਿਟ ਨੇ ਮਨਜ਼ੂਰੀ ਦਿੱਤੀ ਆ। ਸ਼ੁਰੂ ਕਰਦੇ ਆ ਸਬਦੀਸ਼ ਜੀ ਤੋਂ। ਸਬਦੀਸ਼ ਜੀ, ਏਦਾਂ ਦਾ ਹੀ ਕੁਝ ਅਕਾਲੀ ਸਰਕਾਰ ਨੇ 2012 ਵਿੱਚ ਕੀਤਾ ਸੀ, ਲਗਭਗ ਸੇਮ ਸਟ੍ਰੈਟਜੀ ਨਾਲ ਅਕਾਲੀ ਗਵਰਨਮੈਂਟ ਜਾਂ ਅਕਾਲੀ ਪਾਰਟੀ ਉਹੀ ਸਟ੍ਰੈਟਜੀ ਨਾਲ ਕੰਮ ਕਰ ਰਹੀ ਹੈ। ਸ਼ਾਇਦ ਅਕਾਲੀਆਂ ਨੂੰ ਲੱਗਦਾ ਕਿ ਜੇ 2012 ਵਿੱਚ ਅਸੀਂ ਇਹਨਾਂ ਪਾਲਿਸੀਜ਼ ਨਾਲ ਜਿੱਤੇ ਸੀ, ਸ਼ਾਇਦ ਅਸੀਂ ਫਿਰ ਤੋਂ ਉਹੀ ਪਾਲਿਸੀਆਂ ਦਾ ਇਸਤੇਮਾਲ ਕਰਦੇ ਹੋਏ ਅਸੀਂ ਫਿਰ ਤੋਂ ਇੱਕ ਵਾਰ 2017 ਵਿੱਚ ਵੀ ਜਿੱਤੀਏ। ਸਬਦੀਸ਼ ਜੀ, ਦੀ ਜ਼ਰੂਰਤ ਹੋਈ ਕਿ ਅਕਾਲੀ ਦਲ ਕਿਸ ਤਰੀਕੇ ਦੇ ਨਾਲ ਪਹਿਲੀਆਂ ਲੀਹਾਂ ਦੇ ਉੱਤੇ ਚੱਲਦੇ ਹੋਏ ਉਸੇ ਤਰੀਕੇ ਦੇ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰ ਰਿਹਾ, ਜਿਵੇਂ ਪਿਛਲੀ ਇਲੈਕਸ਼ਨ ਦੇ ਵੇਲੇ ਕੀਤਾ ਗਿਆ ਸੀ। ਇਸ ਵਾਰ ਦੀ ਹੀ ਜੇ ਗੱਲ ਕਰੀਏ ਤਾਂ ਜਿਨ੍ਹਾਂ ਕਰਨ ਦੀ ਗੱਲ ਕੀਤੀ ਗਈ ਹੈ, ਉਹਦੇ ਬਾਰੇ ਬਹੁਤ ਕਲੀਅਰ ਹੋ ਜਾਣਾ ਚਾਹੀਦਾ ਕਿ ਉਹਨਾਂ ਨੂੰ ਪੱਕੇ ਕਰਨ ਦਾ ਅਰਥ ਇਹ ਨਹੀਂ ਕਿ ਉਹਨਾਂ ਦੀ ਮੁਕੰਮਲ ਤੌਰ ਤੇ ਜੋ ਬੇਸਿਕ ਤਨਖਾਹ ਬਣਦੀ ਆ, ਜੋ ਨਿਯਮਾਂ ਮੁਤਾਬਕ ਉਹਨਾਂ ਦੀ ਪੂਰੀ ਤਨਖਾਹ ਬਣਦੀ, ਉਹ ਦਿੱਤੀ ਜਾਏਗੀ। ਇਹ ਵਾਅਦਾ ਪੰਜਾਬ ਸਰਕਾਰ ਨੇ ਬਿਲਕੁਲ ਵੀ ਨਹੀਂ ਕੀਤਾ। ਪੰਜਾਬ ਸਰਕਾਰ ਨੇ ਵਾਅਦਾ ਇਹ ਕੀਤਾ
ਜਦੋਂ ਉਹਨਾਂ ਨੂੰ ਪੱਕੇ ਕਰ ਦਿੱਤਾ ਜਾਏਗਾ, ਜਦੋਂ ਕਾਨੂੰਨੀ ਕਾਰਵਾਈਆਂ ਦਫ਼ਤਰੀ ਕਾਰਵਾਈ ਵੀ ਮੁਕੰਮਲ ਹੋ ਜਾਏਗੀ, ਤਾਂ ਉਹਦੇ ਤੋਂ 3 ਸਾਲ ਤੱਕ ਉਹ ਮੁੱਢਲਾ ਤਨਖਾਹ ਲੈਣਗੇ, ਜਿਹਨੂੰ ਬੇਸਿਕ ਅਸੀਂ ਕਹਿੰਦੇ ਆ। ਬੇਸਿਕ ਦਾ ਮਤਲਬ ਆ ਅੱਧੀ ਜਾਂ ਅੱਧੀ ਤੋਂ ਥੋੜੀ ਜਿਹੀ ਘੱਟ ਤਨਖਾਹ ਮਿਲੂਗੀ, ਜਿਹੜੀ ਅਸਲ ਦੇ ਵਿੱਚ ਮਿਲਣੀ ਚਾਹੀਦੀ ਆ ਉਸ ਤੋਂ ਅੱਧੀ ਜਾਂ ਅੱਧੀ ਤੋਂ ਵੀ ਥੋੜੀ ਜਿਹੀ ਘੱਟ ਤਨਖਾਹ ਮਿਲੇਗੀ। 3 ਸਾਲਾਂ ਬਾਅਦ ਜਦੋਂ ਉਹਨਾਂ ਨੂੰ ਪਰਮਾਨੈਂਟ ਕਰ ਲਿਆ ਜਾਏਗਾ ਸਹੀ ਅਰਥਾਂ ਦੇ ਵਿੱਚ, ਉਦੋਂ ਉਹਨਾਂ ਨੂੰ ਜਿਹੜੇ ਸੇਵਾਵਾਂ ਦੇ ਪੂਰੇ ਲਾਭ ਦਿੱਤੇ ਜਾਣਗੇ। ਤੇ ਜਿਸ 2500 ਕਰੋੜ ਰੁਪਏ ਦੇ ਬੋਝ ਦੀ ਗੱਲ ਕੀਤੀ ਜਾ ਰਹੀ ਹੈ, ਜਿਹੜਾ ਪੰਜਾਬ ਦੇ ਖਜ਼ਾਨੇ ਉੱਤੇ ਪੈਣਾ, ਅੱਜ ਦੀ ਤਰੀਕ ਦੇ ਵਿੱਚ ਪੰਜਾਬ ਸਰਕਾਰ ਦੀਵਾਨੀ ਖਰਚੇ ਬਿਨਾਂ ਲੋਕਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰ ਰਹੀ ਹੈ। 3 ਸਾਲਾਂ ਬਾਅਦ ਜੇ ਅਕਾਲੀ ਭਾਜਪਾ ਗੱਠਜੋੜ ਸਰਕਾਰ ਬਣੇਗੀ ਤਾਂ ਉਹ ਬੋਝ ਉਸ ਸਰਕਾਰ ਨੂੰ ਝੱਲਣਾ ਪਏਗਾ। ਜੇ ਉਹ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਬਣਦੀ ਹੈ ਤਾਂ ਉਹ ਬੋਝ ਉਹਨੂੰ ਝੱਲਣਾ ਪਏਗਾ। ਤੇ ਜੇ ਬਾਈ ਚਾਂਸ, ਜਿਹਦੇ ਚਾਂਸ ਕਾਫੀ ਹੁਣ ਘਟਦੇ ਹੋਏ ਨਜ਼ਰ ਆ ਰਹੇ ਨੇ, ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਉਹ ਬੋਝ ਉਸ ਸਰਕਾਰ ਨੂੰ ਉਠਾਉਣਾ ਪਏਗਾ। ਅੱਜ ਦੀ ਤਰੀਕ ਦੇ ਵਿੱਚ ਕੋਈ ਵੀ ਵਾਅਦਾ ਇਸ ਤਰੀਕੇ ਦੇ ਨਾਲ ਨਹੀਂ ਮੁਲਾਜ਼ਮਾਂ ਦੇ ਨਾਲ ਕੀਤਾ ਗਿਆ ਜਿਹਦਾ ਸਿੱਧਾ ਬੋਝ ਪੰਜਾਬ ਦੇ ਖਜ਼ਾਨੇ ਉੱਤੇ ਪੈਣ ਜਾ ਰਿਹਾ ਹੋਵੇ। ਇਹ ਇੱਕ ਗੱਲ ਜਿਹੜੀ ਹੋਰ ਸਾਡੇ ਸਮਝਣ ਲਾਇਕ ਹੈ ਉਹ ਇਹੀ ਹੈ ਕਿ ਪੰਜਾਬ ਸਰਕਾਰ ਨੇ ਇੱਕ ਤਰ੍ਹਾਂ ਦੇ ਨਾਲ ਹਰ ਉਸ ਮਸਲੇ ਨੂੰ ਇਸਤੇਮਾਲ ਕਰਨ ਦਾ ਯਤਨ ਕੀਤਾ, ਜਿਵੇਂ ਤੁਸੀਂ ਵੀ ਸ਼ੁਰੂ 'ਚ ਗੱਲ ਕੀਤੀ ਹੈ। ਜਦੋਂ ਇਹ ਫੈਸਲਾ ਕੀਤਾ ਗਿਆ, ਇਹਦੇ ਨਾਲ ਹੀ ਗੇਟਵੇ ਆਫ ਅੰਮ੍ਰਿਤਸਰ ਦਾ ਵੀ ਉਦਘਾਟਨ ਕੀਤਾ ਗਿਆ ਵਾ, ਜਿੱਥੇ ਸਿੱਖ ਭਾਵਨਾਵਾਂ ਨੂੰ ਸਾਂਝੀਵਾਲਤਾ ਦੇ ਨਾਂ ਦੇ ਉੱਤੇ ਪੂਰੇ ਪੰਜਾਬ ਨੂੰ ਪ੍ਰਭਾਵਿਤ ਕਰਕੇ ਵਰਤੇ ਜਾਣ ਦਾ ਯਤਨ ਕੀਤਾ ਗਿਆ। ਮੈਂ ਇਹ ਨਹੀਂ ਕਹਾਂਗਾ ਕਿ ਇੱਕ ਸੱਚੇ ਸਿੱਖ ਹੋਣ ਦੇ ਨਾਤੇ ਜਾਂ ਸੱਚੇ ਹਿੰਦੂ ਹੋਣ ਦੇ ਨਾਤੇ ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਦੁਰਗਿਆਣਾ ਮੰਦਿਰ ਜਾਂ ਹਰਿਮੰਦਰ ਸਾਹਿਬ ਬਾਰੇ ਸੋਚੇ, ਜਾਂ ਇਦਾਂ ਦਾ ਕੋਈ ਅਧਿਕਾਰ ਉਹਨਾਂ ਨੂੰ ਨਹੀਂ ਹੈ ਜਿਹੜੇ ਦਲਿਤ ਭਾਈਚਾਰੇ ਨਾਲ ਸੰਬੰਧਿਤ ਨੇ। ਉਹ ਰਵਿਦਾਸ ਬਾਰੇ ਜਾਂ ਕਿਸੇ ਵੀ ਹੋਰ ਭਗਤ ਬਾਰੇ, ਜਿਨ੍ਹਾਂ ਨੂੰ ਗੁਰਬਾਣੀ ਦੇ ਮੁਤਾਬਕ ਤਾਂ ਗੁਰੂ ਹੀ ਕਿਹਾ ਜਾਣਾ ਚਾਹੀਦਾ, ਹਾਲਾਂਕਿ ਪੰਜਾਬ ਦੀ ਮਾਨਸਿਕਤਾ ਦੇ ਵਿੱਚ ਅਸੀਂ ਉਹਨਾਂ ਲਈ ਗੁਰੂ ਸ਼ਬਦ ਇਸਤੇਮਾਲ ਕਰੀਏ ਤੇ ਬਹੁਤ ਲੋਕਾਂ ਨੂੰ ਇਤਰਾਜ਼ ਵੀ ਹੋ ਜਾਂਦਾ। ਗੁਰਬਾਣੀ ਮੁਤਾਬਕ ਉਹਨਾਂ ਨੂੰ ਵੀ ਗੁਰੂ ਕਹਿਣਾ ਚਾਹੀਦਾ, ਜਿਹੜੇ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਲ ਨੇ। ਇਹ ਜੇ ਉਹਨਾਂ ਲਈ ਕੋਈ ਸ਼ਰਧਾ ਰੱਖਦਾ ਵਾ, ਉਹਦੇ ਲਈ ਕੋਈ ਯਤਨ ਕਰਦਾ, ਤਾਂ ਉਹ ਆਪਣੇ ਆਪ ਦੇ ਵਿੱਚ ਕੋਈ ਗਲਤ ਨਹੀਂ। ਪਰ ਸਰਕਾਰੀ ਪੈਸੇ ਦੇ ਨਾਲ, ਸਰਕਾਰੀ ਤਰੀਕੇ ਦੇ ਨਾਲ, ਸਰਕਾਰੀ ਪੱਧਰ ਦੇ ਉੱਤੇ ਵੋਟਾਂ ਲੈਣ ਦੇ ਲਈ ਇਹਦੀ ਵਰਤੋਂ ਕੀਤੀ ਜਾਵੇ, ਇਹ ਆਪਣੇ ਆਪ ਦੇ ਵਿੱਚ ਗਲਤ ਹੈ ਔਰ ਭਾਰਤ ਦੇ ਲੋਕਤੰਤਰੀ ਸੰਵਿਧਾਨ ਦੇ ਵੀ ਖਿਲਾਫ ਆ। ਜਿਹੜਾ ਸੰਵਿਧਾਨ ਧਰਮ ਦੇ ਨਾਂ ਤੇ ਵੋਟਾਂ ਮੰਗਣ ਦੇ ਖਿਲਾਫ ਹੈ। ਹੁਣੇ ਸੁਪਰੀਮ ਕੋਰਟ ਨੇ ਇੱਕ ਵਾਰ ਫਿਰ ਕਿਹਾ ਕਿ ਉਹ ਹਿੰਦੂਤਵ ਦੀ ਵਿਆਖਿਆ ਤੇ ਨਹੀਂ ਕਰੇਗੀ, ਪਰ ਧਰਮ ਦੇ ਨਾਂ ਤੇ ਜੇ ਕੋਈ ਵੋਟਾਂ ਬਟੋਰਨ ਦੀ ਕੋਸ਼ਿਸ਼ ਕਰਦਾ ਉਹਦੇ ਤੇ ਨਿਗਾਹਬਾਨੀ ਜ਼ਰੂਰ ਕੀਤੀ ਜਾਏਗੀ। ਮੇਰੇ ਮੁਤਾਬਕ ਇਦਾਂ ਦੇ ਜਿਹੜੇ ਕੰਮ ਕੀਤੇ ਜਾ ਰਹੇ ਨੇ ਉਹ ਲਾਜ਼ਮੀ ਤੌਰ ਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਕੀਤੇ ਜਾ ਰਹੇ ਨੇ। ਪੰਜਾਬ ਸਰਕਾਰ ਵੱਲੋਂ ਹੈਰੀਟੇਜ ਦੇ ਨਾਂ ਦੇ ਉੱਤੇ ਬਹੁਤ ਸਾਰਾ ਇਹੋ ਜਿਹਾ ਜੁਗਾੜ ਇਹਨਾਂ 5 ਸਾਲਾਂ 'ਚ ਕੀਤਾ ਗਿਆ ਵਾ, ਜਿਨ੍ਹਾਂ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਇਸਤੇਮਾਲ ਕੀਤਾ ਜਾਵੇ। ਯਾਤਰਾਵਾਂ ਦਾ, ਧਾਰਮਿਕ ਯਾਤਰਾਵਾਂ ਦਾ ਪ੍ਰਬੰਧ ਇਸ ਤਰੀਕੇ ਦੇ ਨਾਲ ਕੀਤਾ ਗਿਆ ਕਿ ਲੋਕ ਪ੍ਰਭਾਵਿਤ ਹੋਣ। ਮੇਰੇ ਮੁਤਾਬਕ ਅਕਾਲੀ ਭਾਜਪਾ ਗੱਠਜੋੜ ਲੋਕਾਂ ਨੂੰ ਕੁਝ ਦਿੱਤੇ ਬਿਨਾਂ, ਲੋਕਾਂ ਦੇ ਇਮੋਸ਼ਨ ਦੇ ਨਾਲ ਖੇਡ ਕੇ ਵੋਟਾਂ ਬਟੋਰਨੀਆਂ ਚਾਹੁੰਦੀ ਹੈ। ਜਿਵੇਂ ਕਾਂਗਰਸ ਪਾਰਟੀ ਨੈਗੇਟਿਵ ਆਧਾਰ ਦੇ ਉੱਤੇ ਅਕਾਲੀ ਦਲ ਦੇ ਖਿਲਾਫ ਵੋਟ ਬਟੋਰਨੀ ਚਾਹੁੰਦੀ ਹੈ, ਤੇ ਆਮ ਆਦਮੀ ਪਾਰਟੀ ਕਾਂਗਰਸ ਤੇ ਅਕਾਲੀ ਦਲ ਦੋਵਾਂ ਤੋਂ ਅੱਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਆਪਣੇ ਪੱਖ ਦੇ ਵਿੱਚ ਕਰਕੇ ਉਹਨਾਂ ਭਾਵਨਾਵਾਂ ਨੂੰ ਹਵਾ ਦੇ ਕੇ ਵੋਟ ਬਟੋਰਨੀ ਚਾਹੁੰਦੀ। ਅਸਲ ਵਿੱਚ ਇਹ ਇੱਕ ਤਰ੍ਹਾਂ ਨਾਲ ਇਲੈਕਸ਼ਨ ਏਜੰਡਾ ਹੀ ਇਹਨੂੰ ਕਿਹਾ ਜਾਣਾ ਚਾਹੀਦਾ। ਸਬਦੀਪ ਜੀ ਨੇ ਗੱਲ ਤੇ ਬਿਲਕੁਲ ਕਹੀ ਕਿ 3 ਸਾਲ ਪੂਰੇ ਹੋਣ ਤੋਂ ਬਾਅਦ ਇਹਨਾਂ EMPLOYEES ਦੀ 2000 ਕਰੋੜ ਦਾ ਲਗਭਗ ਜਦੋਂ ਸਰਕਾਰ ਇਹਨਾਂ ਨੂੰ ਸਾਰਾ ਵੇਤਨ ਤੇ ਦੂਜੇ ਭੱਤੇ ਦੇਣਾ ਸ਼ੁਰੂ ਕਰੂਗੀ, 2000 ਕਰੋੜ ਦਾ ਉਦੋਂ ਸਰਕਾਰ ਨੂੰ ਖਰਚਾ ਪਊਗਾ। ਪਰ ਪ੍ਰੈਜ਼ੈਂਟਲੀ 188 ਕਰੋੜ ਦਾ ਸਰਕਾਰ ਨੂੰ ਖਰਚਾ ਪੈਣ ਡਿਆ ਵਾ। ਜੋ ਅੱਜ ਕੈਬਨਿਟ ਨੇ ਮਤਾ ਪਾਸ ਕੀਤਾ, ਉਹਦੇ ਹਿਸਾਬ ਨਾਲ ਮੋਸਟਲੀ ਇਹ ਆਰਡਰਸ ਇਫੈਕਟਿਵ ਇਮੀਡੀਏਟਲੀ ਹੁੰਦੇ ਆ। ਉਹਦੇ ਇਫੈਕਟ ਹੋਣ ਨਾਲ 188 ਕਰੋੜ ਦਾ ਖਰਚਾ ਪੰਜਾਬ ਗਵਰਨਮੈਂਟ ਤੇ ਪੈਣਾ ਸ਼ੁਰੂ ਹੋ ਗਿਆ ਵਾ। ਓਪਨ ਡਿਬੇਟ, ਐਨੀਵਨ ਕੈਨ ਕਮੈਂਟ। ਹਰਪ੍ਰੀਤ ਜੀ ਬਿਲਕੁਲ ਠੀਕ ਹੈ। ਇਹਦੇ ਵਿੱਚ ਦੇਖੋ, ਜੇ ਅਸੀਂ EMPLOYEES ਕੰਟਰੈਕਚੁਅਲ EMPLOYEES ਨੂੰ ਪਰਮਾਨੈਂਟ ਕਰਦੇ ਹਾਂ, ਖਰਚਾ ਜਾਂ ਬੋਝ ਤਾਂ ਪੰਜਾਬ ਗਵਰਨਮੈਂਟ ਜਾਂ ਸਰਕਾਰ ਤੇ ਤਾਂ ਪੈਣਾ ਹੀ ਪੈਣਾ ਹੈ। ਲੇਕਿਨ ਅਸੀਂ ਇੱਕ ਚੀਜ਼ ਨੂੰ ਜੇ ਭੁੱਲ ਜਾਈਏ ਕਿ ਇਹ ਇੱਕ ਵੋਟਾਂ ਲਈ ਜਾਂ ਇੱਕ ਲੋਕਾਂ ਨੂੰ ਭਰਮਾਉਣ ਦਾ, ਇੱਕ ਵੋਟਸ ਗੈਦਰ ਕਰਨ ਦਾ ਇੱਕ ਜੁਮਲਾ ਹੈ, ਅਸੀਂ ਉਸਨੂੰ ਇੱਕ ਸਾਈਡ ਤੇ ਰੱਖ ਕੇ ਜੇ ਇਹ ਸੋਚੀਏ ਕਿ 40,000 ਜਾਂ 45,000
ਪਰਿਵਾਰਾਂ ਨੂੰ ਇੱਕ ਸਰਕਾਰੀ ਨੌਕਰੀ ਮਿਲ ਰਹੀ ਹੈ ਔਰ ਉਹ ਪਰਿਵਾਰ ਕਿਤੇ ਨਾ ਕਿਤੇ ਜ਼ਰੂਰ ਥੋੜਾ ਬਹੁਤ ਇੰਪ੍ਰੈਸ ਹੁੰਦਾ ਹੈ ਕਿ ਅਸੀਂ ਕੰਟਰੈਕਟ ਦੇ ਵਿੱਚ ਸੀਗੇ ਔਰ ਕੰਟਰੈਕਟ ਤੋਂ ਬਾਅਦ ਸਾਨੂੰ ਪਰਮਾਨੈਂਟ ਕਰ ਦਿੱਤਾ ਜਾਊਗਾ। ਬੋਝ ਪਏਗਾ, ਕਿਵੇਂ ਮੈਨੇਜ ਹੋਏਗਾ, ਆਉਣ ਵਾਲੀ ਸਰਕਾਰ ਉਹਨੂੰ ਕਿਵੇਂ ਕਵਰ ਅਪ ਕਰੇਗੀ, ਇਹ ਇੱਕ ਬਾਤ ਦਾ ਵਿਸ਼ਾ ਹੈ। ਲੇਕਿਨ ਜੇ ਅਸੀਂ ਪ੍ਰੈਜ਼ੈਂਟ ਇਹ ਚੀਜ਼ ਨੂੰ ਐਨਾਲਾਈਜ਼ ਕਰੀਏ ਤਾਂ ਉਸ 45,000 ਪਰਿਵਾਰ ਦੇ ਦਿਮਾਗ ਦੇ ਵਿੱਚ 1% ਜ਼ਰੂਰ ਆਉਂਦਾ ਹੈ ਕਿ ਸਰਕਾਰ ਨੇ ਸਾਨੂੰ ਪਰਮਾਨੈਂਟ ਕਰ ਦਿੱਤਾ ਹੈ। ਦੇਖੋ ਸੈਲਰੀਆਂ ਤਾਂ ਹੁਣ ਵੀ ਜਿਹੜੇ EMPLOYEES ਨੇ ਉਹਨਾਂ ਨੂੰ ਵੀ 3-3 4-4 ਮਹੀਨੇ ਦੇ ਗੈਪ ਤੇ ਮਿਲਦੀਆਂ। ਇਹਨਾਂ ਨੂੰ ਸੈਲਰੀ ਕਦੋਂ ਮਿਲੇਗੀ ਇਹ ਤਾਂ ਇਨ ਫਿਊਚਰ ਸਾਡੇ ਸਾਹਮਣੇ ਆ ਹੀ ਜਾਣਾ ਹੈ। ਲੇਕਿਨ ਉਹਨਾਂ ਪਰਿਵਾਰਾਂ ਦੀ ਕੰਡੀਸ਼ਨ ਜਾਂ ਉਹਨਾਂ ਪਰਿਵਾਰਾਂ ਨੂੰ ਅਸੀਂ ਪੋਜ਼ਿਟਿਵਲੀ ਇਹਦੇ ਵੋਟਿੰਗ ਦੇ ਵਿੱਚ ਕਨਵਰਟ ਹੁੰਦਾ ਦੇਖ ਸਕਦੇ ਹਾਂ, ਕਿਉਂਕਿ ਜਿਹਨੂੰ ਇੱਕ ਸਰਕਾਰੀ ਨੌਕਰੀ ਮਿਲਦੀ ਹੈ ਉਹ ਕਦੀ ਵੀ ਇਦਾਂ ਦਾ ਵਿਸ਼ਾ ਜਾਂ ਕਦੀ ਵੀ ਇਦਾਂ ਦਾ ਆਪਣੇ ਮਨ 'ਚ ਨਹੀਂ ਲਿਆਊਗਾ ਕਿ ਸਰਕਾਰ ਨੇ ਸਾਡੇ ਲਈ ਮਾੜਾ ਕੀਤਾ। ਇਹ ਇਸ ਨੂੰ ਇੰਪਲੀਮੈਂਟ ਕਿਵੇਂ ਕਰਦੇ ਨੇ, ਕਦੋਂ ਸੈਲਰੀਆਂ ਦਿੰਦੇ ਨੇ, 3 ਸਾਲ ਬਾਅਦ ਉਹ ਕਿਸ ਤਰ੍ਹਾਂ ਦੀ ਪੇ ਆਯੋਗ ਬਣਾ ਕੇ ਉਹਨੂੰ ਕਿਵੇਂ ਕਿਵੇਂ ਸੈਲਰੀ ਅਲਾਟ ਕਰਦੇ ਨੇ, ਉਹ ਬਾਅਦ ਦਾ ਵਿਸ਼ਾ ਹੈ। ਲੇਕਿਨ ਅਸੀਂ ਹੁਣ ਜੇ ਦੇਖੀਏ ਤੇ ਉਸ 40 ਤੋਂ 45,000 ਜਿਹੜੇ ਪਰਿਵਾਰ ਨੇ ਉਹ ਮੇਰੇ ਖਿਆਲ ਨਾਲ ਜ਼ਰੂਰ ਇੰਪ੍ਰੈਸ ਹੋਣਗੇ ਇਸ ਡਿਸੀਜਨ ਤੇ। ਸੋ ਤੁਹਾਡਾ ਇਹ ਕਹਿਣਾ ਸੀ ਪੀ ਸਿੰਘ ਜੀ, ਇਹ ਸਰੇਆਮ ਸਰਕਾਰ ਵੱਲੋਂ ਸਿਰਫ ਵੋਟਰਸ ਨੂੰ ਆਪਣੇ ਵੱਲ ਖਿੱਚਣ ਦੀ ਇੱਕ ਕੋਸ਼ਿਸ਼ ਹੈ। 10 ਸਾਲ ਲਗਾਤਾਰ ਉਹ ਪਰਿਵਾਰ ਜਾਂ ਉਹ ਲੋਕ ਸੰਘਰਸ਼ ਕਰਦੇ ਰਹੇ ਤੇ ਉਹਨਾਂ ਨੂੰ ਪੁਲਿਸ ਤੇ ਪੰਜਾਬ ਸਰਕਾਰ ਡੰਡਿਆਂ ਨਾਲ ਕੁੱਟਦੀ ਰਹੀ। ਹੁਣ ਇਲੈਕਸ਼ਨਾਂ ਕੋਲ ਆ ਕੇ 2500 ਕਰੋੜ ਦਾ ਜਿਹੜਾ ਨਵਾਂ ਇਹ ਭਾਰ ਪੰਜਾਬ ਸਰਕਾਰ ਤੇ ਪਏਗਾ, ਉਹ ਕਿੱਥੋਂ 2500 ਕਰੋੜ ਆਏਗਾ? ਸਰਕਾਰ ਤਾਂ ਪਹਿਲੇ 1.5 ਲੱਖ ਕਰੋੜ ਦੇ ਕਰਜ਼ੇ ਦੇ ਹੇਠ ਦੱਬੀ ਹੋਈ ਹੈਗੀ ਹੈ। ਪੰਜਾਬ ਕਿੱਦਾਂ ਤਰੱਕੀ ਕਰੇਗਾ ਜੇ ਸਿਰਫ ਆਪਣਾ ਪੋਲੀਟੀਕਲ ਉੱਲੂ ਸਿੱਧਾ ਕਰਨ ਨੂੰ ਸਰਕਾਰਾਂ ਏਦਾਂ ਕਰਦੇ ਰਹੀਆਂ? ਇਹ ਸਾਰੀਆਂ ਚੀਜ਼ਾਂ ਸੋਚਣ ਵਾਲੀਆਂ। ਪਰ ਹਰਪ੍ਰੀਤ ਜੀ, ਜਿਹੜੇ ਇਸ ਤਰ੍ਹਾਂ ਵਿਚਾਰਿਆ ਜਾ ਰਿਹਾ ਹੈ ਕਿ ਪੰਜਾਬ ਦਾ ਕੀ ਬਣੇਗਾ, ਇਹ ਲੋਕੀ ਪਹਿਲਾਂ ਵੀ ਨੌਕਰੀ ਕਰਦੇ ਸੀ, ਇਹਨਾਂ ਦੀ ਤਨਖਾਹ 'ਚ ਕੁਝ ਫਰਕ ਪੈਣਾ, ਪਰ ਉਸ ਚੀਜ਼ ਨੂੰ ਪੰਜਾਬ ਦੇ ਕੀ ਹੋਣ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਇਹ ਤਾਂ ਸਵਾਲ ਕੀਤਾ ਜਾ ਸਕਦਾ ਕਿ ਉਹ ਕੰਮ ਚੋਣਾਂ ਦਾ ਸਮਾਂ ਆਉਣ ਤੱਕ ਲਟਕਾਇਆ ਕਿਉਂ ਗਿਆ। ਪਰ ਮੇਰਾ ਖਿਆਲ ਹੈ ਜਦੋਂ ਸਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਅਨਪਲਾਇਮੈਂਟ ਵੱਡਾ ਮੁੱਦਾ ਹੈ, ਤਾਂ ਜਿਨ੍ਹਾਂ ਨੂੰ ਕਿਸੇ ਨੂੰ ਪੱਕੇ ਤੌਰ ਤੇ ਰੁਜ਼ਗਾਰ ਦੇਣ ਦੀ ਸਰਕਾਰ ਕੰਮ ਕਰਦੀ ਹੈ, ਉਹਦੇ ਕ੍ਰਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ। ਏਦਾਂ ਤਾਂ ਆਪਾਂ ਇਹ ਕਹਿੰਦੇ ਕਿ ਕੋਈ ਵੀ ਡਿਵੈਲਪਮੈਂਟ ਦੀ ਸਕੀਮ ਜਿਹੜੀ ਹੈ, ਇਹ ਨਹੀਂ ਕਹਿੰਦੇ ਕਿ ਰੁਜ਼ਗਾਰ ਕਿਉਂ ਦਿੱਤਾ। ਸਾਡਾ ਕੁਐਸਚਨ ਇਹ ਹੈ ਕਿ ਤੁਸੀਂ 25,000 ਲੋਕਾਂ ਨੂੰ ਹੋਰ ਪੱਕਾ ਕਰਤਾ, ਪਹਿਲੇ ਜਿਹੜੇ ਪੱਕੇ ਹੈਗੇ ਉਹਨਾਂ ਨੂੰ ਤੁਹਾਨੂੰ ਸੈਲਰੀ ਦਿੱਤੀ ਨਹੀਂ ਜਾ ਰਹੀ। ਇਹ 27,000 ਨੂੰ ਸੈਲਰੀ ਦੋਗੇ ਤੇ ਕਿੱਦਾਂ ਦਿਓਗੇ? ਜਾਂ ਇਹ 27,000 ਪੱਕੇ ਕਰਨ ਦੇ ਬਾਅਦ, ਇਹ 27,000 ਪੱਕੇ ਕਰਨ ਦੇ ਨਾਲ ਜਿਹੜੇ ਬੰਦੇ ਪਹਿਲੇ ਪੱਕੇ ਆ ਜਿਨ੍ਹਾਂ ਦੀਆਂ ਸੈਲਰੀਆਂ 3-3 4-4 ਮਹੀਨੇ ਬਾਅਦ ਮਿਲਦੀਆਂ ਪਈਆਂ, ਕਿਤੇ ਏਦਾਂ ਤਾਂ ਨਹੀਂ ਹੋਏਗਾ ਉਹ ਲੋਕਾਂ ਨੂੰ 6-6 ਮਹੀਨੇ ਬਾਅਦ, ਸਾਲ ਬਾਅਦ ਸੈਲਰੀਆਂ ਮਿਲਣਗੀਆਂ? ਇਹ ਸਾਰਾ ਕੁਝ ਉਦਾਂ ਹੀ ਹੈ ਜਿੱਦਾਂ ਆਪਾਂ ਆਮ ਆਦਮੀ ਪਾਰਟੀ ਨੂੰ ਪੜ੍ਹਦੇ ਆ, ਜਿਹੜੀ ਕਹਿੰਦੀ ਹੈ 25 ਲੱਖ ਨੌਕਰੀਆਂ ਜਨਰੇਟ ਕਰਾਵਾਂਗੇ। ਹਰ ਚੀਜ਼ ਦਾ ਇੱਕ ਜਸਟੀਫਿਕੇਸ਼ਨ ਹੋਣੀ ਚਾਹੀਦੀ ਹੈ, ਜਿਹੜੀ ਇਸ ਵੇਲੇ ਬਾਦਲ ਸਰਕਾਰ ਨੇ ਸਿਰਫ ਇਲੈਕਸ਼ਨ ਆਉਣ ਕਰਕੇ ਸਰਕਾਰੀ ਨੌਕਰੀਆਂ ਤਾਂ ਪੱਕੇ ਉਹਨਾਂ ਨੂੰ ਕਰਤਾ, ਪਰ ਪੈਸੇ ਕਿੱਥੋਂ ਆਉਣਗੇ, ਕਿੱਦਾਂ ਸੈਲਰੀਆਂ ਦੇਣਗੇ, ਕੀ ਇਹਨਾਂ ਦੀ ਸੈਲਰੀ ਦੇਣ ਦੇ ਨਾਲ ਜਿਹੜੇ ਬਾਕੀ ਪੱਕੇ ਇੰਪਲਾਈਜ਼ ਹੈ ਉਹਨਾਂ ਦੀਆਂ ਸੈਲਰੀਆਂ ਤੇ ਕੋਈ ਇਫੈਕਟ ਪਏਗਾ? ਨਹੀਂ ਪਏਗਾ। ਪੰਜਾਬ ਸਰਕਾਰ ਹੋਰ ਸਰਕਾਰੀ ਪ੍ਰਾਪਰਟੀਆਂ ਵੇਚੇਗੀ, ਹੋਰ ਕਰਜ਼ੇ ਚੱਕੇਗੀ। ਕੁਛ ਤਾਂ ਸਾਹਮਣੇ ਬਲੂ ਪ੍ਰਿੰਟ ਰੱਖਣਾ ਚਾਹੀਦਾ ਨਾ ਸਰਕਾਰ ਨੂੰ। ਪੱਕੇ ਕਰਨ ਵਿੱਚ ਕਿਸੇ ਨੂੰ ਵੀ ਪॉलिसी ਨਹੀਂ। ਮੈਂ ਤਾਂ ਕਹਿੰਦਾ ਪੰਜਾਬ ਜਿੰਨਾ ਵੀ ਹੈ ਸਾਰਿਆਂ ਨੂੰ ਸਰਕਾਰੀ ਨੌਕਰੀ ਦੇ ਦੇਣੀ ਚਾਹੀਦੀ ਹੈ, ਪਰ ਇੱਕ ਬਲੂ ਪ੍ਰਿੰਟ ਹੋਣਾ ਚਾਹੀਦਾ ਵਾ। ਦੇਖੋ ਬਲੂ ਪ੍ਰਿੰਟ ਜਿਹੜਾ ਹੈਗਾ ਕੋਈ ਸਾਹਮਣੇ ਨਹੀਂ ਇੰਨੀ ਛੇਤੀ ਆ ਸਕਦਾ। ਮੈਂ ਨਹੀਂ ਕਹਿੰਦਾ ਵੀ ਆਉਣਾ ਨਹੀਂ ਚਾਹੀਦਾ, ਬਿਲਕੁਲ ਮੰਨਣ ਵਾਲੀ ਗੱਲ ਹੈ। ਮੈਂ ਵੀ ਕਹਿ ਕੇ ਹਟਿਆ ਕਿ ਇਹ ਕਦਮ ਪਹਿਲਾਂ ਵੀ ਉਠਾਇਆ ਜਾ ਸਕਦਾ ਸੀ। ਇਹ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਚੋਣਾਂ ਦੇ ਨੇੜੇ ਆ ਕੇ ਚੋਣਾਂ ਨੂੰ ਮੁੱਖ ਰੱਖ ਕੇ ਕੀਤਾ ਜਾ ਰਿਹਾ ਹੈ, ਪਰ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਇਹਨਾਂ ਜੇ 25 ਲੱਖ ਨੌਕਰੀਆਂ ਦਾ ਵਾਅਦਾ ਜਾਇਜ਼ ਹੋ ਸਕਦਾ ਹੈ, ਤਾਂ ਜੇ 45,000 ਬੰਦੇ ਨੂੰ ਪੱਕਾ ਕਰ ਜਾਂਦੇ ਜਿਨ੍ਹਾਂ ਨੂੰ ਕੁਛ ਤਨਖਾਹ ਤੇ ਪਹਿਲਾਂ ਵੀ ਮਿਲਦੀ ਸੀ, ਇਹਦੇ ਨਾਲ ਹੀ ਪੰਜਾਬ ਡੀਰੇਲ ਹੋ ਜਾਏਗਾ। ਜਿਹੜੀ ਰਹੀ ਬਲੂ ਪ੍ਰਿੰਟ ਦੀ ਗੱਲ, ਬਲੂ ਪ੍ਰਿੰਟ 45,000 ਨੌਕਰੀਆਂ ਐਡੀ ਵੱਡੀ ਗੱਲ ਨਹੀਂ ਹੈਗੀ ਜਿਹਦੇ ਵਾਸਤੇ ਬਲੂ ਪ੍ਰਿੰਟ ਦਾ ਬਿਨਾਂ ਉਹ ਦਿੱਤੀਆਂ ਨਹੀਂ ਜਾ ਸਕਦੀਆਂ। ਇਹ ਠੀਕ ਹੈ ਕਿ ਬਾਕੀ ਜਿਹੜੀ 5 ਲੱਖ ਮੁਲਾਜ਼ਮ ਹੈ ਉਹਨਾਂ ਨੂੰ ਵੀ 2-2 4-4 6-6 ਮਹੀਨੇ ਅਟਕ ਕੇ ਮਿਲਦੀ, ਇਹਨਾਂ ਨੂੰ ਵੀ ਉਸ ਤਰ੍ਹਾਂ ਹੀ ਮਿਲੇਗੀ, ਪਰ ਘੱਟੋ ਘੱਟ ਉਹਨਾਂ ਨੂੰ ਰੁਜ਼ਗਾਰ ਤਾਂ ਮਿਲ ਰਿਹਾ। ਆਪਾਂ ਇਹਨੂੰ ਨਾ ਪੱਖੀ ਤਰੀਕੇ ਦੇ ਨਾਲ ਨਹੀਂ ਦੇਖ ਸਕਦੇ ਹੈਗੇ। ਔਰ ਪੰਜਾਬ ਦੀ ਜਿਹੜੀ ਜਾਇਦਾਦ ਦੇ ਵਿੱਚ ਇਹਦੀ ਹਾਲਤ ਹੋਈ ਹੈ ਉਹ ਕੱਲੀ ਨੌਕਰੀਆਂ ਨਾਲ ਨਹੀਂ ਹੋਈ ਹੈਗੀ, ਉਹ ਹੋਰ ਬਹੁਤ ਜਿਹੜੀ ਪੋਪੂਲਿਸਟ ਸਕੀਮਾਂ ਨੇ ਜਿਨ੍ਹਾਂ ਦੇ ਨਾਲ ਹੋਈ ਹੈ, ਉਹਨਾਂ ਨੂੰ ਵੀ ਬਚਣਾ ਬਣਦਾ ਹੈ। ਠੀਕ ਹੈ, ਸੋ ਆਪਾਂ ਇਹਨੂੰ ਕਹੀਏ ਕਿ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ,
ਜਾਂ ਇਹ ਅਜੀਤ ਕਿਉਂ ਜੀ, ਕੀਤਾ, ਇੱਕ ਇਹ ਸਵਾਲ- ਸਵਾਲ ਨਹੀਂ। ਸਵਾਲ ਇਹ ਹੈ ਕਿ ਅਜੀਤ ਜੀ, ਇੱਕ ਪਹਿਲਾਂ ਸਵਾਲ ਕਰਨਾ ਪੁੱਛਣਾ ਚਾਹੀਦਾ ਚਾਹੂੰਗਾ। ਸੀ, ਤਾਂ ਕਿ ਜਦੋਂ- ਇਹਦੇ ਬਾਰੇ ਜਦੋਂ ਕੋਈ ਇਹ ਸਹੀ ਅੱਜ- ਢਾਂਚਾ ਵੀ ਤਿਆਰ ਹੋ ਜਾਂਦਾ। ਅਜੀਤ ਜੀ, ਇੱਕ ਸਵਾਲ ਪੁੱਛਣਾ ਚਾਹੂੰਗਾ। ਤੁਸੀਂ ਦਿਲਰਾਜ ਸਿੰਘ ਦੇ ਜਾਂ ਕਿ ਹੋਰ ਦੇ ਸਰਕਾਰ ਦੀ ਪਾਲਿਸੀ ਦੇ ਸਵਾਲ ਉਠਾਉਣ ਤੇ ਇਤਰਾਜ਼ ਜਤਾ ਰਹੇ ਜੋ। ਇੱਕ ਸਵਾਲ ਪੁੱਛਣਾ ਚਾਹੂੰਗਾ, ਜਦੋਂ ਕੈਬਨਿਟ ਮੀਟਿੰਗ ਤੋਂ ਬਾਅਦ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ, ਉਹ 'ਚ ਇਹ ਕਿਹਾ ਗਿਆ ਕਿ ਉਹਨਾਂ EMPLOYEEਆਂ ਵਾਸਤੇ ਇਹ ਦੀਵਾਲੀ ਦਾ ਤੋਹਫਾ ਵਾ। ਪਰ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਦੀਵਾਲੀ ਦਾ ਤੋਹਫਾ ਉਹਨਾਂ EMPLOYEEਆਂ ਵਾਸਤੇ ਆ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਵਾਸਤੇ ਇਲੈਕਸ਼ਨ ਦਾ ਤੋਹਫਾ ਵਾ? ਮੈਂ ਹਰਪ੍ਰੀਤ ਜੀ ਪਹਿਲੇ ਹੀ ਕਹਿ ਚੁੱਕਿਆ ਕਿ ਇਲੈਕਸ਼ਨ ਮੁੱਖ ਰੱਖ ਕੇ ਤਾਂ ਕੀਤਾ ਗਿਆ ਹੈ। ਮੈਂ ਤਾਂ ਕਹਿ ਰਿਹਾ ਇਹਦੇ ਬਾਰੇ ਇਹਨਾਂ ਨੂੰ ਸਰਕਾਰ ਨੂੰ ਜੀ ਕਾਨੂੰਨ ਬਣਾਉਣਾ ਚਾਹੀਦਾ ਹੈ। ਕਿਸੇ ਮੌਕੇ ਹੁੰਦਾ ਸੀ ਜੇ ਬੰਦਾ 90 ਦਿਨ ਨੌਕਰੀ ਲਗਾਤਾਰ ਕਰ ਜਾਵੇ ਤਾਂ ਉਹ 6 ਮਹੀਨੇ ਉਹਨੂੰ 6 ਮੰਥ ਬੇਸ ਤੇ ਕਹਿੰਦੇ ਕਿ ਹੁਣ 6 ਮਹੀਨੇ ਵਾਸਤੇ ਕੰਟੀਨਿਊ ਕਰੇਗਾ। 6 ਮਹੀਨੇ ਤੋਂ ਬਾਅਦ ਇਹਨਾਂ ਨੂੰ ਦੁਬਾਰਾ ਅਪਰੂਵਲ ਲੈਣੀ ਪੈ ਸਕਦੀ ਹੈ। ਇਸੇ ਕਰਕੇ ਕਈ ਵਾਰ ਜਿੱਥੇ ਮੁਲਾਜ਼ਮ ਪੱਕਾ ਨਹੀਂ ਰੱਖਣਾ ਹੁੰਦਾ ਸੀ, 89 ਡੇਜ਼ ਤੇ ਮੁਲਾਜ਼ਮ ਰੱਖਿਆ ਜਾਂਦਾ ਹੁੰਦਾ ਸੀ, ਇੱਕ ਦਿਨ ਦੀ ਬ੍ਰੇਕ ਪਾ ਕੇ ਦੁਬਾਰਾ ਰੱਖਦਾ ਸੀ, ਉਹਨਾਂ ਨੂੰ ਰੱਖਿਆ ਜਾਂਦਾ ਸੀ ਤਾਂ ਕਿ ਉਹ ਐਂਟਾਈਟਲ ਨਾ ਹੋ ਜਾਵੇ ਕੰਟੀਨਿਊ ਨੌਕਰੀ ਵਾਸਤੇ। ਸੋ ਜਿਹੜੇ 3-3 ਸਾਲ ਦੀ ਗੱਲ ਕਰਦੇ ਨੇ, 3 ਸਾਲ ਇਹਦੇ ਵਿੱਚ ਕੁਝ ਮੁਲਾਜ਼ਮ ਹੋਣਗੇ ਜਿਹਨਾਂ ਨੂੰ 3 ਸਾਲ ਪੂਰੇ ਵੀ ਹੋ ਗਏ ਔਰ ਉਹਨਾਂ ਨੂੰ ਨਾਲ ਦੀ ਨਾਲ ਜਿਹੜੀ ਹੈਗੀ ਕੰਟੀਨਿਊ ਨੌਕਰੀ ਗਵਰਨਮੈਂਟ ਨੂੰ ਦੇਣੀ ਪਏਗੀ ਜੇ ਉਹਨਾਂ ਨੇ ਪਾਲਿਸੀ ਬਣਾਈ ਹੈ। ਇਹ ਸਵਾਲ ਤਾਂ ਖੜਾ ਹੁੰਦਾ ਹੈ ਕਿ ਪਹਿਲਾਂ ਪਾਲਿਸੀ ਬਣਾ ਕੇ ਕਿਉਂ ਨਹੀਂ ਕੀਤਾ ਜਾਂਦਾ। ਇਹ ਵੀ ਸਪਸ਼ਟ ਹੈ ਕਿ ਇਹਨਾਂ ਨੇ ਇਲੈਕਸ਼ਨ ਦੇ ਵਿੱਚ ਫਾਇਦਾ ਲੈਣ ਵਾਸਤੇ ਕੀਤਾ ਹੈ, ਪਰ ਈਵਨ ਦੈਨ ਜੇ ਕੁਝ ਲੋਕਾਂ ਨੂੰ ਰੁਜ਼ਗਾਰ ਮਿਲਦਾ ਇਟ ਇਜ਼ ਵੈਲਕਮ। ਅੱਛਾ, ਥੋੜਾ ਜਿਹਾ ਮੈਂ ਸਰਕਾਰ ਦੇ ਦੂਜੇ ਮੁੱਦਿਆਂ ਤੇ ਜ਼ਰੂਰ ਦੂਜੇ ਕੰਮਾਂ ਤੇ ਜ਼ਰੂਰ ਨਿਗਾਹ ਮਾਰਨਾ ਚਾਹੂੰਗਾ। ਅੰਮ੍ਰਿਤਸਰ ਦੇ ਕੋਲ ਅਟਾਰੀ ਅਤੇ ਵਿਰਕਾ ਦੋ ਛੋਟੇ ਕਨਸਟੀਟੂਐਂਸੀਆਂ ਪੈਂਦੀਆਂ ਨੇ, ਜਿਹਦੇ ਵਿੱਚ ਕਿ ਪਿਛਲੇ ਕੁਝ ਦਿਨਾਂ ਤੋਂ ਰਿਕਸ਼ੇ, ਸਪਰੇ ਪੰਪ, ਵੈਲਡਿੰਗ ਕਿਟਸ, ਟਾਇਰ ਪੈਂਚਰ ਲਾਉਣ ਦੀ ਕਿਟ ਤੇ ਰੇੜੀਆਂ ਜਿਹੜੀਆਂ ਆਪਾਂ ਸਬਜ਼ੀ ਵੇਚਣ ਵਾਸਤੇ ਰੇੜੀਆਂ ਹੁੰਦੀਆਂ, ਪੁਸ਼ ਕਾਰਟਸ, ਉਹਨਾਂ ਦਾ ਤੋਹਫਾ ਦਿੱਤਾ ਜਾ ਰਿਹਾ ਹੈ ਦਲਿਤਾਂ ਨੂੰ। ਤੇ ਇਹ ਮੁਹਿੰਮ ਉਸ ਕਨਸਟੀਟੂਐਂਸੀ ਵਿੱਚ ਚਲਾਈ ਜਾ ਰਹੀ ਆ ਜਿਹਦੇ ਵਿੱਚ ਕੀ ਜ਼ਿਆਦਾ ਦਲਿਤ ਪੋਪੂਲੇਸ਼ਨ ਆ। ਹੁਣ ਇਹਦੇ ਬਾਰੇ ਜੇ ਅਸੀਂ ਅਜੀਤ ਜੀ, ਤੁਸੀਂ ਪੈਸੇ ਦੀ ਹੀ ਗੱਲ ਕਰ ਰਹੇ ਸੀ ਕਿ ਸਰਕਾਰ ਤੇ ਸਵਾਲ ਉਠਾਉਣਾ ਗਲਤ ਆ। ਲਗਭਗ ਜੋ ਸਰਕਾਰ ਕੋ ਜਦੋਂ ਪੁੱਛਿਆ ਗਿਆ ਕਿ ਇਹ ਤੋਹਫੇ ਜੋ ਤੁਸੀਂ ਦੇ ਰਹੇ ਜੋ, ਇਹ ਤੋਹਫੇ ਜੋ ਤੁਸੀਂ ਵੰਡ ਰਹੇ ਜੋ, ਇਹ ਪੈਸੇ ਕਿੱਥੋਂ ਆਏ, ਤੇ ਸਰਕਾਰ ਦਾ ਕਹਿਣਾ ਸੀ ਕਿ ਸੈਂਟਰ ਗਵਰਨਮੈਂਟ ਦੀ ਕਿ ਸਕੀਮ ਦੇ ਅਧੀਨ ਸੈਂਟਰ ਗਵਰਨਮੈਂਟ ਦੀ ਕਿ ਸਕੀਮ ਦੇ ਅਧੀਨ ਅਸੀਂ ਇਹ ਵੰਡ ਰਹੇ ਹਾਂ ਤਾਂ ਕਿ ਦਲਿਤ ਲੋਕ ਸੈਲਫ ਇੰਪਲੋਇਡ ਹੋ ਜਾਣ। ਉਪਰਾਲਾ ਵਧੀਆ ਸੀ, ਪਰ ਸਵਾਲ ਇੱਥੇ ਵੀ ਇਹੀ ਉੱਠਦਾ ਵਾ ਕਿ ਇਲੈਕਸ਼ਨਾਂ ਤੋਂ 3 ਮਹੀਨੇ ਪਹਿਲਾਂ ਹੀ ਸਰਕਾਰ ਨੂੰ ਇੱਕ ਕਿੱਟਾਂ ਜਾਂ ਇਹ ਫ੍ਰੀ, ਚਾਹੇ ਰਿਕਸ਼ੇ ਹੋਣ, ਈ ਰਿਕਸ਼ੇ ਹੋਣ, ਚਾਹੇ ਰੇੜੀਆਂ ਹੋਣ, ਚਾਹੇ ਪੈਂਚਰ ਕਿੱਟ ਹੋਣ, ਚਾਹੇ ਵੈਲਡਿੰਗ ਕਿੱਟ ਹੋਣ, ਵੰਡਣ ਦਾ ਚੇਤਾ ਕਿਉਂ ਆ ਗਿਆ? ਚੇਤਾ ਸਿਰਫ ਬਿਲਕੁਲ ਸਪਸ਼ਟ ਹੈ ਜੀ, ਚੋਣਾਂ ਕਰਕੇ ਆਇਆ ਹੈ। ਪੰਜਾਬ ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ ਤੱਕ ਚੱਲਣ ਨਹੀਂ ਸੀ ਇਹੋ ਜਿਹੀ ਚੀਜ਼ਾਂ ਵੰਡਣ ਦਾ। ਆਟਾ ਦਾਲ ਸਕੀਮ ਵੀ ਬਾਅਦ ਚ ਆਈ ਹੈ। ਜਦੋਂ ਇਹ ਚੱਲਣ ਪਹਿਲਾਂ ਦੂਜੀਆਂ ਸੂਬਿਆਂ ਦੇ ਵਿੱਚ ਜਿੱਥੇ ਜ਼ਿਆਦਾ ਪੰਜਾਬ ਨਾਲੋਂ ਗਰੀਬੀ ਸੀ, ਉੱਥੇ ਕਿਤੇ ਕੋਈ ਚੀਜ਼ ਵੰਡੀ ਜਾਂਦੀ ਹੈ, ਕਿਤੇ ਲੈਪਟਾਪ ਵੰਡੇ ਜਾਂਦੇ ਨੇ, ਕਿਤੇ ਸਾਈਕਲ ਵੰਡੇ ਜਾਂਦੇ ਨੇ। ਮੈਨੂੰ ਸੂਬਾ ਮੈਂ ਸਪੈਸੀਫਾਈ ਨਹੀਂ ਕਰ ਸਕਦਾ, ਤਕਰੀਬਨ ਦੂਜੇ ਸੂਬਿਆਂ 'ਚ ਸ਼ੁਰੂ ਹੋਇਆ ਸੀ। ਇਹਦਾ ਮਤਲਬ ਇਹੀ ਲੈਣਾ ਚਾਹੀਦਾ ਕਿ ਪੰਜਾਬ ਦੀ ਆਰਥਿਕ ਪੱਧਰ ਤੇ ਜਿਹੜੀ ਪੋਲੀਟੀਕਲ ਪੱਧਰ ਹੈ, ਅਸੀਂ ਉਹਨੂੰ ਅੱਗੇ ਲਿਜਾਣ ਦੀ ਬਜਾਏ ਸਾਫ਼ ਸੁਥਰੇ ਪ੍ਰਸ਼ਾਸਨ ਦੇ ਨਾਲ ਕੰਮ ਕਰਕੇ ਅੱਗੇ ਵਧਣ ਦੀ ਬਜਾਏ ਅਸੀਂ ਜਿਨ੍ਹਾਂ ਸੂਬਿਆਂ ਨੂੰ ਕਹਿੰਦੇ ਸੀ ਕਿ ਉੱਥੇ ਦੀ ਪੋਲਿਟਿਕਸ ਥੋੜੀ ਜਿਹੀ ਪੰਜਾਬ ਨਾਲੋਂ ਚੀਪ ਹੈ, ਅਸੀਂ ਉਸ ਪੱਧਰ ਤੇ ਆ ਰਹੇ ਹਾਂ। ਪਰ ਹੋ ਵੀ ਸਾਰੇ ਤਾਂ ਰਿਹਾ ਔਰ ਸਪਸ਼ਟ ਹੈ ਕਿ ਪੈਸਾ ਪਤਾ ਨਹੀਂ ਜੇ ਫਿਰ ਇਹੋ ਜਿਹੇ ਕੰਮਾਂ ਵਾਸਤੇ ਗਵਰਨਮੈਂਟ ਕੁਝ ਵੀ ਕਰਕੇ ਕਰਦੀ ਹੈ, ਚਾਹੇ ਸੈਂਟਰ ਗਵਰਨਮੈਂਟ ਕਿਉਂਕਿ ਬੀਜੇਪੀ ਦੀ ਹੈ ਉਹ ਮਦਦ ਕਰਦੀ ਹੋਵੇ। ਇਹ ਚੀਜ਼ਾਂ ਹੁੰਦੀਆਂ ਸਾਰੀਆਂ ਇਹਦੇ ਵਾਸਤੇ ਹੀ ਨੇ, ਇਲੈਕਸ਼ਨ ਨੂੰ ਮੁੱਖ ਰੱਖ ਕੇ ਲੋਕਾਂ ਨੂੰ ਭਰਮਾਉਣ ਵਾਸਤੇ। ਜੇ ਦਲਿਤ ਵੋਟਾਂ ਦੀ ਗੱਲ ਕਰੀਏ ਤੇ ਤਿੰਨੇ ਪਾਰਟੀਆਂ ਹੀ ਕੋਸ਼ਿਸ਼ ਕਰ ਰਹੀਆਂ ਨੇ ਕਿ ਅਸੀਂ ਦਲਿਤ ਵੋਟਾਂ ਨੂੰ ਆਪਣੇ ਵੱਲ ਜ਼ਰੂਰ ਕਰੀਏ। ਖਾਸ ਕਰ ਜੇ ਰਵਿਦਾਸ ਦਲਿਤਾਂ ਦੀ ਗੱਲ ਕਰੀਏ ਜੋ ਕਿ ਲਗਭਗ 1/3 ਨੇ ਪੰਜਾਬ ਦੀ ਦਲਿਤ ਪੋਪੂਲੇਸ਼ਨ ਦੇ। ਪਿਛਲੇ ਵੀਕ ਵਿੱਚ ਹੀ ਇਸ ਵੀਕ ਵਿੱਚ ਹੀ ਕਬੀਰ ਦਾਸ ਜੋ ਕਿ ਕਾਂਗਰਸ ਦੇ ਮੇਅਰ ਰਹਿ ਚੁੱਕੇ ਨੇ ਪਟਿਆਲਾ ਤੋਂ, ਤੇ ਸਤਪਾਲ ਮਾਲ ਜੋ ਕਿ ਕਾਂਗਰਸ ਦੇ ਨਾਲ ਹੀ ਰਾਬਤਾ ਰੱਖਦੇ ਸੀ, ਦੋਵਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕੀਤਾ ਗਿਆ। ਕਿਤੇ ਨਾ ਕਿਤੇ ਚਾਹੇ ਤੋਹਫੇ ਫ੍ਰੀ
ਤੋਹਫੇ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ, ਚਾਹੇ ਦਲਿਤ ਲੀਡਰਾਂ ਨੂੰ ਆਪਣੇ ਵਿੱਚ ਮਿਲਾ ਕੇ ਦਲਿਤ ਵੋਟਾਂ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਪਰ ਕਿਤੇ ਨਾ ਕਿਤੇ ਇਹ ਸਾਰਾ ਕੁਝ ਜੋ ਵੀ ਸਰਕਾਰ ਦੁਆਰਾ ਕੀਤਾ ਜਾ ਰਿਹਾ ਹੈ, ਵੋਟਾਂ ਤੋਂ ਐਗਜ਼ੈਕਟਲੀ ਪਹਿਲਾਂ ਸਾਫ਼ ਦਿਖਦਾ ਹੈ ਕਿ ਵੋਟਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਬਿਲਕੁਲ ਹਰਪ੍ਰੀਤ ਜੀਤ ਸਿੰਘ ਬਾਦਲ ਜਿਹੜੇ ਪੰਜਾਬ ਦੇ ਉਪ ਮੁੱਖ ਮੰਤਰੀ ਨੇ, ਉਹਨਾਂ ਨੇ ਤਾਂ ਇਹ ਵੀ ਨਾਲ ਗੱਲ ਕਰ ਦਿੱਤੀ ਹੈ ਕਿ ਡੇਰਾ ਬੱਲਾ ਨੂੰ ਜੋੜ ਕੇ ਅਸੀਂ ਇੱਕ ਤਰ੍ਹਾਂ ਨਾਲ ਕਾਂਗਰਸ ਦੇ ਖਿਲਾਫ ਸਿਆਸੀ ਸਰਜੀਕਲ ਸਟ੍ਰਾਈਕ ਕਰ ਦਿੱਤੀ ਹੈ। ਦੂਸਰੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਦਲਿਤ ਭਾਈਚਾਰਾ 32% ਹੈ। ਕੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ, ਕੀ ਪੰਜਾਬ ਦੀ ਆਰਥਿਕ ਸਿਚੁਏਸ਼ਨ ਦੇ ਵਿੱਚ, ਕੀ ਪੰਜਾਬ ਦੇ ਸਮੁੱਚੇ ਵਾਤਾਵਰਣ ਦੇ ਵਿੱਚ ਤੀਜੇ ਹਿੱਸੇ ਦੇ ਕਰੀਬ ਆਬਾਦੀ ਦੀ ਕੋਈ ਸਾਨੂੰ ਸਮਝ ਦਿਖਾਈ ਦਿੰਦੀ ਹੈ ਕਿ ਉਹ ਸੱਚਮੁੱਚ ਪੰਜਾਬ ਦੀ ਪੋਲਿਟਿਕਸ ਨੂੰ ਪ੍ਰਭਾਵਿਤ ਕਰ ਰਹੀ ਹੈ ਕਿ ਨਹੀਂ? ਜੇ ਉਹ ਹਾਲੇ ਵੀ ਪ੍ਰਭਾਵਿਤ ਨਹੀਂ ਕਰ ਰਹੀ ਤੇ ਉਹਨਾਂ ਨੂੰ ਤੁਸੀਂ ਆਟੇ ਦਾਲ ਨਾਲ ਪ੍ਰਭਾਵਿਤ ਕਰ ਸਕਦੇ ਹੋ, ਈ ਰਿਕਸ਼ਾ ਦੇ ਕੇ ਪ੍ਰਭਾਵਿਤ ਕਰ ਸਕਦੇ ਹੋ, ਸਬਜ਼ੀ ਦੀ ਰੇਹੜੀ ਦੇ ਕੇ ਪ੍ਰਭਾਵਿਤ ਕਰ ਸਕਦੇ ਹੋ, ਜਾਂ ਹੋਰ ਕਈ ਕਿਸਮ ਦੀਆਂ ਜਿਹੜੀਆਂ ਚੀਪ ਕਿਸਮ ਦੀ ਪੋਲਿਟਿਕਸ ਦੇ ਕੇ ਪ੍ਰਭਾਵਿਤ ਕਰ ਸਕਦੇ ਹੋ। ਤਾਂ ਇਹਦਾ ਸਿੱਧਾ ਅਰਥ ਇਹ ਆ ਕਿ ਪੰਜਾਬ ਦੇ ਵਿੱਚ ਅਸੀਂ ਉਸ ਪੋਲਿਟਿਕਸ ਨੂੰ ਸੱਦਾ ਦੇ ਰਹੇ ਹਾਂ ਜਿਹੜੀ ਪੋਲਿਟਿਕਸ ਇਹ ਕਹਿੰਦੀ ਹੈ ਕਿ ਜਿਹੜਾ ਆਮ ਬੰਦਾ ਹੈ, ਜਿਹੜਾ ਪਹਿਲਾਂ ਹੀ ਹੇਠਲੇ ਪਾਏਦਾਨ ਦੇ ਉੱਤੇ ਜੀ ਰਿਹਾ, ਉਹਨੂੰ ਨਾ ਤਾਂ ਉਤਲੇ ਪਾਏਦਾਨ ਦੇ ਉੱਤੇ ਆਉਣ ਦੇਣਾ ਤੇ ਨਾ ਉਹਨੂੰ ਇਸ ਕਾਬਲ ਬਣ ਦੇਣਾ ਵਾ ਸੋਚ ਸਮਝ ਕੇ ਕਿ ਉਹ ਆਪ ਉਤਲੇ ਪਾਏ ਦੇ ਉੱਤੇ ਆਉਣ ਦੀ ਕੋਸ਼ਿਸ਼ ਕਰੇ। ਤੁਸੀਂ ਕਿਸਾਨਾਂ ਨੂੰ ਵੀ ਇਸੇ ਤਰੀਕੇ ਦੇ ਨਾਲ ਇਸਤੇਮਾਲ ਕਰਦੇ ਹੋ। ਕਿਸਾਨਾਂ ਨੂੰ ਕਦੇ ਇਹ ਨਹੀਂ ਦਰਸਾਇਆ ਜਾਂਦਾ ਕਿ ਕਿਸਾਨੀ ਕਿੱਤਾ ਕਿਵੇਂ ਲਾਹੇਵੰਦਾ ਬਣ ਜਾਏਗਾ, ਉਹਨਾਂ ਨੂੰ ਸਿਰਫ ਇਹ ਦਿਖਾ ਦਿੱਤਾ ਜਾਂਦਾ ਕਿ ਤੁਹਾਨੂੰ ਬਿਜਲੀ ਪਾਣੀ ਮੁਫਤ ਮਿਲੇਗਾ। ਔਰ ਮਜ਼ੇਦਾਰ ਗੱਲ ਇਹ ਹੈ ਕਿ ਕਿਸਾਨ ਜਿਹੜਾ ਮੁਕਾਬਲਤਨ, ਮੈਂ ਇਹ ਨਹੀਂ ਕਹਿੰਦਾ ਬਹੁਤ ਚੰਗੀ ਹਾਲਤ ਹੈ, ਪਰ ਮੈਂ ਬਿਲਕੁਲ ਕਹਾਂਗਾ ਆਰਥਿਕ ਪੱਧਰ ਦੇ ਉੱਤੇ ਜੇ ਦੇਖਣਾ ਹੋਵੇ, ਕਿਸਾਨ ਜਿਹਦੀ ਹਾਲਤ ਮਜ਼ਦੂਰ ਦੇ ਮੁਕਾਬਲੇ, ਦਲਿਤ ਦੇ ਮੁਕਾਬਲੇ ਬਹੁਤ ਚੰਗੀ ਹੈ, ਉਹਨੂੰ ਤਾਂ ਪੂਰੀ ਦੀ ਪੂਰੀ ਬਿਜਲੀ ਫ੍ਰੀ ਦਿੱਤੀ ਜਾਏਗੀ, ਪਾਣੀ ਫ੍ਰੀ ਦਿੱਤਾ ਜਾਏਗਾ, ਪਰ ਜਿਹੜਾ ਦਲਿਤ ਹੈ ਉਹਦੇ ਲਈ 200 ਯੂਨਿਟ ਦੀ ਨਾਲ ਸ਼ਰਤ ਲਾ ਦਿੱਤੀ ਜਾਏਗੀ। ਔਰ ਅੱਜ ਦੀ ਤਰੀਕ ਦੇ ਵਿੱਚ 200 ਯੂਨਿਟ ਬਿਜਲੀ ਤੋਂ ਬਾਅਦ ਜਿਹੜਾ ਬਿੱਲ ਦੇਣਾ ਪਏਗਾ, ਉਸ ਬਿੱਲ ਦੀ ਗੱਲ ਬਿਲਕੁਲ ਨਹੀਂ ਛੇੜੀ ਜਾਏਗੀ। ਹਾਲਾਂਕਿ ਚਾਹੀਦਾ ਇਹ ਹੈ ਕਿ ਜੇ ਤੁਸੀਂ ਬਹੁਤ ਜ਼ਿਆਦਾ ਕਿਸਾਨੀ ਦੇ ਹਿੱਤੂ ਆ ਤਾਂ ਪੰਜਾਬ ਦੇ ਵਿੱਚ ਤੁਹਾਨੂੰ ਦਲਿਤ ਭਾਈਚਾਰੇ ਨੂੰ ਵੀ ਉਹੀ ਸਹੂਲਤਾਂ ਦੇਣੀਆਂ ਚਾਹੀਦੀਆਂ। ਪਰ ਮੈਂ ਸਿਧਾਂਤਕ ਤੌਰ ਤੇ ਇਸ ਗੱਲ ਦੇ ਹੱਕ ਦੇ ਵਿੱਚ ਹਾਂ ਕਿ ਇਸ ਤਰ੍ਹਾਂ ਦੀ ਚੀਪ ਪੋਲਿਟਿਕਸ ਹੋਣੀ ਹੀ ਨਹੀਂ ਚਾਹੀਦੀ। ਕਿਸੇ ਵੀ ਕਿਸਮ ਦੀਆਂ ਸਹੂਲਤਾਂ ਦਿੱਤੇ ਜਾਣ ਦੀ ਜ਼ਰੂਰਤ ਨਹੀਂ, ਬਲਕਿ ਜ਼ਰੂਰਤ ਇਸ ਗੱਲ ਦੀ ਹੈ ਕਿ ਲੋਕ ਬਾਰੁਜ਼ਗਾਰ ਹੋਣ, ਲੋਕਾਂ ਦੀ ਕਮਾਈ ਦੇ ਸਾਧਨ ਵਧਾਏ ਜਾਣ, ਲੋਕਾਂ ਦੀ ਖਰੀਦ ਸ਼ਕਤੀ ਵਧਾਈ ਜਾਵੇ, ਲੋਕ ਆਪਣੇ ਸਾਧਨਾਂ ਦੇ ਨਾਲ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਦੇ ਨਾਲ ਡਿਜ਼ਾਈਨ ਕਰ ਸਕਦੇ ਹੋਣ। ਉਹ ਕੰਮ ਜ਼ਿਆਦਾ ਜ਼ਰੂਰੀ ਹੈ। ਪਰ ਸਾਡੀਆਂ ਸਰਕਾਰਾਂ, ਕਿਉਂਕਿ ਅਸੀਂ ਸਿਆਸੀ ਚੇਤਨਾ ਦਾ ਲੈਵਲ ਪਹਿਲਾਂ ਨਾਲੋਂ ਹੋਰ ਨੀਵਾਂ ਕਰਕੇ ਲੋਕਾਂ ਨੂੰ ਦਾ ਸਮਰਥਨ ਲੈਣਾ ਚਾਹੁੰਦੇ ਆ, ਇਸ ਕਰਕੇ ਇਸ ਕਿਸਮ ਦੀਆਂ ਸਕੀਮਾਂ ਲੋਕਾਂ ਦੇ ਖਾਤੇ ਦੇ ਵਿੱਚ ਪਾਈਆਂ ਜਾਂਦੀਆਂ ਔਰ ਫਿਰ ਇਸ ਗੱਲ ਦੀ ਵਡਿਆਈ ਹਾਸਲ ਕੀਤੀ ਜਾਂਦੀ। ਬਿਲਕੁਲ ਉਸੇ ਤਰ੍ਹਾਂ ਜਿਵੇਂ ਧਾਰਮਿਕ ਚੀਜ਼ਾਂ ਨੂੰ ਵਰਤਿਆ ਜਾਂਦਾ, ਜਿਵੇਂ ਡੇਰਿਆਂ ਨੂੰ ਵਰਤਿਆ ਜਾਂਦਾ, ਲਗਭਗ ਇਹ ਵੀ ਉਸੇ ਤਰ੍ਹਾਂ ਦਾ ਇਮੋਸ਼ਨਲ ਇਸਤੇਮਾਲ ਹੈ। ਇਹਨੂੰ ਇਹ ਵੀ ਕਹਿਣਾ ਚਾਹੀਦਾ ਕਿ ਇਹ ਇੱਕ ਤਰ੍ਹਾਂ ਦਾ ਇਮੋਸ਼ਨਲ ਅਤਿਆਚਾਰ ਵੀ ਆ ਲੋਕਾਂ ਦੇ ਉੱਤੇ, ਜਿਨ੍ਹਾਂ ਦੀ ਚੇਤਨਾ ਨੂੰ ਤੁਸੀਂ ਇੱਕ ਤਰ੍ਹਾਂ ਨਾਲ ਰੋਕ ਦੇਣਾ ਚਾਹੁੰਦੇ ਹੋ। ਜਿਸ ਲੈਵਲ ਤੇ ਜਾ ਚੁੱਕੀ ਇਮੋਸ਼ਨਲ ਅਤਿਆਚਾਰ, ਉਹਨੂੰ ਉਸ ਤੋਂ ਅਗਾਂਹ ਨਹੀਂ ਬਦਲ ਦੇਣਾ ਚਾਹੁੰਦਾ। ਤੇ ਜੋ ਸਬਦੀਪ ਜੀ ਤੁਸੀਂ ਮੁੱਦਾ ਚੱਕਿਆ, ਬੜਾ ਵਧੀਆ ਮੁੱਦਾ ਚੱਕਿਆ ਵਾ। ਥੋੜੇ ਦਿਨਾਂ ਪਹਿਲਾਂ ਹੀ ਸਰਕਾਰ ਨੇ ਬਿਜਲੀ ਦੀਆਂ ਦਰਾਂ ਵਿੱਚ ਖਾਸ ਕਰਕੇ ਸਮਾਲ ਸਕੇਲ ਇੰਡਸਟਰੀ ਵਾਸਤੇ ਉਹਦੀਆਂ ਰੇਟ ਟੈਰਿਫ ਘਟਾ ਕੇ 4.9 ਲਗਭਗ 5 ਰੁਪਏ ਪਰ ਯੂਨਿਟ ਕਰਤੇ ਆ। ਨਾਲ ਹੀ ਦਲਿਤ ਪਰਿਵਾਰ ਨੂੰ 200 ਯੂਨਿਟ ਫ੍ਰੀ ਦੇਣ ਦੀ ਗੱਲ ਕੀਤੀ ਆ। ਐਜ਼ ਲੌਂਗ ਐਜ਼ ਤੁਹਾਡੇ ਕੋਲ ਦਲਿਤ ਸਰਟੀਫਿਕੇਟ ਆ ਤੇ ਤੁਹਾਨੂੰ ਸ਼ਾਇਦ ਕੋਰਟ ਤੋਂ ਜਾਂ ਮੈਨੂੰ ਐਗਜ਼ੈਕਟਲੀ ਪ੍ਰੋਸੈਸ ਨਹੀਂ ਪਤਾ, ਪਰ ਸ਼ਾਇਦ ਤੁਹਾਨੂੰ ਕਿ ਆਫਿਸ ਤੋਂ ਇੱਕ ਨੋਟਿਸ ਜਾਰੀ ਕਰਾਉਣਾ ਪੈਂਦਾ ਵਾ। ਉਸ ਤੋਂ ਬਾਅਦ 200 ਯੂਨਿਟ ਤੁਹਾਨੂੰ ਫ੍ਰੀ ਦਿੱਤੀਆਂ ਜਾਂਦੀਆਂ ਨੇ। ਸਾਰਾ ਕੁਝ ਇਲੈਕਸ਼ਨਾਂ ਤੋਂ ਥੋੜੇ ਮਹੀਨੇ ਪਹਿਲਾਂ ਹੀ ਹੋ ਰਿਹਾ ਵਾ ਤੇ ਸ਼ਾਇਦ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਵੋਟਰਸ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਸਾਰਾ ਕੁਝ ਸਿਰਫ ਵੋਟਾਂ ਲੈਣ ਵਾਸਤੇ ਹੋ ਰਿਹਾ ਵਾ ਤੇ ਸ਼ਾਇਦ ਅਗਲੀ ਆਉਣ ਵਾਲੀ ਸਰਕਾਰ ਇਹਨਾਂ ਪਾਲਿਸੀ ਵਿੱਚ ਚੇਂਜਸ ਕਰੇ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੀ ਹੋਵੇ। ਹਰਪ੍ਰੀਤ ਜੀ, ਇੱਥੇ ਮੈਂ ਥੋੜਾ ਜਿਹਾ ਤੁਹਾਡੇ ਤੋਂ ਡਿਸਐਗਰੀ ਕਰਦਾ। ਜਦੋਂ ਵੀ ਚਾਹੇ ਵੋਟਾਂ ਤੋਂ ਪਹਿਲੇ ਏਦਾਂ ਦਾ ਕੁਝ ਹੁੰਦਾ,
ਚੇਂਜ ਇਦਾਂ ਦੀ ਚੀਜ਼ ਐਪਲੀਕੇਬਲ ਕਰਨੀ ਫ੍ਰੀ ਵਾਲੀ ਚੀਜ਼ ਬਹੁਤ ਸੌਖੀ ਹੁੰਦੀ ਹੈ। ਵੋਟ ਆਉਣ ਤੋਂ ਪਹਿਲੇ ਹਰ ਸਰਕਾਰ ਕਰ ਲੈਂਦੀ ਹੈ, ਪਰ ਬੈਕਆਊਟ ਕਰਨਾ ਚਾਹੇ ਜਿਹੜੀ ਮਰਜ਼ੀ ਸਰਕਾਰ ਆ ਜਾਵੇ, ਚਾਹੇ ਪੈਸਾ ਸਰਕਾਰ ਕੋਲ ਹੋਵੇ ਚਾਹੇ ਨਾ ਹੋਵੇ, ਬੈਕਆਊਟ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ। ਇਹ ਗੱਲ ਉਹੀ ਹੋ ਜਾਂਦੀ ਹੈ, ਸੱਪ ਦੇ ਮੂੰਹ ਕੋੜ ਕਿੱਲੀ ਖਾਵੇ ਤੇ ਕੌੜੀ ਛੱਡੇ ਤੇ ਅੰਨਾ ਵਾਲਾ ਹਿਸਾਬ ਹੋ ਜਾਂਦਾ ਹੈ, ਕਿਉਂਕਿ ਬੈਕਆਊਟ ਕਰ ਹੀ ਨਹੀਂ ਸਕਦੀ। ਅੱਜ ਦੀ ਡੇਟ ਵਿੱਚ ਬਾਦਲ ਸਾਹਿਬ ਜੋ ਮਰਜ਼ੀ ਐਲਾਨ ਕਰ ਲੈਣ, ਚਾਹੇ ਕੱਲ ਨੂੰ ਬਾਦਲ ਸਾਹਿਬ ਦੀ ਸਰਕਾਰ ਆਵੇ, ਚਾਹੇ ਕੈਪਟਨ ਅਮਰਿੰਦਰ ਸਿੰਘ ਦੀ ਆਵੇ, ਚਾਹੇ ਆਮ ਆਦਮੀ ਪਾਰਟੀ ਦੀ ਆਵੇ, ਇਹ ਚੀਜ਼ਾਂ ਵਾਪਸ ਕੀਤੀਆਂ ਨਹੀਂ ਜਾ ਸਕਦੀਆਂ। ਜਿਸ ਦਿਨ ਵਾਪਸ ਕਰਨਗੇ ਉਸ ਦਿਨ ਸਰਕਾਰ ਦੇ ਖਿਲਾਫ ਇੱਕ ਹਵਾ, ਇੱਕ ਵੇਵ ਬਣ ਜਾਏਗੀ। ਇਹੀ ਸੇਮ ਸੈਂਟਰਲ ਗਵਰਨਮੈਂਟ ਵਿੱਚ ਹੁੰਦਾ, ਇਹੀ ਸੇਮ ਸਾਰਾ ਕੁਝ ਸਟੇਟ ਗਵਰਨਮੈਂਟ ਵਿੱਚ ਹੁੰਦਾ, ਜਦ ਕਿ ਇਹ ਕੋਈ ਬਹੁਤਾ ਵਧੀਆ ਸਿਗਨਲ ਮੇਰੇ ਹਿਸਾਬ ਸੇ ਨਹੀਂ ਲੱਗਦਾ। ਸੁਖਬੀਰ ਜੀ ਨੇ ਬਿਲਕੁਲ ਸਹੀ ਤੇ ਸਪਸ਼ਟ ਗੱਲ ਕੀਤੀ ਹੈਗੀ ਹੈ ਕਿ ਇੰਪਲੋਇਮੈਂਟ ਵੱਧ ਤੋਂ ਵੱਧ ਬਣਾਉਣ, ਲੋਕਾਂ ਨੂੰ ਰੋਜ਼ਗਾਰ ਦੇ ਸਾਧਨ ਵੱਧ ਤੋਂ ਵੱਧ ਦੇਣ। ਇਹ ਜਿਹੜਾ ਹੁਣ ਪੈਂਚਰ ਕਿੱਟਾਂ ਜਾਂ ਰਿਕਸ਼ਾ ਜਾਂ ਠੇਲੇ ਹੁਣ ਦੇਣੇ ਸ਼ੁਰੂ ਕੀਤੇ ਆ, ਇਹ ਸੈਲਫ ਹੈਲਪ ਗਰੁੱਪ ਇੱਥੇ ਚੱਲਦੇ ਆ। RBI ਨੇ ਬਹੁਤ ਡੰਡਾ ਦਿੱਤਾ ਹੋਇਆ ਵਾ ਬੈਂਕਾਂ ਨੂੰ ਸੈਲਫ ਹੈਲਪ ਗਰੁੱਪ ਦਾ, ਹਰ ਨਬਾਰਡ ਨੂੰ ਵੀ ਡੰਡਾ ਦਿੱਤਾ ਹੋਇਆ ਵਾ। ਸੈਲਫ ਹੈਲਪ ਗਰੁੱਪ ਸਕੀਮ ਪੰਜਾਬ ਸਰਕਾਰ ਨੇ ਸ਼ੁਰੂ ਤਾਂ ਕੀਤੀ ਹੋਈ ਹੈ, ਪਰ ਉਸ ਲੈਵਲ ਤੇ ਨਹੀਂ ਸ਼ੁਰੂ ਕੀਤੀ, ਉਸ ਲੈਵਲ ਤੇ ਸ਼ੁਰੂ ਕਰਨੀ ਚਾਹੀਦੀ ਸੀ। ਸਕਿੱਲ ਟ੍ਰੇਨਿੰਗ ਸੈਂਟਰ ਪੰਜਾਬ ਸਰਕਾਰ ਨੂੰ ਬਣਾਉਣੇ ਚਾਹੀਦੇ ਸੀਗੇ। ਸਿਰਫ ਹੁਣ ਇਲੈਕਸ਼ਨਾਂ ਤੋਂ ਆਉਣ ਤੋਂ ਬਿਲਕੁਲ ਪਹਿਲੇ 2-3-4 ਮਹੀਨੇ ਪਹਿਲੇ ਤੁਸੀਂ ਨੌਕਰੀਆਂ ਵੀ ਪੱਕੀਆਂ ਕਰਦੇ ਪਏ ਹੋ ਲੋਕਾਂ ਨੂੰ, ਤੁਸੀਂ ਸਮਾਨ ਵੀ ਵੰਡਦੇ ਪਏ ਹੋ, ਤੁਸੀਂ ਆਟਾ ਦਾਲ ਸਕੀਮ ਵੀ ਸ਼ੁਰੂ ਕਰ ਦਿੱਤੀ ਹੈ, ਤੁਸੀਂ ਬਿਜਲੀ ਦੇ ਬਿੱਲ ਘਟਾ ਦਿੱਤੇ ਹੈਗੇ ਆ, ਤੁਸੀਂ ਸੜਕਾਂ ਦਬਾ ਕੇ ਬਣਾਉਂਦੇ ਪਏ ਹੋ, ਤੁਸੀਂ ਪ੍ਰੋਜੈਕਟਾਂ ਦੇ ਅਨਾਉਂਸਮੈਂਟ ਦਬਾ ਕੇ ਕਰਦੇ ਪਏ ਹੋ। ਇਹੀ ਸ਼ਾਇਦ ਜੇ ਬਾਦਲ ਸਾਹਿਬ ਨੇ ਜਾਂ ਸ਼੍ਰੋਮਣੀ ਅਕਾਲੀ ਦਲ BJP ਦੀ ਸਰਕਾਰ ਨੇ 5 ਜਾਂ 10 ਸਾਲ ਪਹਿਲੇ ਤੋਂ ਹੀ ਇਹ ਸਾਰਾ ਕੁਝ ਹੌਲੀ-ਹੌਲੀ ਕਰਦੇ ਤੇ ਸ਼ਾਇਦ ਅੱਜ ਵੋਟਾਂ ਦੀ ਜਾਂ ਓਪੀਨੀਅਨ ਪੋਲ ਦੀ ਸਥਿਤੀ ਹੋਰ ਕੁਝ ਹੁੰਦੀ। ਬਿਲਕੁਲ ਹਰਪ੍ਰੀਤ ਜੀ, ਬਿਲਕੁਲ ਦੇਖੋ ਵੋਟਾਂ ਦੇ ਨੇੜੇ ਆ ਕੇ ਜਦੋਂ ਅਸੀਂ ਏਦਾਂ ਦੀਆਂ ਚੀਜ਼ਾਂ ਇੰਪਲੀਮੈਂਟ ਕਰਦੇ ਆ ਤਾਂ ਉਹ ਕਲੀਅਰਲੀ ਇਹੀ ਸਿਗਨਲ ਦਿੰਦੀਆਂ ਕਿ ਅਸੀਂ ਵੋਟਰਸ ਨੂੰ ਭਰਮਾਉਣ ਲਈ ਇਹ ਚੀਜ਼ ਕਰ ਰਹੇ ਆ। ਚਾਹੇ ਉਹ ਪੈਂਚਰ ਕਿੱਟਾਂ ਦੇ ਰੂਪ ਦੇ ਵਿੱਚੋਂ, ਚਾਹੇ ਹੋਰ ਵੀ ਉਹਨਾਂ ਨੇ ਕਾਫੀ ਪਿੱਛੇ ਜੇ ਮੋਹਾਲੀ ਦੇ ਪਿੰਡਾਂ ਦੇ ਵਿੱਚ ਵੀ ਉਹ ਹੈਲਥ ਕਿਟਸ ਵਗੈਰਾ ਵੰਡੀਆਂ ਸੀਗੀਆਂ। ਸਾਰਾ ਕੁਝ ਵੋਟਾਂ ਨੂੰ ਸੈਂਟਰਿਕ ਰੱਖ ਕੇ ਕੀਤਾ ਜਾ ਰਿਹਾ ਹੈ। ਲੇਕਿਨ ਜਿਵੇਂ ਦਿਲਰਾਜ ਜੀ ਕਹਿ ਰਹੇ ਨੇ ਕਿ ਇਸ ਚੀਜ਼ ਨੂੰ ਇੰਪਲੀਮੈਂਟ ਕਰਨ ਤੋਂ ਬਾਅਦ ਬੈਕਆਊਟ ਕਰਨਾ ਬਹੁਤ ਔਖਾ ਹੁੰਦਾ ਹੈ, ਨੋ ਡਾਊਟ ਬਹੁਤ ਔਖਾ ਹੁੰਦਾ ਹੈ। ਲੇਕਿਨ ਜਿਹੜੀ ਮੌਜੂਦਾ ਸਰਕਾਰ ਉਸ ਟਾਈਮ ਹੋਏਗੀ ਉਹ ਇਸ ਚੀਜ਼ ਨੂੰ ਜ਼ਰੂਰ ਐਨਾਲਾਈਜ਼ ਕਰਦੀ ਹੈ ਕਿ ਇਹ ਕਿੰਨਾ ਕੁ ਬੋਝ ਸਾਡੇ ਬਜਟ ਦੇ ਉੱਪਰ ਪਾ ਰਿਹਾ ਹੈ ਔਰ ਕੀ ਅਸੀਂ ਇਸ ਨੂੰ ਬੈਕਆਊਟ ਕਰਨਾ ਜਾਂ ਨਹੀਂ ਕਰਨਾ। ਪਰ ਬਿਲਕੁਲ ਸਹੀ ਗੱਲ ਹੈ, ਜੇ ਉਹ ਉਸ ਚੀਜ਼ ਨੂੰ ਬੈਕਆਊਟ ਕਰਕੇ ਦੁਬਾਰਾ ਪੁਰਾਣੇ ਪੈਟਰਨ ਤੇ ਲੈ ਕੇ ਆਂਦੀ ਹੈ, 200 ਯੂਨਿਟ ਬਿਜਲੀ ਦਲਿਤਾਂ ਨੂੰ ਫ੍ਰੀ ਦਿੱਤੀ ਜਾਂਦੀ ਹੈ, 200 ਤੋਂ ਅਗਰ 150 ਤੇ ਵੀ ਆ ਜਾਂਦੇ ਹੈ ਤਾਂ ਉਸ ਚੀਜ਼ ਦੀ ਆਪੋਜੀਸ਼ਨ ਜਿਹੜੀ ਉਹ ਬਹੁਤ ਹੁੰਦੀ ਹੈ, ਕਿਉਂਕਿ ਬੈਕਆਊਟ ਕਰਨ ਦੇ ਨਾਲ ਤੁਹਾਡਾ ਨੈਗੇਟਿਵ ਇੰਪੈਕਟ ਸਾਹਮਣੇ ਆ ਜਾਂਦਾ ਹੈ। ਅੱਜ ਇਹ ਚੀਜ਼ਾਂ ਅਸੀਂ ਪਿਛਲੀ ਹੋਰ ਡਿਬੇਟਸ ਦੇ ਵਿੱਚ ਵੀ ਜਿਹੜੀਆਂ ਲੰਘ ਚੁੱਕੀਆਂ ਉਹਨਾਂ ਦੇ ਵਿੱਚ ਵੀ ਕਹਿੰਦੇ ਸੀ ਕਿ ਹਜੇ 3 ਮਹੀਨੇ ਪਏ ਹੈ, ਬਾਦਲ ਸਾਹਿਬ ਕੋਲ ਪਤਾ ਨਹੀਂ ਕੀ ਪਟਾਰਾ ਹੈ ਜਿਹੜਾ ਉਹ ਖੋਲਣਗੇ ਔਰ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਨਗੇ। ਇਹ ਰਾਈਟ ਟਾਈਮ ਸੀ ਬਾਦਲ ਸਾਹਿਬ ਨੂੰ ਲੱਗਿਆ, ਹੁਣ ਜਿਹੜਾ ਉਹ ਪਟਾਰਾ ਖੁੱਲ ਗਿਆ, ਉਹਨਾਂ ਨੇ ਨੌਕਰੀਆਂ ਵੀ ਪੱਕੀਆਂ ਕਰਨ ਦੀ ਗੱਲ ਕਰਤੀ ਹੈ। 1-2 ਦਿਨਾਂ ਦੇ ਵਿੱਚ ਸ਼ਾਇਦ ਹੋਰ ਵੀ ਇਦਾਂ ਦੀਆਂ ਅਨਾਉਂਸਮੈਂਟਸ ਆਉਣਗੀਆਂ ਜਿਹਦੇ ਚ ਉਹਨਾਂ ਨੂੰ ਲੱਗੇਗਾ ਕਿ ਵੋਟਰ ਹੈ ਜਿਹੜੇ ਉਹ ਉਹਨਾਂ ਵੱਲ ਇਨਕਲਾਈਨ ਹੋ ਜਾਣਗੇ। ਲੇਕਿਨ ਮੇਰੇ ਹਿਸਾਬ ਨਾਲ ਵੋਟਰ ਇੰਨਾ ਸਿਆਣਾ ਹੈ ਕਿ ਉਹ ਕਿੱਟਾਂ ਵੀ ਲੈ ਲੈਂਦਾ ਹੈ ਔਰ ਲੋਕਾਂ ਨੂੰ ਔਰ ਪਾਰਟੀਆਂ ਨੂੰ ਐਨਾਲਾਈਜ਼ ਵੀ ਕਰਦਾ ਹੈ ਕਿ ਕਿਹੜਾ ਸਾਡੇ ਫਿਊਚਰ ਦੇ ਵਿੱਚ ਸਾਨੂੰ ਸਵਾਰੇਗਾ, ਕਿਹੜਾ ਪੰਜਾਬ ਦਾ ਜਿਹੜਾ ਭਵਿੱਖ ਹੈ ਉਹਨੂੰ ਠੀਕ ਕਰੇਗਾ। ਸੋ ਕਿਤੇ ਨਾ ਕਿਤੇ ਪਟਾਰੇ ਦਾ ਬੈਨੀਫਿਟ ਵੀ ਲੋਕਾਂ ਨੇ ਲੈ ਲੈਣਾ ਔਰ ਲੋਕਾਂ ਨੇ ਆਉਣ ਵਾਲੀ ਸਰਕਾਰ ਨੂੰ ਐਨਾਲਾਈਜ਼ ਕਰਕੇ ਹੀ ਸੱਤਾ ਦੇਣੀ ਹੈ ਤਾਂ ਕਿ ਅੱਗੇ ਵਾਲਾ ਜਿਹੜਾ ਭਵਿੱਖ ਹੈ ਉਹ ਥੋੜਾ ਜਿਹਾ ਸਿਕਿਉਰ ਹੋ ਸਕੇ। ਹੋਏਗਾ ਨਹੀਂ ਹੋਏਗਾ ਇਹ ਤਾਂ ਫਿਊਚਰ ਦੱਸੇਗਾ, ਲੇਕਿਨ ਅਸੀਂ ਇੱਕ ਵਾਰ ਜ਼ਰੂਰ ਕਰ ਸਕਦੇ ਹਾਂ। ਪਹਿਲੇ CP ਸਿੰਘ ਜੀ ਤੁਸੀਂ ਕਹਿ ਕੇ ਹਟੇ ਸੀਗੇ ਕਿ ਉਹ ਜਿਹੜੇ 45,000 ਪਰਿਵਾਰ ਹੈ ਉਹ ਕਿਤੇ ਨਾ ਕਿਤੇ ਬਾਦਲ ਸਾਹਿਬ ਨੂੰ ਵੋਟਾਂ ਪਾਣਗੇ। ਹੁਣ ਤੁਸੀਂ ਕਹਿੰਦੇ ਹੋ ਕਿ ਮੈਂ ਪਿੱਛੇ ਨਹੀਂ ਆ ਰਿਹਾ, ਨਹੀਂ ਪਿੱਛੇ ਨਹੀਂ, ਮੈਂ ਕਿਤੇ ਨਾ ਕਿਤੇ ਕੰਟਰਾਡਿਕਟਡ ਹੈ। ਦਿਲਰਾਜ ਜੀ, ਮੈਂ ਨੌਕਰੀਆਂ ਦੀ ਗੱਲ ਨਹੀਂ ਕਰ ਰਿਹਾ, ਉਹ ਸਰਕਾਰੀ ਨੌਕਰੀਆਂ ਤੇ ਬੈਕਆਊਟ ਕਰਨਾ ਛੋਟੀ ਗੱਲ ਨਹੀਂ ਹੁੰਦੀ। ਮੈਂ ਛੋਟੇ ਕਿੱਟਾਂ ਦੀ ਗੱਲ ਕਰ ਰਿਹਾ ਜਿਹੜੇ ਦਲਿਤ ਪਰਿਵਾਰਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤਾ ਜਾ ਰਿਹਾ ਹੈ, ਮੈਂ ਉਸ ਚੀਜ਼ ਦੀ ਗੱਲ ਕਰ ਰਿਹਾ। ਚੋਣ ਜੁਮਲਾ ਤਾਂ ਹੈ ਹੀ ਹੈ। ਦੇਖੋ ਇਹਦੇ ਵਿੱਚ ਇਸ ਤਰ੍ਹਾਂ ਹਰਪ੍ਰੀਤ ਜੀ, ਅਜੀਤ ਜੀ ਮੈਂ ਇੱਕ ਵਾਰੀ ਰੁਕਣਾ ਚਾਹੂੰਗਾ, ਇੱਕ ਕਾਲਰ ਮੇਰੇ ਨਾਲ ਜੁੜ ਚੁੱਕੇ ਨੇ। ਅਜੀਤ ਜੀ ਆਜ਼ਾਦ ਹੋਇਆ ਨਾ, ਅਜੀਤ ਜੀ ਇੱਕ ਵਾਰੀ ਰੁਕਣਾ ਚਾਹੂੰਗਾ ਤੁਹਾਨੂੰ, ਇੱਕ ਕਾਲਰ ਮੇਰੇ ਨਾਲ ਜੁੜ ਚੁੱਕੇ ਨੇ, ਲਾਸਟ 4 ਨੰਬਰ ਨੇ 8408। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਣਾ ਨਾਮ ਜ਼ਰੂਰ ਦੱਸਿਓ ਭਾਈ ਸਾਹਿਬ। ਹੈਲੋ ਜੀ। ਹਾਂਜੀ, ਮੇਰਾ ਨਾਮ ਹਰਪਾਲ ਹੈ ਜੀ। ਮੈਂ ਇੰਨਾ ਹੀ ਕਹਿਣਾ ਚਾਹੁੰਦਾ ਕਿ
ਇਹ ਸਾਡੇ ਲੋਕਾਂ ਦੀ ਪੰਜਾਬ ਤੇ ਇੰਡੀਆ ਦੇ ਵਿੱਚ ਲੋਕਾਂ ਦੀ ਬੇਇੱਜ਼ਤੀ ਹੈ ਵਰਲਡ ਵਾਈਡ ਹੀ ਸਮਝ ਲਓ ਇਹ ਫ੍ਰੀ ਚੱਲ ਰਿਹਾ ਜੀ ਇਹ ਸਾਰਾ ਜਦੋਂ ਆਪਾਂ ਨੂੰ ਕੁਝ ਫ੍ਰੀ ਹੋਵੇ ਇਹ ਫ੍ਰੀ ਮਿਲਦਾ ਚਾਹੇ ਸਬਸਿਡੀ ਮਿਲਦੀਆਂ ਅਸੀਂ ਉਹਨਾਂ ਨੂੰ ਵੋਟ ਪਾਉਂਦੇ ਹਾਂ ਤੇ ਸਾਰੇ ਪੋਲੀਟੀਸ਼ੀਅਨ ਜਿਹੜਾ ਮਰਜ਼ੀ ਪਾਰਟੀ ਹੋਵੇ ਚਾਹੇ ਆਮ ਆਦਮੀ ਹੋਵੇ ਚਾਹੇ ਅਕਾਲੀ ਦਲ ਉਹ ਸਾਰੇ ਉਸ ਚੀਜ਼ ਨੂੰ ਇਨਕੈਸ਼ ਹੀ ਕਰਦੇ ਆ ਲੋਕਾਂ ਦੀ ਇਹ ਜਿਹੜੀ ਮੈਂਟੈਲਿਟੀ ਹੈਗੀ ਉਹਨੂੰ ਇਨਕੈਸ਼ ਕਰਦੇ ਆ ਤੁਸੀਂ ਹੁਣ ਪੰਜਾਬ ਦੀ ਗੱਲ ਕਰਦੇ ਆ ਯੂਪੀ ਦੇ ਵਿੱਚ ਉਹਨਾਂ ਨੇ ਲੈਪਟਾਪ ਟੈਬਲੇਟ ਦੇਣ ਦਾ ਵਾਅਦਾ ਕੀਤਾ ਸੀ ਮਦਰਾਸ ਦੇ ਵਿੱਚ ਆਪਣੇ ਤਮਿਲਨਾਡੂ ਇਲੈਕਸ਼ਨਾਂ ਦੇ ਵਿੱਚ ਉਹ ਇੱਕ ਪੋਲੀਟੀਸ਼ੀਅਨ ਦਾ ਇੱਕ ਨੈਨੋ ਕਾਰ ਦੇਣ ਤੱਕ ਦਾ ਵਾਅਦਾ ਕਰ ਦਿੱਤਾ ਸੀ ਜੈਲਲਿਤਾ ਨੇ ਟੀਵੀ ਦੇਣ ਦਾ ਵਾਅਦਾ ਕਰ ਦਿੱਤਾ ਸੀ ਤਾਂ ਇਹ ਤਾਂ ਲੋਕਾਂ ਦੀ ਮੈਂਟੈਲਿਟੀ ਜਾਂ ਲੋਕਾਂ ਦੀ ਫ੍ਰੀ ਲੈਣ ਦੀ ਇੱਛਾ ਨੂੰ ਹੀ ਇਨਕੈਸ਼ ਕਰਦੀਆਂ ਸਾਰੀਆਂ ਪੋਲੀਟੀਕਲ ਪਾਰਟੀ ਦਿੱਲੀ ਵਿੱਚ ਦੇਖ ਲਓ ਨਾ ਦਿੱਲੀ ਸਰਕਾਰ ਕੋਈ ਬਿਜਲੀ ਪ੍ਰੋਡਿਊਸ ਕਰਦੀ ਹੈ ਨਾ ਇਹਨਾਂ ਦਾ ਕੋਈ ਥਰਮਲ ਪਲਾਂਟ ਜਾਂ ਨਿਊਕਲੀਅਰ ਪਲਾਂਟ ਆ ਜਾਂ ਨਾ ਪਾਣੀ ਬਣਾਉਣ ਦੀ ਫੈਕਟਰੀ ਹੈਗੀ ਫਿਰ ਵੀ ਫ੍ਰੀ ਦੇਈ ਜਾਂਦੇ ਆ ਔਰ ਉਸ ਚੀਜ਼ ਨੂੰ ਉਹ ਪਬਲਿਸਾਈਜ਼ ਵੀ ਕਰਦੇ ਹੈਗੇ ਆ ਕੀ ਕੋਈ ਪੋਲੀਟੀਕਲ ਪਾਰਟੀ ਕਹਿ ਸਕਦੀ ਹੈ ਕਿ ਜੇ ਬਾਦਲ ਨੇ ਕਿਹਾ ਕਿ ਮੈਂ ਨੌਕਰੀਆਂ ਦੇਣੀਆਂ ਹੈਗੀਆਂ ਮੈਂ ਇੱਥੇ ਰੋਕ ਲਾ ਦੇਣੀ ਹੈਗੀ ਕਿਉਂਕਿ ਮੈਂ ਫਾਈਨੈਂਸ਼ੀਅਲੀ ਇਹ ਪੋਸੀਬਲ ਨਹੀਂ ਹੈਗਾ ਕੋਈ ਪੋਲੀਟੀਕਲ ਪਾਰਟੀ ਨਹੀਂ ਕਹੂਗੀ ਨਾ ਹੀ ਇਸ ਚੀਜ਼ ਦਾ ਵਿਰੋਧ ਕਰੇਗੀ ਕਿਉਂਕਿ ਉਹਨਾਂ ਨੂੰ ਪਤਾ ਇਹ ਨਿਭਾਉਣੇ ਵਾਅਦੇ ਹੈਗੇ ਆ ਤੇ ਇਹਨਾਂ ਕਰਕੇ ਹੀ ਇਲੈਕਸ਼ਨਾਂ ਜਿੱਤੀਆਂ ਜਾਂਦੀਆਂ ਹੁਣ ਮੈਂ ਦੂਰ ਕੀ ਜਾਣਾ ਪਿੱਛੇ ਜੇ ਇੱਕ ਪੋਲੀਟੀਕਲ ਪਾਰਟੀ ਲਾਸਟ ਟਾਈਮ ਤੁਸੀਂ ਦੇਖਿਆ ਹੋਣਾ ਮਨਪ੍ਰੀਤ ਬਾਦਲ ਨੇ ਨਾਲ ਆਪਣੇ ਭਗਵੰਤ ਮਾਨ ਸੀ ਸਬਸਿਡੀ ਦਾ ਕੀਤਾ ਸੀ ਤੇ ਭਗਵੰਤ ਮਾਨ ਉਹ ਸਭ ਤੋਂ ਉੱਤੇ ਉਹ ਰੌਲਾ ਪਾਉਂਦਾ ਸੀ ਸਬਸਿਡੀਆਂ ਦਾ ਕਰਕੇ ਪੰਜਾਬ ਬਰਬਾਦ ਹੋ ਗਿਆ ਸਬਸਿਡੀਆਂ ਕਰਕੇ ਪੰਜਾਬ ਬਰਬਾਦ ਹੋ ਗਿਆ ਅੱਜ ਉਹੀ ਭਗਵੰਤ ਮਾਨ ਦਿੱਲੀ ਦੇ ਵਿੱਚ ਸਬਸਿਡੀਆਂ ਨੂੰ ਪਬਲਿਸਾਈਜ਼ ਕਰ ਰਿਹਾ ਜੀ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਕਹਿ ਕੀ ਰਿਹਾ ਉਹ ਹੁਣ ਪੰਜਾਬ ਦੇ ਵਿੱਚ ਉਹ ਸਬਸਿਡੀਆਂ ਦੇਣ ਦੀ ਗੱਲ ਕਰ ਰਿਹਾ ਮਤਲਬ ਇਹਨਾਂ ਬੰਦਿਆਂ ਦਾ ਕੋਈ ਸਟੈਂਡਰਡ ਹੈ ਨਹੀਂਗਾ ਨਾ ਕੋਈ ਸਟੈਂਡ ਹੈਗਾ ਤੇ ਇਸ ਕਰਕੇ ਇਹ ਲੋਕੀ ਜੋ ਕਿ ਸੁਣਨਾ ਚਾਹੁੰਦੇ ਜਾਂ ਲੈਣਾ ਚਾਹੁੰਦੇ ਆ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਉਹੀ ਚੀਜ਼ਾਂ ਇਨਕੈਸ਼ ਕਰਨੀਆਂ ਪਹਿਲਾਂ ਤਾਂ ਲੋਕਾਂ ਨੂੰ ਆਪਣੀਆਂ ਜ਼ਰੂਰਤਾਂ ਜਾਂ ਆਪਣੀਆਂ ਡਿਮਾਂਡਸ ਨੂੰ ਡਿਫਾਈਨ ਕਰਨਾ ਪੈਣਾ ਤਾਂ ਹੀ ਉਹ ਪੋਲੀਟੀਕਲ ਪਾਰਟੀਆਂ ਸੁਧਰਨੀਆਂ ਨਹੀਂ ਤਾਂ ਏਦਾਂ ਹੀ ਹੁੰਦਾ ਰਹਿਣਾ ਤੇ ਏਦਾਂ ਹੀ ਹੁੰਦਾ ਰਹਿਣਾ ਜੀ ਥੈਂਕ ਯੂ ਸਰ ਤੁਸੀਂ ਬੜੀ ਵਧੀਆ ਗੱਲ ਕਹੀ ਪਰ ਸ਼ਾਇਦ ਸਾਨੂੰ ਵੀ ਸਵਾਲ ਪੁੱਛਣੇ ਚਾਹੀਦੇ ਆ ਕਿਉਂਕਿ ਜੇ ਅਸੀਂ ਸਵਾਲ ਨਹੀਂ ਪੁੱਛਾਂਗੇ ਤੇ ਸ਼ਾਇਦ ਕਦੀ ਚੇਂਜ ਹੀ ਨਹੀਂ ਹੋਣਗੇ ਸਾਡੀ ਚੈਨਲ ਦੀ ਜਾਂ ਫਿਰ ਸਾਡੀ ਆਪਣੀ ਜੋ ਇਹ ਪ੍ਰੋਬਲਮ ਹੈ ਇਹੀ ਪ੍ਰੋਬਲਮ ਆ ਕਿ ਜਦੋਂ ਅਸੀਂ ਇਹਨਾਂ ਕੋਲ ਵਾਅਦੇ ਸੁਣਦੇ ਆ ਅਸੀਂ ਸਵਾਲ ਪੁੱਛਦੇ ਆ ਜਦੋਂ ਅਸੀਂ ਸਵਾਲ ਪੁੱਛਦੇ ਆ ਤਾਂ ਉਸ ਪਾਰਟਿਕੂਲਰ ਪਾਰਟੀ ਦੇ ਜਿਹੜੇ ਸਪੋਰਟਰ ਆ ਉਹਨਾਂ ਨੂੰ ਕਿਤੇ ਨਾ ਕਿਤੇ ਅਸੀਂ ਬੁਰੇ ਲੱਗਦੇ ਆ ਜਾਂ ਉਹਨਾਂ ਨੂੰ ਲੱਗਦਾ ਕਿ ਸਾਡੀ ਪਾਰਟੀ ਨੂੰ ਇਹ ਕਿਉਂ ਸਵਾਲ ਪੁੱਛ ਰਹੇ ਨੇ ਪਰ ਮੈਂ ਕਾਲਰ ਜੀ ਦੀ ਗੱਲ ਨਾਲ ਬਿਲਕੁਲ ਐਗਰੀ ਕਰਦਾ ਵਾਂ ਸ਼ਾਇਦ ਇਹ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਇਹ ਪਤਾ ਵਾ ਕਿ ਰਾਜਨੀਤੀ ਜੇ ਤੁਸੀਂ ਕਰਨੀ ਆ ਤੇ ਵਾਅਦੇ ਕਰਨੇ ਪੈਣਗੇ ਚਾਹੇ ਲੈਪਟਾਪ ਦੇਣ ਦੀ ਗੱਲ ਕਰੋ ਚਾਹੇ ਫ੍ਰੀ ਨੈਨੋ ਕਾਰ ਦੇਣ ਦੀ ਗੱਲ ਕਰੋ ਕਿਤੇ ਨਾ ਕਿਤੇ ਤੁਸੀਂ ਵੋਟਰ ਨੂੰ ਲੁਭਾਉਣ ਵਾਸਤੇ ਕੁਛ ਨਾ ਕੁਛ ਕਹਿਣਾ ਪਊਗਾ ਇੱਕ ਮੈਨੂੰ ਵਾਕਿਆ ਯਾਦ ਆ ਰਿਹਾ ਜੈਲਲਿਤਾ ਨੇ ਇਲੈਕਸ਼ਨ ਤੋਂ ਪਹਿਲਾਂ ਬੈਗ ਵੰਡੇ ਸੀ ਬੱਚਿਆਂ ਵਾਸਤੇ ਸਕੂਲ ਦੇ ਬੈਗ ਤੇ ਥੋੜੇ ਦਿਨ ਬਾਅਦ ਹੀ ਇੱਕ ਆਰਟੀਕਲ ਛਪਿਆ ਸੀ ਜਿਹਦੇ ਵਿੱਚ ਕੀ ਫੋਟੋਆਂ ਸੀ ਅਫਰੀਕਨ ਕੰਟਰੀ ਮੈਨੂੰ ਅਫਰੀਕਨ ਕੰਟਰੀ ਦਾ ਨਾਮ ਯਾਦ ਨਹੀਂ ਹੈ ਉੱਥੇ ਉਹ ਬੈਗ ਸੇਲ ਤੇ ਲਾਏ ਗਏ ਸੀ ਤਮਿਲਨਾਡੂ ਤੋਂ ਕਿੱਦਾਂ ਉਹ ਬੈਗ ਉਸ ਅਫਰੀਕਨ ਕੰਟਰੀ 'ਚ ਗਏ ਇਹਦਾ ਸ਼ਾਇਦ ਜੈਲਲਿਤਾ ਨੂੰ ਵੀ ਅਜੇ ਤੱਕ ਪਤਾ ਨਹੀਂ ਲੱਗਿਆ ਗੋ ਹੈਡ ਅਜੀਤ ਜੀ ਦੇਖੋ ਹਰਪ੍ਰੀਤ ਜੀ ਜਿੱਥੋਂ ਗੱਲ ਕੀਤੀ ਸੀ ਆਪਣੇ ਕਾਲਰ ਨੇ ਮੇਰਾ ਖਿਆਲ ਹੈ ਤੁਹਾਨੂੰ ਵੀ ਯਾਦ ਹੋਏਗਾ ਆਪਾਂ ਨੇ ਇਸ ਵਿਸ਼ੇ ਤੇ ਗੱਲ ਵੀ ਕੀਤੀ ਸੀ ਜਦੋਂ ਸਰ ਮਨਪ੍ਰੀਤ ਸਿੰਘ ਨੇ ਕਾਂਗਰਸ ਜੁਆਇਨ ਕੀਤੀ ਹੈ ਕਿ ਮਨਪ੍ਰੀਤ ਸਿੰਘ ਨੇ ਤਾਂ ਅਕਾਲੀ ਦਲ ਛੱਡਿਆ ਹੀ ਇਸ ਗੱਲ 'ਚ ਸੀ ਕਿ ਸਬਸਿਡੀਆਂ ਕਿਉਂ ਨਹੀਂ ਬੰਦ ਕੀਤੀਆਂ ਜਾਂਦੀਆਂ ਤੇ ਹੁਣ ਉਹ ਜਿਹੜੀ ਸਬਸਿਡੀਆਂ ਦੀ ਸਭ ਤੋਂ ਵੱਡੀ ਚੈਂਪੀਅਨ ਪਾਰਟੀ ਹੈ ਹਿੰਦੁਸਤਾਨ ਦੀ ਉਹਦੇ ਵਿੱਚ ਆਪਣੇ ਵਿਚਾਰਾਂ ਨੂੰ ਕਿਵੇਂ ਅਸੀਮੀਲੇਟ ਕਰ ਪਾਉਣਗੇ ਕਿਵੇਂ ਸਮਾਉਣਗੇ ਉਹਦੇ ਵਿੱਚ ਪਰ ਤੁਸੀਂ ਦੇਖ ਲਓਗੇ ਕਿੰਨਾ ਸੌਖਾ ਉਹਦੇ ਵਿੱਚ ਉਹ ਸਮਾ ਗਏ ਨੇ ਸੋ ਇੱਥੋਂ ਪਤਾ ਲੱਗਦਾ ਸਾਨੂੰ ਆਪਣੀ ਜਿਹੜੀ ਜਿਹਨੂੰ ਕਹਿੰਦੇ ਕਰੇਜ ਆਫ ਕਨਵਿਕਸ਼ਨ ਜਾਂ ਆਪਣੇ ਵਿਚਾਰਧਾਰਾ ਨਾਲ ਆਪਾਂ ਕਿੰਨੇ ਕੁ ਪਰਪੱਕ ਨੇ ਪੋਲੀਟੀਸ਼ੀਅਨ ਸਾਰੇ ਹੀ ਸੋ ਇਹਦੇ ਵਿੱਚ ਇਹ ਰਾਜਨੀਤੀ ਚੱਲ ਰਹੀ ਹੈ ਬਹੁਤ ਦੇਰ ਤੋਂ ਔਰ 47 ਤੋਂ ਬਾਅਦ ਹੀ ਚੱਲ ਰਹੀ ਹੈ ਕਿ ਲੋਕਾਂ ਨੂੰ ਜਾਗਰੂਕ ਨਾ ਕਰੋ ਉਹਨਾਂ ਨੂੰ ਹੱਕਾਂ ਦਾ ਪਤਾ ਵੀ ਨਾ ਲੱਗੇ ਉਹਨਾਂ ਦੇ ਹੱਥ ਤੇ ਜਿਵੇਂ ਬਖਸ਼ੀਸ਼ ਵਾਂਗੂ ਰੱਖ ਦੋ ਕੋਈ ਚੀਜ਼ ਜੇ ਆਪਾਂ ਇਸ ਚੀਜ਼ ਨੂੰ ਇਹ ਕਹਿ ਲਈਏ ਅੰਗਰੇਜ਼ੀ ਵਿੱਚ ਇਹਨੂੰ ਆਪਾਂ ਪੋਲਿਟਿਕਸ ਆਫ ਡੋਲਸ ਕਹਿ ਸਕਦੇ ਆ ਪਰ ਜੇ ਆਪਾਂ ਸਿੱਧਾ ਪੰਜਾਬੀ ਚ ਕਹਿਣਾ ਹੋਵੇ ਤਾਂ ਇਹਨੂੰ ਬੜਾ ਸੌਖਾ ਪਤਾਸ਼ਾ ਰਾਜਨੀਤੀ ਕਿਹਾ ਜਾ ਸਕਦਾ ਹੈ ਕਿ ਮਿੱਠਾ ਪਤਾਸ਼ਾ ਮੂੰਹ ਚ ਪਾਓ ਤੇ ਵੋਟਾਂ ਲੈ ਲਓ ਉਹਨਾਂ ਨੂੰ ਇਹ ਨਾ ਦੱਸੋ ਕਿ ਤੁਹਾਡਾ ਹੱਕ ਕੀ ਹੈ
ਜਾਂ ਇਹ ਇਸ ਚੀਜ਼ ਦੇ ਯੋਗ ਬਣਾਓ ਕਿ ਆਪਣੇ ਪੈਰਾਂ ਤੇ ਖੜ ਸਕਣ। ਔਰ ਇਹ ਬਹੁਤ ਸਾਰੇ ਹਿੰਦੁਸਤਾਨ 'ਚ ਰਾਜਨੀਤੀ ਦਾ ਇੱਕ ਬਹੁਤ ਵੱਡਾ ਖੱਪਾ ਹੈ। ਔਰ ਜਿਹੜੀ ਕੋਈ ਪਾਰਟੀ ਭਰਨ ਨੂੰ ਤਿਆਰ ਨਹੀਂ ਹੈਗੀ, ਉਹ ਯੋਗ ਨਹੀਂ ਬਣਾਉਂਦੇ ਰੋਟੀ ਕਮਾਉਣ ਦੇ, ਉਹਦੇ ਹੱਥ ਤੇ ਰੋਟੀ ਰੱਖ ਕੇ ਉਹ ਤੋਂ ਵੋਟ ਲੈਣੀ ਚਾਹੁੰਦੇ ਨੇ। ਠੀਕ ਹੈ, ਪੈਸਾ ਮੁਲਕ ਦਾ ਹੀ ਹੈ, ਉਸ ਪੈਸੇ ਨੂੰ ਲੋਕਾਂ ਨੂੰ ਰੋਟੀ ਕਮਾਉਣ ਦੇ ਯੋਗ ਵੀ ਬਣਾਇਆ ਜਾ ਸਕਦਾ ਹੈ ਔਰ ਉਸ ਪੈਸੇ ਨੂੰ ਉਹਦੇ ਹੱਥ ਤੇ ਲੱਗ ਕੇ ਵੋਟ ਵੀ ਲਈ ਜਾ ਸਕਦੀ ਹੈ। ਪਰ ਇਸ ਪਤਾਸ਼ਾ ਰਾਜਨੀਤੀ ਦੇ ਵਿੱਚ ਇਸ ਖੇਡ 'ਚ ਸਭ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਇਹਨਾਂ ਦੇ ਮੂੰਹ 'ਚ ਮਿੱਠਾ ਪਤਾਸ਼ਾ ਪਾ ਕੇ ਉਹਨਾਂ ਤੋਂ ਵੋਟ ਕਿਵੇਂ ਲੈਣੀ ਹੈ। ਇਹ ਤਾਂ ਅਲਟੀਮੇਟਲੀ ਇਸ ਚੀਜ਼ ਸਾਰੀ ਦੋ ਚੀਜ਼ਾਂ ਹੋਣ ਦੀ ਸੰਭਾਵਨਾ ਹੈ ਕਿ ਇੱਕ ਤਾਂ ਜਿਹੜੀ ਇਕਨੋਮੀ ਹੈ, ਆਰਥਿਕਤਾ ਦੇ ਵਿੱਚ ਐਡਾ ਵੱਡਾ ਖੱਪਾ ਪੈਦਾ ਹੋ ਜਾਏਗਾ ਕਿ ਕੋਈ ਸਕੋਪ ਨਹੀਂ ਰਹੇਗਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਲੋਕਾਂ ਨੂੰ ਜਿਹੜੀਆਂ ਲੁਭਾਵਣੇ ਵਾਅਦਿਆਂ ਲੁਭਾਵਣੇ ਸਕੀਮਾਂ ਦੇ ਨਾਲ ਪੈਸਾ ਅਰੇਂਜ ਕੀਤਾ ਜਾ ਸਕਦਾ ਹੋਵੇ। ਔਰ ਦੂਸਰਾ ਤਰੀਕਾ ਹੈ ਕਿ ਲੋਕਾਂ ਨੂੰ ਸਮਝ ਆ ਜਾਏ ਤੇ ਲੋਕੀ ਇਸ ਗੱਲੋਂ ਬਗਾਵਤ ਕਰਕੇ ਖੜੇ ਹੋ ਜਾਣ ਔਰ ਉਹ ਹੌਲੀ ਹੌਲੀ ਉਹ ਚੇਂਜ ਆ ਵੀ ਰਹੀ ਹੈ। ਪਰ ਜੇ ਇਸ ਚੀਜ਼ ਬਾਰੇ ਕੋਈ ਸਿਆਸਤ ਕੋਈ ਸੰਸਥਾ ਇੱਕ ਪਰਪੱਕ ਜਿਹੜਾ ਹੈਗਾ ਸਟੈਂਡ ਲੈ ਕੇ ਉਹਦੀ ਜਾਣਕਾਰੀ ਲੋਕਾਂ ਨੂੰ ਕਰਕੇ ਖੜੇ ਕਰੇ ਤੇ ਛੇਤੀ ਹੋ ਸਕਦੀ ਹੈ ਤੇ ਅਦਰਵਾਈਜ਼ ਇਹਨੂੰ ਦੇਰ ਲੱਗੂਗਾ। ਪਰ ਇਹ ਸਥਿਤੀ ਆਏਗੀ ਜ਼ਰੂਰ। ਤੇ ਆਮ ਆਦਮੀ ਪਾਰਟੀ ਦਾ ਜੇ ਅਸੀਂ ਕਰਦੇ ਹਾਂ ਨੁਕਤਾਚੀਨੀ ਤੇ ਇਸ ਗੱਲਾਂ ਬਾਰੇ ਕਰਨ ਨੂੰ ਜੀ ਕਰਦਾ ਹੈ ਕਿ ਤੁਸੀਂ ਤਾਂ ਲੋਕਾਂ ਨੂੰ ਜਗਾਉਣ ਤੁਰੇ ਸੀ, ਅੱਜ ਤੁਸੀਂ ਦੂਸਰੀਆਂ ਪਾਰਟੀਆਂ ਵਾਂਗੂ ਉਹਨਾਂ ਨੂੰ ਸੁਲਾ ਕੇ ਵੋਟਾਂ ਲੈਣ ਦੀ ਕੋਸ਼ਿਸ਼ ਕਿਉਂ ਕਰਨ ਲੱਗ ਪਏ ਹੋ। ਥੋੜਾ ਜਿਹਾ ਮੁੱਦਾ ਚੇਂਜ ਕਰਨਾ ਚਾਹੂੰਗਾ, 20 ਮਿੰਟ ਬਚੇ ਨੇ ਆਪਣੇ ਕੋਲ। ਚੌਥੇ ਫਰੰਟ ਦੀ ਗੱਲ ਕਾਫੀ ਟਾਈਮ ਤੋਂ ਚੱਲ ਰਹੀ ਆ। ਨਵਜੋਤ ਸਿੰਘ ਸਿੱਧੂ, ਬੈਂਸ ਬ੍ਰਦਰ ਐਂਡ ਪ੍ਰਗਟ ਸਿੰਘ ਜੋ ਇੱਕ ਉਹਨਾਂ ਨੇ ਟੀਮ ਬਣਾਈ ਸੀ, ਅਜੇ ਵੀ ਕਿਤੇ ਨਾ ਕਿਤੇ ਨੈਗੋਸ਼ੀਏਸ਼ਨ ਉਹਨਾਂ ਦੀ ਆਵਾਜ਼ ਪੰਜਾਬ ਦੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਨਾਲ ਚੱਲ ਰਹੀ ਆ। ਅੱਜ ਸਾਡੀ ਟੀਮ ਨੇ ਜਦੋਂ ਸਿਮਰਜੀਤ ਸਿੰਘ ਬੈਂਸ ਨੇ ਗੱਲ ਕੀਤੀ, ਉਹਨਾਂ ਨੇ ਅੱਜ ਆਪਣੇ ਮੂੰਹ ਤੋਂ ਇਹ ਗੱਲ ਕਹੀ, ਆਪਣੇ ਇਹ ਸਾਡੀ ਟੀਮ ਨਾਲ ਵਿਚਾਰ ਸਾਂਝੇ ਕੀਤੇ ਕਿ ਸਾਡੀ ਅਜੇ ਵੀ ਨੈਗੋਸ਼ੀਏਸ਼ਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਨਾਲ ਚੱਲ ਰਹੀ ਆ। ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਦਾ ਇੱਕ ਬਿਆਨ ਆਉਂਦਾ ਵਾ ਜਿੱਥੇ ਕਿ ਉਹ ਇਹ ਆਂਦੇ ਨੇ ਕਿ ਸਿੱਧੂ ਸਾਹਿਬ ਨੂੰ ਸ਼ਾਇਦ ਅਸੀਂ ਦੀਵਾਲੀ ਤੋਂ ਪਹਿਲਾਂ ਕਾਂਗਰਸ ਲੈ ਆਈਏ, ਸ਼ਾਇਦ ਸਾਡੇ ਸਿੱਧੂ ਸਾਹਿਬ ਵਾਸਤੇ ਦੀਵਾਲੀ ਦਾ ਤੋਹਫਾ ਹੋਊਗਾ। ਤੀਜੇ ਪਾਸੇ ਅਰਵਿੰਦ ਕੇਜਰੀਵਾਲ ਇੱਕ ਇੰਟਰਵਿਊ ਵਿੱਚ ਉਹਨਾਂ ਨੇ ਵੀ ਇਹ ਕਿਹਾ ਕਿ ਸਿੱਧੂ ਸਾਹਿਬ ਨਾਲ ਸਾਡੀ ਗੱਲ ਅਜੇ ਵੀ ਚੱਲ ਰਹੀ ਆ, ਸਿੱਧੂ ਸਾਹਿਬ ਨਾਲ ਸਾਡੀ ਗੱਲ ਬੰਦ ਨਹੀਂ ਹੋਈ ਸੀ, ਸਾਡੀ ਦੋਸਤਾਂ ਨਾਲ ਮਾੜੀ ਮੋਟੀ ਗਿੱਠ-ਬਿੱਠ ਹੁੰਦੀ ਰਹਿੰਦੀ ਆ। ਕੁੱਲ ਮਿਲਾ ਕੇ ਸਵਾਲ ਮੇਰਾ ਇਹ ਆ ਕਿ ਜੇ ਆਵਾਜ਼ ਪੰਜਾਬ ਧੜੇ ਦੀ ਗੱਲ ਕਰੀਏ, ਮੈਨੂੰ ਨਹੀਂ ਲੱਗਦਾ ਕਿ ਇਹ ਧੜਾ ਕੋਈ ਪੰਜਾਬ ਪੋਲਿਟਿਕਸ ਕੋਈ ਖਾਸ ਚੇਂਜ ਲਿਆ ਪਾਊਗਾ ਕਿ ਪਾਰਟੀ ਨੂੰ ਜਿਤਾ ਪਾਊਗਾ ਜਾਂ ਕਿ ਪਾਰਟੀ ਨੂੰ ਸਰਕਾਰ ਬਣਾਉਣ ਚ ਮਦਦ ਕਰ ਪਾਊਗਾ। 4 ਜਾਂ 5 ਸੀਟਾਂ ਦਾ ਅਸੀਂ ਦੇਖ ਸਕਦੇ ਹਾਂ, ਇਹਨਾਂ ਦਾ ਮੈਕਸਿਮਮ ਫਰਕ ਪੈ ਸਕਦਾ ਵਾ। ਕੁਝ ਐਨਾਲਿਸਟ 5 ਜਾਂ 10 ਸੀਟਾਂ ਆਂਦੇ ਨੇ, ਚਲੋ। ਪਰ ਮੈਂ ਇਸ ਗੱਲ ਤੋਂ ਹੈਰਾਨ ਆ ਕਿ ਇਹ ਧੜਾ ਅਜੇ ਵੀ ਆਖਣ ਡਿਆ ਕਿ ਇਹਨਾਂ ਦੀ ਨੈਗੋਸ਼ੀਏਸ਼ਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵਾਂ ਨਾਲ ਚੱਲ ਰਹੀ ਆ। ਜੇ ਸਿੱਧੂ ਸਾਹਿਬ ਦੀ ਗੱਲ ਕਰੀਏ, ਸਿੱਧੂ ਸਾਹਿਬ ਨੇ ਜਦੋਂ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਸਭ ਤੋਂ ਜ਼ਿਆਦੀਆਂ ਖਰੀਆਂ ਖੋਟੀਆਂ ਕੇਜਰੀਵਾਲ ਸਾਹਿਬ ਨੂੰ ਸੁਣਾਈਆਂ ਸੀ। ਜੇ ਅਮਰਿੰਦਰ ਸਿੰਘ ਦੀ ਗੱਲ ਕਰੀਏ ਤੇ ਬਾਰ-ਬਾਰ ਸਿੱਧੂ ਸਾਹਿਬ ਇਹ ਆਂਦੇ ਮੈਂ ਕਾਂਗਰਸ ਜਾਊਂਗਾ ਪਰ ਵਿਦਆਊਟ ਅਮਰਿੰਦਰ ਸਿੰਘ। ਪਰ ਮੈਂ ਫਿਰ ਵੀ ਹੈਰਾਨ ਆ ਕਿ ਆਵਾਜ਼ ਪੰਜਾਬ ਦੀ ਨੈਗੋਸ਼ੀਏਸ਼ਨ ਦੋਵਾਂ ਪਾਰਟੀਆਂ ਨਾਲ ਅਜੇ ਚੱਲ ਰਹੀ ਆ। ਇਹ ਪਾਰਟੀਆਂ ਵਾਲੇ ਤੇ ਆਵਾਜ਼ ਪੰਜਾਬ ਦੇ ਮੈਂਬਰ ਆਪ ਕਹਿ ਰਹੇ ਨੇ। ਸਬਦੀਸ਼ ਜੀ ਤੋਂ ਸ਼ੁਰੂ ਕਰਦੇ ਹਾਂ। ਆਵਾਜ਼ ਪੰਜਾਬ ਦੀ ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਇਸ ਕਿਸਮ ਦੀ ਹੈਸੀਅਤ ਨਹੀਂ ਰੱਖਦਾ ਜਿੰਨੀ ਹੈਸੀਅਤ ਉਹਨੂੰ ਆਮ ਆਦਮੀ ਪਾਰਟੀ ਤੇ ਕਾਂਗਰਸ ਵੱਲੋਂ ਦੋਵਾਂ ਵੱਲੋਂ ਦਿੱਤੀ ਜਾ ਰਹੀ ਹੈ। ਇਹ ਆਪਣੇ ਆਪ ਦੇ ਵਿੱਚ ਇੱਕ ਦਿਲਚਸਪ ਗੱਲ ਹੈ। ਅਸਲ ਦੇ ਵਿੱਚ ਇਹਨੂੰ ਇਸ ਤਰ੍ਹਾਂ ਨਾਲ ਲੈ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਮੁਕਾਬਲਾ ਸੱਚਮੁੱਚ ਬਹੁਤ ਫਸਵਾਂ ਵਾ ਤੇ ਸੱਚਮੁੱਚ ਬਿਲਕੁਲ ਤਿੰਨ ਪੱਖੀ ਹੋ ਚੁੱਕਾ ਵਾ ਔਰ ਤਿੰਨਾਂ ਤਰ੍ਹਾਂ ਦੀ ਜਿਹੜੀ ਹੈਗੀ ਸ਼ਕਤੀ ਉਹਦੇ ਵਿੱਚ ਹਰ ਕੋਈ ਇਹ ਚਾਹੁੰਦਾ ਕਿ ਮੇਰੇ ਕੋਲੇ ਕਿਤੇ 1% ਵੋਟ, ਅੱਧਾ ਫੀਸਦੀ ਵੋਟ ਵੀ ਮੇਰੇ ਲਈ ਅਲਟੀਮੇਟਲੀ ਨੁਕਸਾਨ ਨਾ ਕਰ ਦੇਵੇ। ਅਦਰਵਾਈਜ਼ ਇਸ ਧੜੇ ਦੀ ਨਾ ਤਾਂ ਕੋਈ ਪੋਲਿਟਿਕਸ ਕਲੀਅਰ ਹੈ। ਇੱਕ ਧੜਾ ਜਿਹੜਾ ਦੋਨਾਂ ਪਾਰਟੀਆਂ ਦੇ ਨਾਲ ਜੁੜਨ ਦੀ ਗੱਲ ਕਰ ਰਿਹਾ, ਇੱਕੋ ਵੇਲੇ ਕਾਂਗਰਸ ਦੇ ਨਾਲੋਂ ਜੁੜਨ ਦੀ ਗੱਲ ਕਰ ਰਿਹਾ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨਾਲ ਜੁੜਨ ਦੀ ਗੱਲ ਕਰ ਰਿਹਾ।
ਆਮ ਆਦਮੀ ਪਾਰਟੀ ਕਾਂਗਰਸ ਤੇ ਅਕਾਲੀ ਦਲ ਨੂੰ ਇੱਕ ਬਰਾਬਰ ਰੱਖ ਕੇ ਚੋਣਾਂ ਲੜਨ ਦੀ ਗੱਲ ਕਰ ਰਹੀ ਆ, ਦੋਨਾਂ ਦੇ ਖਿਲਾਫ ਪੈਦਾ ਹੋਈ ਹਵਾ ਨੂੰ ਇਸਤੇਮਾਲ ਕਰਨਾ ਚਾਹੁੰਦੀ ਆ। ਦੂਜੇ ਪਾਸੇ ਕਾਂਗਰਸ ਪਾਰਟੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿੱਚ ਪੈਦਾ ਹੋਈ ਨਾਰਾਜ਼ਗੀ ਨੂੰ ਹਵਾ ਦੇ ਕੇ ਆਪਣਾ ਸਿਆਸੀ ਮਕਸਦ ਹੱਲ ਕਰਨਾ ਚਾਹੁੰਦੀ ਹੈ, ਉਸ ਉਦੇਸ਼ ਤੱਕ ਪਹੁੰਚਣਾ ਚਾਹੁੰਦੀ ਹੈ। ਤੇ ਇਹ ਜਿਹੜਾ ਗਰੁੱਪ ਆ ਆਵਾਜ਼ੇ ਪੰਜਾਬ ਦਾ, ਇਹ ਦੋਨਾਂ ਧਿਰਾਂ ਦੇ ਨਾਲ ਨੈਗੋਸ਼ੀਏਸ਼ਨ ਕਰ ਸਕਦਾ, ਦੋਨਾਂ ਚੋਂ ਕਿਸੇ ਦੀ ਵੀ ਚੋਣ ਕਰ ਸਕਦਾ। ਜਿਹੜਾ ਦੋਨਾਂ ਚੋਂ ਕਿਸੇ ਦੀ ਵੀ ਚੋਣ ਕਰ ਸਕਦਾ, ਉਹਦੇ ਬਾਰੇ ਅਸੀਂ ਇਹੀ ਕਹਿ ਸਕਦੇ ਹਾਂ ਕਿ ਉਹਦੀ ਪੋਲਿਟਿਕਸ ਬਿਲਕੁਲ ਵੀ ਕਲੀਅਰ ਨਹੀਂ ਆ। ਸਿਆਸੀ ਇਰਾਦੇ ਉਹਦੇ ਜ਼ਰੂਰ ਹੋਣ, ਉਹਦੀਆਂ ਸਿਆਸੀ ਲਾਲਸਾਵਾਂ ਕੁਝ ਵੀ ਹੋ ਸਕਦੀਆਂ, ਪਰ ਉਹਦੀ ਪੋਲੀਟੀਕਲ ਅਪਰੋਚ ਕੋਈ ਵੀ ਕਲੀਅਰਲੀ ਪੰਜਾਬ ਦੇ ਲੋਕਾਂ ਦੇ ਪੱਖ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਨਜ਼ਰ ਨਹੀਂ ਆਉਂਦੀ। ਤੁਸੀਂ ਗਲਤੀ ਕਰ ਸਕਦੇ ਹੋ ਆਮ ਆਦਮੀ ਪਾਰਟੀ ਨਾਲ ਜਾ ਕੇ, ਤੁਸੀਂ ਗਲਤੀ ਕਰ ਸਕਦੇ ਹੋ ਕਾਂਗਰਸ ਦੇ ਨਾਲ ਜਾ ਕੇ, ਪਰ ਤੁਸੀਂ ਇਹ ਗਲਤੀ ਲੋਕਾਂ ਨੂੰ ਭੁਲੇਖਾ ਪਾ ਕੇ ਨਾ ਕਰੋ ਕਿ ਅਸੀਂ ਪੰਜਾਬ ਦੇ ਹੱਕ ਦੇ ਵਿੱਚ ਆ। ਜੇ ਤੁਸੀਂ ਇੱਕ ਨਾਲ ਜਾਂਦੇ ਹੋ, ਭਵਿੱਖ ਦੇ ਵਿੱਚ ਸਾਬਤ ਹੋ ਸਕਦਾ ਕਿ ਤੁਸੀਂ ਗਲਤੀ ਕੀਤੀ, ਪਰ ਹੁਣ ਵੀ ਤੁਸੀਂ ਇਹ ਕਲੀਅਰ ਨਹੀਂ ਕਰ ਰਿਹਾ ਕਿ ਅਸੀਂ ਦਰਅਸਲ ਕਿਹਦੇ ਨਾਲ ਜਾਣਾ ਚਾਹੁੰਦੇ। ਇਹਦਾ ਮਤਲਬ ਜਿੱਥੋਂ ਅੱਛੀ ਡੀਲ ਮਿਲੇਗੀ ਅਸੀਂ ਉਹਦੇ ਨਾਲ ਜਾਣ ਲਈ ਤਿਆਰ ਹਾਂ। ਤੇ ਅਗਲੀ ਗੱਲ ਜਿਹੜੀ ਆਪਣੀ ਪਹਿਲਾਂ ਗੱਲ ਚੱਲਦੀ ਸੀ, ਮੈਂ ਜ਼ਰੂਰ ਉਹਦੇ ਬਾਰੇ ਥੋੜੀ ਜੀ ਗੱਲ ਕਰਾਂਗਾ। ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਉਦੋਂ ਪੰਜਾਬ ਦੇ ਵਿੱਚ ਵੀ ਬਾਕੀ ਦੇਸ਼ ਵਾਂਗ ਦਲਿਤ ਭਾਈਚਾਰਾ ਕਾਂਗਰਸ ਲਈ ਇੱਕ ਗਰੰਟਡ ਵੋਟ ਬਣ ਚੁੱਕਾ ਸੀ। ਬਸਪਾ ਦੀ ਆਮਦ ਦੇ ਨਾਲ ਜਿਹੜੀ ਪੰਜਾਬ ਦੇ ਵਿੱਚ ਵੀ ਕਿਸੇ ਵੇਲੇ ਕਾਫੀ ਮਜ਼ਬੂਤ ਹੋ ਗਈ ਸੀ। ਦਲਿਤ ਭਾਈਚਾਰੇ ਨੇ ਰੀਥਿੰਕਿੰਗ ਕਰਨੀ ਸ਼ੁਰੂ ਕਰ ਦਿੱਤੀ। ਆਮ ਆਦਮੀ ਪਾਰਟੀ ਉਦੋਂ ਨਹੀਂ ਸੀ, ਪਰ ਉਦੋਂ ਉਹਦੇ ਕੋਲੇ ਬਸਪਾ ਇੱਕ ਬਦਲ ਸੀ। ਤੇ ਜਦੋਂ ਬਸਪਾ ਲਗਾਤਾਰ ਕਮਜ਼ੋਰ ਹੁੰਦੀ ਗਈ, ਬਸਪਾ ਲੋਕਾਂ ਦੇ ਸਿਆਸੀ ਭਾਵਨਾਵਾਂ ਜਿਹੜੀਆਂ ਦਲਿਤ ਭਾਈਚਾਰੇ 'ਚ ਪੈਦਾ ਹੋਈਆਂ ਸੀ, ਉਹਨਾਂ ਨੂੰ ਹੁੰਗਾਰਾ ਸਹੀ ਅਰਥਾਂ 'ਚ ਪੰਜਾਬ ਅੰਦਰ ਨਾ ਦੇ ਸਕੀ। ਉਦੋਂ ਉਸ ਰੀਥਿੰਕਿੰਗ ਦੀ ਪ੍ਰਕਿਰਿਆ 'ਚ ਪਏ ਦਲਿਤ ਨੂੰ ਇਸਤੇਮਾਲ ਕਰਨ ਲਈ ਕਾਫੀ ਹੱਦ ਤੱਕ ਅਕਾਲੀ ਦਲ ਨੇ ਵੀ ਇਹਦਾ ਇਸਤੇਮਾਲ ਕਰ ਲਿਆ। ਹੁਣ ਇਹਦਾ ਇਸਤੇਮਾਲ ਆਮ ਆਦਮੀ ਪਾਰਟੀ ਵੀ ਕਰ ਸਕਦੀ ਹੈ। ਜਿੱਥੋਂ ਤੱਕ ਮਨਪ੍ਰੀਤ ਸਿੰਘ ਬਾਦਲ ਦੀ ਚਰਚਾ ਚੱਲੀ ਸੀ, ਮਨਪ੍ਰੀਤ ਸਿੰਘ ਬਾਦਲ ਡਾਕਟਰ ਮਨਮੋਹਨ ਸਿੰਘ ਦੀ ਉਸ ਆਰਥਿਕ ਮਾਡਲ ਦੇ ਨਾਲ ਜੁੜੇ ਹੋਏ ਲੋਕ ਨੇ, ਜਿਹੜੇ ਮਾਡਲ ਦੇ ਵਿੱਚ ਸਬਸਿਡੀਆਂ ਪੂਰੀ ਤਰ੍ਹਾਂ ਡਿਲੀਟ ਕੀਤੇ ਜਾਣ ਦੀ ਮੰਗ ਕੀਤੀ ਜਾਂਦੀ ਹੈ। ਪਰ ਪੰਜਾਬ ਦੇ ਵਿੱਚ ਵੀ ਤੇ ਦੇਸ਼ ਦੇ ਵਿੱਚ ਵੀ ਜਿਹੜੀ ਪ੍ਰੈਕਟੀਕਲ ਪ੍ਰੋਬਲਮ ਆ, ਉਹ ਤੁਹਾਨੂੰ ਮਜਬੂਰ ਕਰ ਦਿੰਦੀ ਆ ਕਿ ਤੁਸੀਂ ਇੱਕ ਤਰ੍ਹਾਂ ਦੀ ਵਾਅਦਾ ਪੋਲਿਟਿਕਸ ਕਰੋ, ਇੱਕ ਤਰ੍ਹਾਂ ਦੀ ਸਬਸਿਡੀ ਪੋਲਿਟਿਕਸ ਕਰੋ। ਇਹ ਜਿਹੜੀ ਸਬਸਿਡੀ ਪੋਲਿਟਿਕਸ ਆ, ਇਹ ਮੇਰੇ ਮੁਤਾਬਕ ਵਿਦਨ ਸਿਸਟਮ ਕਦੇ ਦੂਰ ਨਹੀਂ ਹੋਣ ਵਾਲੀ। ਜਦੋਂ ਮੈਂ ਵਿਦਨ ਸਿਸਟਮ ਕਹਿਣਾ ਦੂਰ ਨਹੀਂ ਹੋਣ ਵਾਲੀ, ਮੇਰਾ ਕਹਿਣ ਦਾ ਮਤਲਬ ਇਹ ਨਹੀਂ ਕਿ ਜਿੰਨੀ ਦੇਰ ਤੱਕ ਕਮਿਊਨਿਸਟ ਪਾਰਟੀ ਜਾਂ ਕਿਸੇ ਮਾਰਕਸਵਾਦੀ ਪਾਰਟੀ ਦੀ ਅਗਵਾਈ 'ਚ ਇਨਕਲਾਬ ਨਹੀਂ ਆਉਂਦਾ, ਤਾਂ ਉਨੀ ਦੇਰ ਤੱਕ ਵੱਡੀ ਤਬਦੀਲੀ ਨਹੀਂ ਹੁੰਦੀ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜੇ ਇਸ ਪੂੰਜੀਵਾਦੀ ਨਿਜ਼ਾਮ ਦੇ ਵਿੱਚ ਵੀ ਕੋਈ ਬਹੁਤ ਵੱਡੀ ਤਬਦੀਲੀ ਨਹੀਂ ਵਾਪਰਦੀ, ਤੁਸੀਂ ਸਬਸਿਡੀਆਂ ਦਾ ਨਿਜ਼ਾਮ ਘੱਟੋ ਘੱਟ ਹਿੰਦੁਸਤਾਨ ਦੇ ਵਿੱਚ ਤਬਦੀਲ ਨਹੀਂ ਕਰ ਸਕੋਗੇ। ਬਹੁਤ ਦੇਸ਼ ਨੇ ਜਿਨ੍ਹਾਂ ਨੇ ਇਹਨਾਂ ਸਬਸਿਡੀਆਂ ਤੋਂ ਗੁਰੇਜ਼ ਕੀਤਾ, ਪਰ ਇੱਕ ਗੱਲ ਇਹ ਵੀ ਹੈ ਕਿ ਅਸੀਂ ਉਸੇ ਵੈਲਫੇਅਰ ਸਟੇਟ ਦੇ ਆਧਾਰ ਦੇ ਉੱਤੇ, ਜਿਹੜੀ ਇੱਕ ਤਰ੍ਹਾਂ ਨਾਲ ਸਬਸਿਡੀਆਂ ਦੀ ਪੋਲਿਟਿਕਸ ਹੀ ਹੈ, ਉਸੇ ਆਧਾਰ ਦੇ ਉੱਤੇ ਕੈਨੇਡਾ ਦੀਆਂ ਸਿਫਤਾਂ ਕਰਦੇ ਹਾਂ, ਉਸੇ ਆਧਾਰ ਦੇ ਉੱਤੇ ਅਸੀਂ ਇੰਗਲੈਂਡ ਦੀਆਂ ਸਿਫਤਾਂ ਕਰਦੇ ਆ, ਉਸੇ ਆਧਾਰ ਦੇ ਉੱਤੇ ਅਸੀਂ ਅਮਰੀਕਾ ਦੀਆਂ ਵੀ ਸਿਫਤਾਂ ਕਰਦੇ ਆ। ਪਰ ਸਵਾਲ ਸਿਰਫ ਇਹ ਆ ਕਿ ਸਾਡਾ ਸਬਸਿਡੀਆਂ ਦੇਣ ਦਾ ਮਾਡਲ ਤੇ ਉਹਨਾਂ ਦਾ ਸਬਸਿਡੀਆਂ ਦੇਣ ਦੇ ਮਾਡਲ ਦੇ ਵਿੱਚ ਕੀ ਫਰਕ ਆ। ਉਸ ਮਾਡਲ ਤੱਕ ਜੇ ਵੈਲਫੇਅਰ ਸਟੇਟ ਤੱਕ ਵੀ ਇੰਡੀਆ ਨੇ ਪਹੁੰਚਣਾ ਤਾਂ ਉਹ ਕਾਫੀ ਵੱਡੀ ਔਰ ਦੂਰ ਦੀ ਲੜਾਈ ਹੈ। ਔਰ ਜਦੋਂ ਤੋਂ ਸੋਵੀਅਤ ਯੂਨੀਅਨ ਟੁੱਟ ਗਿਆ, ਜਦੋਂ ਤੋਂ ਸਮਾਜਵਾਦ ਸਾਰੀ ਦੁਨੀਆ ਦੇ ਵਿੱਚ ਲਗਭਗ ਫਲॉप ਹੋ ਚੁੱਕਾ, ਕਿਉਂਕਿ ਉਹਨਾਂ ਨੇ ਮਾਰਕਸਿਜ਼ਮ ਦੀ ਪਾਲਣਾ ਹੀ ਨਹੀਂ ਕੀਤੀ। ਜੇ ਉਹਦੀ ਪਾਲਣਾ ਕਰਦੇ ਤਾਂ ਸ਼ਾਇਦ ਉਹ ਸਮਾਜਵਾਦ ਵਿਕਸਿਤ ਤਰੀਕੇ ਦੇ ਨਾਲ ਵੱਧ ਸਹੂਲਤਾਂ ਦੇ ਸਕਦਾ। ਉਦੋਂ ਤੋਂ ਸਾਰੇ ਮੁਲਕਾਂ ਦੇ ਵਿੱਚ ਵੈਲਫੇਅਰ ਸਟੇਟ ਵੀ ਕਮਜ਼ੋਰ ਹੋ ਰਹੀ ਹੈ, ਔਰ ਹਿੰਦੁਸਤਾਨ ਦੇ ਵਿੱਚ ਤਾਂ ਉਹ ਕਦੇ ਆਈ ਵੀ ਨਹੀਂ ਸੀ ਕਿ ਉਹਨੇ ਕਮਜ਼ੋਰ ਹੋਣਾ ਸੀ। ਇੱਥੇ ਤਾਂ ਸਿਰਫ ਸਹੂਲਤਾਂ ਦੀ, ਸਬਸਿਡੀਆਂ ਦੀ ਪੋਲਿਟਿਕਸ ਹੀ ਆਈ ਸੀ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਕਮਜ਼ੋਰ ਪੋਲਿਟਿਕਸ ਬਣ ਕੇ ਰਹਿ ਗਈ ਹੈ। ਸਬਦੀਪ ਜੀ, ਤੁਸੀਂ ਜਿਹੜੀ ਗੱਲ ਕੀਤੀ ਪੰਜਾਬ ਦੇ ਪੱਖ ਦੀ ਗੱਲ ਜਾਂ ਪੰਜਾਬ ਬਚਾਉਣ ਦੀ ਗੱਲ, ਆਮ ਤੌਰ ਤੇ ਇਹ ਸ਼ਬਦ ਦਾ ਇਸਤੇਮਾਲ ਸਾਰੀਆਂ ਪਾਰਟੀਆਂ ਕਰ ਰਹੀਆਂ, ਚਾਹੇ ਆਵਾਜ਼ ਪੰਜਾਬ ਦਾ ਧੜਾ ਹੋਵੇ, ਆਮ ਆਦਮੀ ਪਾਰਟੀ, ਕਾਂਗਰਸ ਹੋਣ, ਚਾਹੇ ਇਵਨ ਅਕਾਲੀ ਦਲ, ਬੀਜੇਪੀ ਹੋਣ, ਉਹ ਵੀ ਇਸ ਬਾਰ-ਬਾਰ ਇਸ ਗੱਲ ਦੀ ਜ਼ਿਕਰ ਕਰਦੇ ਨੇ, ਅਸੀਂ ਪੰਜਾਬ ਬਚਾਉਣਾ ਹੈ ਜਾਂ ਪੰਜਾਬ ਦੇ ਪੱਖ ਦੀ ਗੱਲ ਕਰਨੀ ਹੈ। ਆਵਾਜ਼ ਪੰਜਾਬ ਦੀ ਗੱਲ ਕਰਦੇ ਆ। ਅੱਜ ਮੈਂ ਬੈਂਸ ਸਾਹਿਬ ਦੀ ਇੰਟਰਵਿਊ ਆਪ ਸੁਣ ਰਿਹਾ ਸੀ, ਜੋ ਆਪਣੀ ਅਸੀਂ ਅੱਜ ਉਹਨਾਂ ਦੀ ਛੋਟੀ ਜਿਹੀ ਇੰਟਰਵਿਊ ਕੀਤੀ ਸੀ, ਨਿਊਜ਼ ਦੇ ਵਿੱਚ ਦਰਸ਼ਕਾਂ ਨੇ ਦੇਖੀ ਵੀ ਹੋਊਗੀ।
ਬਾਰ-ਬਾਰ ਇਹ ਕਹਿ ਰਹੇ ਸੀ ਅਸੀਂ ਆਪਣੇ ਪੱਖ ਦੀ ਗੱਲ ਨਹੀਂ ਕਰਨੀ, ਅਸੀਂ ਪੰਜਾਬ ਦੇ ਪੱਖ ਦੀ ਗੱਲ ਕਰਨੀ ਆ। ਪਰ ਬੈਂਸ ਸਾਹਿਬ ਕੋ ਸਵਾਲ ਇਹ ਪੁੱਛਣਾ ਚਾਹੀਦਾ, ਇੱਕ ਟਾਈਮ ਤੇ ਤੁਸੀਂ ਆਮ ਆਦਮੀ ਪਾਰਟੀ ਨੂੰ ਰਿਜੈਕਟ ਕਰਤਾ ਸੀ, ਇੱਕ ਟਾਈਮ ਤੇ ਤੁਸੀਂ ਕਾਂਗਰਸ ਨੂੰ ਰਿਜੈਕਟ ਕਰਤਾ ਸੀ, ਤੇ ਅੱਜ ਕਿਹੜੀਆਂ ਨੀਤੀਆਂ ਨੇ ਜਿਹੜੀਆਂ ਤੁਸੀਂ ਡਿਸਕਸ ਕਰਕੇ ਇਹ ਕਹਿ ਰਹੇ ਜੋ, ਕਿਹੜੀਆਂ ਨੀਤੀਆਂ ਤੁਸੀਂ ਰਾਜੀਨਾਮਾ ਕਰਨ ਦੀ ਗੱਲ ਕਰ ਰਹੇ ਜੋ, ਤੇ ਉਸ ਤੋਂ ਬਾਅਦ ਇਹ ਕਹਿ ਰਹੇ ਜੋ ਅਸੀਂ ਪੰਜਾਬ ਦੇ ਪੱਖ ਦੀ ਗੱਲ ਕਰਾਂਗੇ। ਕਿਤੇ ਨਾ ਕਿਤੇ ਸ਼ਾਇਦ ਪੱਖ ਦੀ ਗੱਲ ਤੇ ਬੈਂਸ ਸਾਹਿਬ ਤੇ ਪ੍ਰਗਟ ਸਿੰਘ ਤੇ ਨਵਜੋਤ ਸਿੰਘ ਸਿੱਧੂ ਜੋੜੇ ਦੇ ਪੱਖ ਦੀ ਹੋ ਰਹੀ ਆ, ਕਿਉਂਕਿ ਜੋ ਵਿੱਚੋਂ ਖਬਰਾਂ ਆ ਰਹੀਆਂ ਨੇ ਕਿ ਨੈਗੋਸ਼ੀਏਸ਼ਨ ਤੇ ਸੀਐਮ ਜਾਂ ਡਿਪਟੀ ਸੀਐਮ ਦੀ ਕੁਰਸੀ ਦੀ ਹੋ ਰਹੀ ਆ। ਹਰਪ੍ਰੀਤ ਹਰਪ੍ਰੀਤ ਜੀ, ਜੀ ਬਿਲਕੁਲ। ਇਹਦੇ ਨਾਲ ਇੱਕ ਦੇਖੋ ਕੀਤੇ ਜਾਣ ਦੀ ਗੱਲ ਕੀਤੀ ਜੁੜੀ ਹੋਈ ਜਾਂਦੀ ਹੈ। ਹੈ। ਮੈਨੂੰ ਤੁਸੀਂ ਦੋ ਤਿੰਨ ਵਾਕ ਹੀ ਬੋਲਣ ਦੀ ਆਗਿਆ ਦੇ ਦਿਓ ਤਾਂ ਮੈਂ ਉਹ ਕਲੀਅਰ ਕਰਨ ਦਾ ਯਤਨ ਕਰੂੰਗਾ। ਪੰਜਾਬ ਦੇ ਹਿੱਤਾਂ ਦੀ ਜਿਸ ਕਿਸੇ ਨੇ ਵੀ ਰਾਖੀ ਕਰਨੀ, ਉਹ ਰਾਖੀ 2 ਸਾਲਾਂ 'ਚ ਹੋਵੇ, ਉਹ ਰਾਖੀ 10 ਸਾਲਾਂ 'ਚ ਹੋਵੇ, ਉਹ ਰਾਖੀ ਇਸ ਇਲੈਕਸ਼ਨ ਦੇ ਵਿੱਚ ਹੋਵੇ। ਜਿਹਨੇ ਵੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨੀ ਆ, ਉਹ ਅਸਲ ਦੇ ਵਿੱਚ ਉਹੀ ਹੋਏਗਾ ਜਿਹੜਾ ਪੰਜਾਬ ਦੇ ਲੋਕਾਂ ਦੀ ਸਰਗਰਮ ਸ਼ਮੂਲੀਅਤ ਦੇ ਨਾਲ ਉਹਨਾਂ ਨੂੰ ਉਭਾਰ ਕੇ ਉਹਨਾਂ ਹਿੱਤਾਂ ਦੀ ਰਾਖੀ ਕਰ ਸਕੇਗਾ। ਜਿਹੜਾ ਸਿਰਫ ਸਿਆਸੀ ਲਾਰਾ ਦੇ ਕੇ, ਜਿਹੜਾ ਸਿਰਫ ਗੁੰਮਰਾਹ ਕਰਕੇ, ਜਿਹੜਾ ਸਿਰਫ ਪੰਜਾਬ ਦੇ ਨਾਂ ਦੇ ਉੱਤੇ ਵੋਟਾਂ ਮੰਗ ਕੇ ਸਾਹਮਣੇ ਆ ਰਿਹਾ, ਉਹ ਕਦੇ ਵੀ ਪੰਜਾਬ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕਦਾ। ਔਰ ਤੁਸੀਂ ਅਕਾਲੀ ਦਲ ਤੋਂ ਲੈ ਕੇ ਆਮ ਆਦਮੀ ਪਾਰਟੀ ਤੱਕ ਆਵਾਜ਼ੇ ਪੰਜਾਬ ਨੂੰ ਤਾਂ ਮੈਂ ਕਿਸੇ ਹੈਸੀਅਤ ਦੇ ਵਿੱਚ ਗਿਣਦਾ ਨਹੀਂ। ਮੈਨੂੰ ਹੈਰਾਨੀ ਵੀ ਹੁੰਦੀ ਕਈ ਵਾਰੀ ਕਿ ਉਹਨੂੰ ਮੀਡੀਆ ਨੇ ਵੀ ਇੰਨੀ ਹਵਾ ਦੇ ਰੱਖੀ ਹੈ, ਔਰ ਉਹਦੇ ਬਾਰੇ ਉਲਟ ਤੋਂ ਉਲਟ ਬਿਆਨ ਦੇਣ ਦੇ ਬਾਵਜੂਦ ਪਾਰਟੀਆਂ ਵੀ ਮੰਨ ਜਾਂਦੀਆਂ, ਔਰ ਉਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਪਾਰਟੀਆਂ ਨਾਲ ਜੁੜਨ ਦੀਆਂ ਗੱਲਾਂ ਕਰਦੇ ਨੇ। ਕਿਸੇ ਵੇਲੇ ਕੈਪਟਨ ਕਹਿ ਦਿੰਦੇ ਨੇ ਕਿ ਮੈਂ ਨਵਜੋਤ ਸਿੰਘ ਸਿੱਧੂ ਜੋੜੀ ਨੂੰ ਕਦੇ ਵੀ ਪਸੰਦ ਨਹੀਂ ਕਰਦਾ, ਕਿਉਂਕਿ ਇਹਨੂੰ ਪਸੰਦ ਕਰਨ ਦਾ ਮਤਲਬ ਹੈ ਅਸੀਂ ਇੱਕ ਵਾਰ ਫਿਰ ਇੱਕ ਜਗਮੀਤ ਬਰਾੜ ਪਾਰਟੀ ਦੇ ਵਿੱਚ ਲੈ ਆਵਾਂਗੇ। ਪਰ ਜਦੋਂ ਮਾਹੌਲ ਬਦਲਦਾ, ਉਹ ਕਹਿੰਦੇ ਉਹਨਾਂ ਦਾ ਸਵਾਗਤ ਹੈ। ਇਹਦਾ ਮਤਲਬ ਇਹੀ ਹੈ ਕਿ ਤੁਹਾਡੇ ਸਾਹਮਣੇ ਪੰਜਾਬ ਦੇਖੋ ਹਰਪ੍ਰੀਤ ਜੀ 17 ਦੀ ਇਲੈਕਸ਼ਨ ਹੈ। ਇਹਨੂੰ ਇੱਕ ਮੈਂ ਹੋਰ ਪੱਖ ਤੋਂ ਵੇਖਣਾ ਚਾਹੁੰਦਾ, ਜਿਹਦੀ ਥੋੜੀ ਜਿਹੀ ਗੱਲ ਸ਼ਿਵਦੀਸ਼ ਜੀ ਉਹਨਾਂ ਨੇ ਵੀ ਕੀਤੀ ਹੈ, ਉਹ ਹੈਗਾ ਸਿਆਸੀ اخلاق ਦੀ ਗੱਲ। ਅੱਜ ਆਪ ਜਿਹੜਾ ਸਿੱਧੂ ਸਾਹਿਬ ਦੇ ਨਾਲ ਉਹਦੇ ਸਾਰੇ ਜੋੜੀਦਾਰ ਨੇ, ਉਹ ਕਹਿ ਰਹੇ ਨੇ ਜੀ ਸਾਡੀ ਨੈਗੋਸ਼ੀਏਸ਼ਨ ਚੱਲ ਰਹੀ ਹੈ 2 ਪਾਰਟੀਆਂ ਦੇ ਨਾਲ, ਅਲਟੀਮੇਟਲੀ ਇੱਕ ਪਾਰਟੀ ਨਾਲ ਜੁੜਨਗੇ, ਔਰ ਉਹ ਦੋਵੇਂ ਪਾਰਟੀਆਂ ਜਿਹੜੀਆਂ ਹੈਗੀਆਂ ਇੱਕ ਦੂਜੇ ਨੂੰ ਰੱਜ ਕੇ ਕੋਸ ਰਹੀਆਂ ਨੇ। ਫਿਰ ਜਿਸ ਪਾਰਟੀ ਨਾਲ ਜੁੜਨਗੇ ਉਸ ਪਾਰਟੀ ਦੇ ਹੱਕ 'ਚ ਵੀ ਬੋਲਣਾ ਪਊਗਾ ਉਹਨਾਂ ਨੂੰ, ਤੇ ਦੂਜੀ ਪਾਰਟੀ ਦੇ ਵਿਰੁੱਧ ਵੀ ਬੋਲਣਾ ਪਊਗਾ ਡਟ ਕੇ। ਤਾਂ ਉੱਥੇ ਇਹਨਾਂ ਬੰਦਿਆਂ ਦਾ ਸਿਆਸੀ اخلاق ਔਰ ਜਾਤੀ اخلاق ਵੀ ਕਿਸ ਤੱਕੜੀ ਦੇ ਪੱਲੜੇ ਵਿੱਚ ਹੋਏਗਾ। ਜੇ ਉਹਨਾਂ ਨੂੰ ਅੱਜ ਦੋਵੇਂ ਇੱਕ ਲੱਗਦੀਆਂ ਨੇ, ਸਿਰਫ ਆਪਣੇ ਜਾਤੀ ਮਫਾਦ ਵਾਸਤੇ ਤਾਂ ਦੂਜੀ ਪਾਰਟੀ ਨੂੰ ਗਲਤ ਕਹਿਣਗੇ, ਤਾਂ ਇਹਨਾਂ ਦੀ ਜਿਹੜੀ ਇਮਾਨਦਾਰ ਸੋਚ ਆ ਉਹ ਕਿੱਥੇ ਖੜੀ ਹੈ। ਪੰਜਾਬ ਦੀ ਸੇਵਾ ਤਾਂ ਬਹੁਤ ਦੂਰ ਦੀ ਗੱਲ ਹੈ। ਜਿਹੜੇ ਬੈਂਸ ਸਾਹਿਬ ਅੱਜ ਤੋਂ ਕੁਝ ਦਿਨ ਪਹਿਲਾਂ ਪਾਰਟੀ ਦੇ ਵਿੱਚ ਲੱਤਾਂ ਨਸਾਲ ਕੇ ਪੈ ਗਏ ਸੀ ਕਿ ਚੱਕ ਕੇ ਕੱਢਿਆ ਸੀ ਉੱਥੋਂ ਉਹਨਾਂ ਨੇ ਮਾਰਸ਼ਲਸ ਨੇ ਬਾਹਰ, ਉਹ 15 ਲੱਖ ਦੇ ਪਾਣੀ ਦੀ ਗੱਲ ਕਰਦੇ ਸੀ। ਕਿਆ ਇਹਨਾਂ ਦੋਹਾਂ ਪਾਰਟੀਆਂ ਨਾਲ ਜੁੜ ਕੇ ਉਸ ਪਾਣੀ ਦੀ ਗੱਲ ਕਰ ਪਾਉਣਗੇ? ਮੇਰੇ ਖਿਆਲ ਨਾਲ ਕਦੇ ਨਹੀਂ ਕਰ ਪਾਉਣਗੇ। ਔਰ ਇਹ 4 ਬੰਦੇ ਇਹੋ ਜਿਹੇ ਨੇ, ਤੇ ਜੇ ਬੀਬੀ ਸਿੱਧੂ ਨੂੰ ਨਾਲ ਲੈ ਲਈਏ 5 ਬੰਦੇ ਨੇ ਜਿਹੜੇ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਪੰਜਾਬ ਪੱਖੀ ਤੇ ਇਮਾਨਦਾਰ ਤੇ ਬੋਲਡ ਰਾਜਨੀਤੀਵਾਨ ਕੋਈ ਨਹੀਂ ਹੈਗਾ। ਔਰ ਕੁਝ ਹੱਦ ਤੱਕ ਲੋਕੀ ਵੀ ਮੰਨੀ ਬੈਠੇ ਸੀ, ਮੈਨੂੰ ਨਹੀਂ ਪਤਾ ਅੱਜ ਕੀ ਸਥਿਤੀ ਹੈ। ਜੋ ਇਹੋ ਜਿਹੇ ਲੋਕਾਂ ਦਾ ਸਿਆਸੀ اخلاق ਇਸ ਪੱਧਰ ਤੇ ਖੜ ਗਿਆ ਆ ਕੇ, ਤਾਂ ਬਾਕੀ ਰਾਜਨੀਤੀ ਬਾਰੇ ਬਿਲਕੁਲ ਤਸਵੀਰ ਸਾਹਮਣੇ ਹੋ ਜਾਂਦੀ ਹੈ। ਬਿਲਕੁਲ ਹਰਪ੍ਰੀਤ ਜੀ, ਆਵਾਜ਼ ਹੈ ਪੰਜਾਬ ਦਾ ਅਕਸ ਸਟ੍ਰੈਟਜੀ ਜਾਂ ਬਾਇਲਾਜ਼ ਹਾਲੇ ਤੱਕ ਕੁਝ ਵੀ ਕਲੀਅਰ ਨਹੀਂ ਕਰ ਪਾਏ ਉਹ ਲੋਕ। ਮੈਨੂੰ ਯਾਦ ਹੈ ਜਦੋਂ ਚੰਡੀਗੜ੍ਹ ਦੇ ਵਿੱਚ ਸਿੱਧੂ ਸਾਹਿਬ ਨੇ ਕਾਨਫਰੰਸ ਕੀਤੀ ਸੀ ਤਾਂ ਸਿਰਫ 15 ਦਿਨ ਮੰਗੇ ਸੀ। ਉਹ 15 ਦਿਨ ਅੱਜ ਵੀ ਪੰਜਾਬ ਵੇਟ ਕਰ ਰਿਹਾ ਕਿ ਉਹ 15 ਦਿਨਾਂ ਦੇ ਵਿੱਚ ਕੀ ਡਿਸੀਜਨ ਆਣਗੇ। ਉਸ 15 ਦਿਨਾਂ ਨੂੰ ਪਤਾ ਨਹੀਂ ਕਿੰਨੇ 15 ਦਿਨ ਨਿਕਲ ਚੁੱਕੇ ਨੇ। ਸੋ ਕਿਤੇ ਨਾ ਕਿਤੇ ਉਹ ਖੁਦ ਹੀ ਕਲੀਅਰ ਨਹੀਂ ਹੈ। ਰੋਜ਼ ਕੋਈ ਨਵੀਂ ਨਿਊਜ਼ ਆ ਜਾਂਦੀ ਹੈ ਕਿ ਅੱਜ ਆਵਾਜ਼ ਪੰਜਾਬ ਦੀ ਮੀਟਿੰਗ ਦਿੱਲੀ ਹੋ ਰਹੀ ਹੈ। ਉਸ ਮੀਟਿੰਗ ਦਾ ਨਤੀਜਾ ਕੀ ਹੋ ਰਿਹਾ ਹੈ ਉਹ ਇਹਨਾਂ ਸਟੇਟਮੈਂਟਸ ਤੋਂ ਕਲੀਅਰ ਹੋ ਜਾਂਦਾ ਹੈ। ਕਦੀ ਆਪ ਵੱਲ ਗੱਲ ਹੋ ਰਹੀ ਹੈ, ਕਦੀ ਕਾਂਗਰਸ ਵੱਲ ਗੱਲ ਹੋ ਰਹੀ ਹੈ, ਕਦੀ ਨੈਗੋਸ਼ੀਏਸ਼ਨ ਹੋ ਰਹੀ ਹੈ, ਕਦੀ ਕੁਝ ਸੈਟਲਮੈਂਟਸ ਹੋ ਰਹੀਆਂ। ਸੋ ਜਿਹੜੀ ਪਾਰਟੀ ਹੈ, ਜਿਹੜਾ ਫਰੰਟ ਜਾਂ ਜਿਹੜਾ ਧੜਾ ਹਲੇ ਤੱਕ ਆਪਣੇ ਬਾਇਓਲੋਜੀ ਨਹੀਂ ਕਲੀਅਰ ਕਰ ਪਾਇਆ, ਕੱਲੇ ਪੰਜਾਬ ਦੀ ਗੱਲ ਕਰਨ ਨਾਲ ਅਸੀਂ ਪੰਜਾਬ ਨੂੰ
ਸੁਹਿਰਦ ਨਹੀਂ ਬਣਾ ਸਕਦੇ, ਨਾ ਉੱਤੇ ਰੂਲ ਕਰ ਸਕਦੇ ਆ। ਸਾਨੂੰ ਆਪਣੀ ਸਟ੍ਰੈਟਜੀਜ਼ ਨੂੰ ਕਲੀਅਰ ਕਰਕੇ ਲੋਕਾਂ ਤੱਕ ਲੈ ਕੇ ਜਾਣਾ ਪਵੇਗਾ। ਔਰ ਵੈਸੇ ਵੀ ਇੰਨੇ ਕੁ ਲੇਟ ਹੋ ਚੁੱਕੇ ਨੇ ਉਹ ਲੋਕ, ਇਲੈਕਸ਼ਨਸ ਬਿਲਕੁਲ ਸਿਰ ਤੇ ਹੈ। ਸਿੱਧੂ ਸਾਹਿਬ ਦੀ ਸ਼ਾਇਦ ਇਹ ਸੋਚ ਹੋਏਗੀ ਕਿ ਲਾਸਟ ਵਾਲੀ ਬਾਲ ਤੇ ਛੱਕਾ ਮਾਰ ਦਾਂਗੇ, ਲੇਕਿਨ ਸਿੱਧੂ ਸਾਹਿਬ ਨੂੰ ਇਹ ਚੀਜ਼ ਕਲੀਅਰ ਹੋ ਜਾਣੀ ਚਾਹੀਦੀ ਹੈ ਕਿ ਮੈਦਾਨ ਦੇ ਵਿੱਚ ਖੇਡਣਾ ਔਰ ਰਾਜਨੀਤਿਕ ਮੈਦਾਨ ਦੇ ਵਿੱਚ ਖੇਡਣਾ ਬਹੁਤ ਫਰਕ ਹੈ। ਆਪਣੇ ਆਪ ਨੂੰ ਕਲੀਅਰਲੀ ਲੈ ਕੇ ਆਓ ਪਬਲਿਕ ਦੇ ਸਾਹਮਣੇ ਕਲੀਅਰ ਕਰੋ ਤੁਹਾਡਾ ਏਜੰਡਾ ਕੀ ਹੈ। ਇੱਕ ਦਿਨ ਸਟੇਟਮੈਂਟ ਇਹ ਆ ਜਾਂਦੀ ਹੈ ਕਿ ਅਸੀਂ ਆਪ ਨਾਲ ਸਟ੍ਰੈਟਜੀਜ਼ ਬਣਾ ਰਹੇ ਹਾਂ, ਇੱਕ ਦਿਨ ਸਟੇਟਮੈਂਟ ਆ ਜਾਂਦੀ ਹੈ ਕਿ ਅਸੀਂ ਕਾਂਗਰਸ ਨਾਲ ਗੱਲਬਾਤ ਕਰ ਰਹੇ ਹਾਂ। ਬੀਬੀ ਨਵਜੋਤ ਕੌਰ ਸਿੱਧੂ ਦੀ ਕੱਲ ਮੈਂ ਪ੍ਰੇਜ਼ ਸੁਣ ਰਿਹਾ ਸੀ, ਉਹਨਾਂ ਨੇ ਆਮ ਆਦਮੀ ਪਾਰਟੀ ਦੀ ਬਹੁਤ ਪ੍ਰੇਜ਼ ਕੀਤੀ ਕਿਤੇ ਕਾਨਫਰੰਸ ਦੇ ਵਿੱਚ ਕਿਸੇ ਮੀਡੀਆ ਨਾਲ ਗੱਲ ਕਰਦੇ ਹੋਏ। ਸੋ ਕਿਤੇ ਨਾ ਕਿਤੇ ਕਦੀ ਕਿਸੇ ਪਾਰਟੀ ਨਾਲ ਕਦੀ ਕਿਸੇ ਪਾਰਟੀ ਨਾਲ ਘੱਟੋ ਘੱਟ ਆਪਣਾ ਅਕਸ ਆਪਣੀ ਸਟ੍ਰੈਟਜੀ ਦਾ ਕਲੀਅਰ ਕਰੋ ਲੋਕਾਂ ਸਾਹਮਣੇ। ਹਰਪ੍ਰੀਤ ਜੀ, ਮੇਰੇ ਖਿਆਲ ਦੇ ਨਾਲ ਮੈਂ ਤਾਂ ਇਹ ਨਹੀਂ ਸਮਝ ਪਾ ਰਿਹਾ ਕਿ ਐਸੀ ਆਵਾਜ਼ੇ ਪੰਜਾਬ ਫਰੰਟ ਕੋਲ ਕਿਹੜੀ ਗਿੱਦੜ ਸਿੰਘਣੀ ਹੈਗੀ ਹੈ ਜਿਹਦੇ ਕਰਕੇ ਸਾਰੀਆਂ ਪੋਲੀਟੀਕਲ ਪਾਰਟੀਆਂ, ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ, ਇਹ ਵੀ ਉਹਨਾਂ ਦੇ ਨਾਲ ਹਜੇ ਤੱਕ ਡੀਲ ਕਰਦੇ ਪਏ ਆ। ਹਾਂ, ਜਦੋਂ ਸਿੱਧੂ ਸਾਹਿਬ ਨੇ ਬੀਜੇਪੀ ਛੱਡੀ ਸੀ ਕਿ ਇੱਕ ਚੌਥੇ ਧੜੇ ਦਾ ਐਲਾਨ ਹੋਇਆ ਸੀ, ਚੌਥੇ ਫਰੰਟ ਦਾ ਐਲਾਨ ਹੋਇਆ ਸੀਗਾ, ਉਦੋਂ ਸਥਿਤੀ ਹੋਰ ਸੀ। ਉਦੋਂ ਲੋਕੀ ਸੁੱਚਾ ਸਿੰਘ ਛੋਟੇਪੁਰ ਸਾਹਿਬ ਆਮ ਆਦਮੀ ਪਾਰਟੀ ਚੋਂ ਕੱਢੇ ਗਏ ਸੀਗੇ, ਲੋਕਾਂ ਦੇ ਮਨਾਂ ਵਿੱਚ ਬਗਾਵਤ ਸੀ। ਲੋਕੀ ਜਿਹੜਾ ਆਮ ਆਦਮੀ ਪਾਰਟੀ ਨੂੰ ਇੱਕ ਤੀਜੀ ਪਾਰਟੀ ਦੇਖਦੇ ਪਏ ਸੀਗੇ, ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਸੀ ਤੇ ਇਸੇ ਕਰਕੇ ਚੌਥੇ ਫਰੰਟ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਲਾਈਕ ਕੀਤਾ ਸੀ, ਚਾਹੇ 15-20 ਦਿਨ ਲਈ। ਉਦੋਂ ਸਿੱਧੂ ਸਾਹਿਬ ਕਿਸੇ ਪਾਰਟੀ ਵਿੱਚ ਜਾਂਦੇ ਤੇ ਬਿਲਕੁਲ ਹੋਰ ਸਟੋਰੀ ਹੋਣੀ ਸੀ, ਹੋਰ ਕਹਾਣੀ ਹੋਣੀ ਸੀਗੀ, ਸ਼ਾਇਦ ਉਹ ਪਾਰਟੀ ਨੂੰ ਕਿਤੇ ਨਾ ਕਿਤੇ ਫਾਇਦਾ ਵੀ ਹੁੰਦਾ। ਪਰ ਅੱਜ ਦੀ ਡੇਟ ਵਿੱਚ ਸਿੱਧੂ ਸਾਹਿਬ ਜਾਂ ਬੈਂਸ ਬ੍ਰਦਰ ਜਾਂ ਪ੍ਰਗਟ ਸਿੰਘ ਜੀ ਦੇ ਜਾਣ ਦੇ ਨਾਲ ਕਿਸੇ ਪਾਰਟੀ ਨੂੰ ਫਾਇਦਾ ਹੁੰਦਾ ਮੈਨੂੰ ਤਾਂ ਨਹੀਂ ਦਿਖ ਰਿਹਾ, ਕਿਉਂਕਿ ਲੋਕੀ ਸਮਝ ਚੁੱਕੇ ਹੈਗੇ ਆ ਕਿ ਇਹ ਸਿਰਫ ਗੱਲਾਂ ਹੀ ਕਰਦੇ ਪਏ ਆ, ਹੋਰ ਕੁਝ ਵੀ ਨਹੀਂ ਕਰਦੇ ਪਏ। ਹਰ ਵਾਰ ਇੱਕ ਨਵਾਂ ਚੀਜ਼ ਕੱਢਦੇ ਆ ਤੇ ਅਗਲੇ ਦਿਨ ਉਹਦੇ ਤੋਂ ਬੈਕਆਊਟ ਕਰ ਜਾਂਦੇ ਆ। ਲੋਕੀ ਸਮਝ ਚੁੱਕੇ ਆ, ਪਰ ਮੈਂ ਇੱਕ ਵਾਰ ਫਿਰ ਕਹਾਂਗਾ, ਮੈਨੂੰ ਇਹ ਹਜੇ ਵੀ ਸਮਝ ਨਹੀਂ ਆ ਰਹੀ ਕਿ ਪੋਲੀਟੀਕਲ ਪਾਰਟੀਆਂ ਕਿਉਂ ਨਹੀਂ ਸਮਝ ਪਾ ਰਹੀਆਂ। ਦੇਖੋ, ਤੁਹਾਨੂੰ ਪੋਲੀਟੀਕਲ ਪਾਰਟੀਆਂ ਸਭ ਸਮਝਦੀਆਂ ਨੇ ਹੈਗੀਆਂ ਲਲਰਾਜ ਜੀ। ਮੈਂ ਇੱਕ ਵਾਰ ਪਹਿਲਾਂ ਮੈਂ ਥੋੜੀ ਜੀ ਅਜੀਤ ਜੀ ਥੋੜੀ ਜੀ ਮੈਂ ਗੱਲ ਨੂੰ ਅੱਗੇ ਵਧਾਉਣਾ ਚਾਹੂੰਗਾ, ਸਮਾਂ ਜ਼ਿਆਦਾ ਨਹੀਂ ਬਚਿਆ। ਜੇ ਪੁਆਇੰਟ ਤੁਸੀਂ ਸਾਰੇ ਬਿਲਕੁਲ ਸਹੀ ਡਿਸਕਸ ਕਰ ਰਹੇ ਜੋ ਕਿ ਪੋਲੀਟੀਕਲ ਪਾਰਟੀਆਂ ਇਹਨਾਂ ਨੂੰ ਇੰਨਾ ਜ਼ਿਆਦਾ ਇੰਪੋਰਟੈਂਸ ਕਿਉਂ ਦੇ ਰਹੀਆਂ ਨੇ, ਪਰ ਜੋ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਤਿੰਨ ਤਰਫਾ ਰੇਸ ਬਣ ਚੁੱਕੀ ਆ। ਜੋ ਪੋਲ ਰਿਜ਼ਲਟ ਸਾਹਮਣੇ ਆ ਰਹੇ ਨੇ, ਜੇ ਅਸੀਂ ਜੇ ਸਹੀ ਇਨਫੋਰਮੇਸ਼ਨ ਸਹੀ ਗੱਲ ਕਰੀਏ ਤੇ ਹਰ ਪੋਲੀਟੀਕਲ ਪਾਰਟੀ ਨੂੰ ਅੱਜ ਪਤਾ ਵਾ ਅਸੀਂ ਕਿੱਥੇ ਸਟੈਂਡ ਕਰਦੇ ਆ। ਤੇ ਜਦੋਂ ਅਸੀਂ ਤਿੰਨ ਤਰਫਾ ਰੇਸ ਦੀ ਗੱਲ ਕਰਦੇ ਆ, 2-4-5 ਸੀਟਾਂ ਨਾਲ ਕਦੀ-ਕਦੀ ਤੁਸੀਂ ਸਰਕਾਰ ਬਣਾ ਸਕਦੇ ਜੋ, ਜਾਂ ਫਿਰ ਕਦੀ-ਕਦੀ ਤੁਹਾਡੀ ਸਰਕਾਰ ਡਿੱਗਣ ਤੋਂ ਬਚ ਸਕਦੀ ਆ। ਕੀ ਉਹ ਡਰ ਇਹਨਾਂ ਪਾਰਟੀਆਂ ਨੂੰ ਸਤਾ ਰਿਹਾ, ਜਾਂ ਇਹਨਾਂ ਪਾਰਟੀਆਂ ਨੂੰ ਉਹ ਡਰ ਦੇ ਕਾਰਨ ਇਹ ਕਿਤੇ ਨਾ ਕਿਤੇ ਨੈਗੋਸ਼ੀਏਸ਼ਨ ਇਹਨਾਂ ਨੇ ਔਨ ਰੱਖੀ ਆ। ਜੇ ਕਾਂਗਰਸ ਦੀ ਗੱਲ ਕਰੀਏ ਤੇ ਪਿਛਲੀ ਵਾਰ ਕਾਂਗਰਸ ਦੇ ਲੀਡਰਾਂ ਨੇ ਕਈ ਵਾਰ ਇਹ ਗੱਲ ਕੀਤੀ ਹੈ ਕਿ ਜੋ ਅਸੀਂ ਪੀਪੀਪੀ ਨਾਲ ਪਿਛਲੀ ਵਾਰ ਰਾਜ਼ੀਨਾਮਾ ਕਰ ਲੈਂਦੇ ਤੇ ਸ਼ਾਇਦ ਹੁਣ ਸਾਡੀ ਸਰਕਾਰ ਹੁੰਦੀ, ਅਕਾਲੀਆਂ ਦੀ ਸਰਕਾਰ ਨਹੀਂ ਹੁੰਦੀ। ਕੀ ਉਹ ਡਰ ਇਹਨਾਂ ਪਾਰਟੀਆਂ ਕੋਲੋਂ ਨੈਗੋਸ਼ੀਏਸ਼ਨ ਕਰਵਾ ਰਿਹਾ? ਨਹੀਂ ਹਰਪ੍ਰੀਤ ਜੀ, ਇਹ ਗੱਲ ਮੈਨੂੰ ਨਹੀਂ ਲੱਗਦੀ ਕੱਲਾ ਵੀ ਉਹਦਾ ਡਰ ਕਰਵਾ ਰਿਹਾ। ਉਹਦੇ ਨਾਲ ਬਹੁਤ ਸ਼ਾਤਰ ਸਿਆਸਤਦਾਨ, ਮੈਂ ਪਹਿਲਾਂ ਵੀ ਇੱਕ ਵਾਰ ਕਿਹਾ ਸੀ ਕਿ ਸਿੱਧੂ ਸਾਹਿਬ ਪਹਿਲਾਂ ਤਾਂ ਬੀਜੇਪੀ ਨਾਲ ਜੁੜੇ ਹੋਏ ਸੀ, ਅੱਜ ਉਹ ਪਹਿਲੀ ਵਿਕਟ ਉਹਨਾਂ ਨੇ ਆਪਣੇ ਲੈਵਲ ਤੇ ਚੱਕੀ ਹੈ ਔਰ ਪਹਿਲੀ ਵਿਕਟ ਤੇ ਹੀ ਇਹਨਾਂ ਨੂੰ ਇਹ ਬੜੇ ਚਤਰ ਸਿਆਸਤਦਾਨਾਂ ਨੇ ਉਹਨਾਂ ਨੂੰ ਜਿਕਣਾ ਬਾਲ ਆਊਟ ਕਰ ਦਿੱਤਾ ਗਿਆ। ਉਹ ਇਸ ਤਰ੍ਹਾਂ ਮੈਂ ਉਸ ਕਰਕੇ ਕਹਿਣਾ ਹੈ ਕਿ ਉਸ ਹੱਦ ਤੱਕ ਲਮਕਾ ਕੇ ਰੱਖਣਗੀਆਂ ਇਹ ਪਾਰਟੀਆਂ ਦੋਵੇਂ, ਜਿੱਥੇ ਤੱਕ ਉਹਨਾਂ ਨੂੰ ਆਲਮੋਸਟ ਜ਼ੀਰੋ ਨਹੀਂ ਕਰ ਦਿੱਤਾ ਜਾਂਦਾ। ਕਿਉਂਕਿ ਇਹਨਾਂ ਦੋਹਾਂ ਨੂੰ ਹੈ ਕਿ ਜਿਹੜੀਆਂ ਵੀ 2-4 ਸੀਟਾਂ ਨੇ ਉਹ ਜਿੱਤਦੇ ਨੇ, ਜੇ ਸਾਤੋਂ ਦੂਜੀ ਪਾਰਟੀ ਕੋਲ ਚਲੇ ਗਏ ਤਾਂ ਸਾਨੂੰ ਕਿਸੇ ਨੈਕ ਟੂ ਨੈਕ ਜਿਹੜਾ ਕੰਪੀਟੀਸ਼ਨ ਆ ਉਹਦੇ 'ਚ ਨੁਕਸਾਨ ਹੋ ਸਕਦਾ ਹੈ। ਮੈਨੂੰ ਇਹ ਲੱਗਦਾ ਇਹਨਾਂ ਦਾ ਕਿ ਇਹ ਆਵੇ ਸਾਡੀ ਪਾਰਟੀ 'ਚ ਆਵੇ, ਥੋੜਾ ਫਾਇਦਾ ਦੇਵੇ, ਵੱਧ ਫਾਇਦਾ ਦੇਵੇ। ਜੇ ਮੇਰੇ ਕੋਲ ਨਹੀਂ ਆਉਂਦਾ ਤੇ ਇਹਨਾਂ ਨੂੰ ਇਸ ਹੱਦ ਤੱਕ ਲੋਕਾਂ 'ਚ ਨੰਗੇ ਕਰ ਦਿਓ ਕਿ ਆਪਣੀ ਨਿਲਾਮੀ ਕਰ ਰਹੇ ਨੇ ਇਹ ਔਰ ਨੈਗੋਸ਼ੀਏਟ ਕਰ ਰਹੇ ਨੇ ਕਿ ਇਹ ਕੁਝ ਵੀ ਪ੍ਰਾਪਤ ਕਰਨ ਦੇ ਯੋਗ ਨਾ ਛੱਡਣ। ਸਮਾਂ ਜ਼ਿਆਦਾ ਨਹੀਂ ਬਚਿਆ, ਪਰ ਜੇ ਉਹਨਾਂ ਦਾ ਵੇਖਿਆ ਜਾਵੇ ਆਪਣਾ ਰੁਝਾਨ
ਸਿੱਧੂ ਪ੍ਰਤੀ ਪੋਜ਼ਿਟਿਵ, ਤਾਂ ਉਹਦੇ ਤੋਂ ਇਹ ਜ਼ਾਹਰ ਹੁੰਦਾ ਕਿ ਉਹ 96 ਸੀਟਾਂ ਦਾ ਦਾਅਵਾ ਕਰਨ ਦੇ ਬਾਵਜੂਦ 96 ਸੀਟਾਂ ਮਿਲਣ ਦਾ ਭਰੋਸਾ ਨਹੀਂ ਰੱਖਦੇ। ਜੇ ਸੱਚਮੁੱਚ ਆਮ ਆਦਮੀ ਪਾਰਟੀ ਨੂੰ 96 ਸੀਟਾਂ ਮਿਲਣ ਜਾ ਰਹੀਆਂ ਹੁੰਦੀਆਂ, ਕੇਜਰੀਵਾਲ ਨੂੰ ਪੱਕਾ ਭਰੋਸਾ ਹੁੰਦਾ, ਸ਼ਾਇਦ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਦੀ ਬਿਲਕੁਲ ਵੀ ਜ਼ਰੂਰਤ ਮਹਿਸੂਸ ਨਾ ਹੁੰਦੀ। ਕਾਂਗਰਸ ਪਾਰਟੀ ਜਿਹੜੀ ਨੰਬਰ 1 ਪਾਰਟੀ ਹੋਣ ਦਾ ਸਰਵੇ ਜਾਰੀ ਕਰਦੀ ਆ, ਅਕਾਲੀ ਦਲ ਭਾਜਪਾ ਨੂੰ ਉਹ ਤੀਜੇ ਦਰਜੇ ਦੀ ਪਾਰਟੀ ਸਾਬਤ ਕਰ ਦਿੰਦੀ ਆ ਸਰਵੇ ਦੇ ਵਿੱਚ, ਜਾਂ ਸਰਵੇ ਇਹ ਸਾਬਤ ਕਰ ਦਿੰਦਾ ਕਿ ਇਹ ਪਾਰਟੀ ਤੀਜੇ ਨੰਬਰ ਤੇ ਜਾ ਰਿਹਾ ਗੱਠਜੋੜ। ਜੇ ਕੈਪਟਨ ਅਮਰਿੰਦਰ ਸਿੰਘ ਜਾਂ ਕਾਂਗਰਸ ਪਾਰਟੀ ਦੀ ਅਗਵਾਈ ਕਰਨ ਵਾਲੇ ਬਾਕੀ ਲੋਕਾਂ ਨੂੰ, ਜਿਨ੍ਹਾਂ 'ਚ ਪ੍ਰਸ਼ਾਂਤ ਜੀ ਵੀ ਨੇ ਜਿਹੜੇ ਸਾਰੀ ਮੁਹਿੰਮ ਨੂੰ ਡਿਜ਼ਾਈਨ ਕਰ ਰਹੇ ਨੇ, ਜੇ ਉਹਨਾਂ ਸਭ ਨੂੰ ਇਹ ਭਰੋਸਾ ਹੋਵੇ ਕਿ ਸੱਚਮੁੱਚ ਲੀਡਿੰਗ ਪੁਆਇੰਟ ਉੱਤੇ ਕਾਂਗਰਸ ਪਾਰਟੀ ਪਹੁੰਚ ਚੁੱਕੀ ਆ, ਸ਼ਾਇਦ ਉਹਨਾਂ ਨੂੰ ਸਿੱਧੂ ਦੀ ਜ਼ਰੂਰਤ ਨਾ ਹੋਵੇ। ਅਸਲ ਸੱਚਾਈ ਇਹੀ ਹੈ ਕਿ ਤਿੰਨ ਧਿਰੀ ਲੜਾਈ ਦੇ ਵਿੱਚ ਹਰ ਕਿਸੇ ਨੂੰ ਡਰ ਮਾਰਦਾ, ਕਿਉਂਕਿ ਇਹ ਚਾਰੇ ਬੰਦੇ ਜਿਹੜੇ ਇੱਕ ਪੋਸਟਰ ਦੇ ਵਿੱਚ ਆਵਾਜ਼ੇ ਪੰਜਾਬ ਦੀ ਸ਼ਕਲ ਦੇ ਵਿੱਚ ਆਏ ਸੀ, ਵੱਖ-ਵੱਖ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ਼ ਨਹੀਂ, ਕੇਜਰੀਵਾਲ ਤੋਂ ਨਾਰਾਜ਼ ਨਹੀਂ, ਉਹਨਾਂ ਦੀ ਬੇਸਿਕ ਨਾਰਾਜ਼ਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨਾਲ ਆ, ਉਹਨਾਂ ਦੀ ਬੁਨਿਆਦੀ ਨਾਰਾਜ਼ਗੀ ਅਕਾਲੀ ਦਲ ਨਾਲ ਆ। ਇਸ ਕਰਕੇ ਉਹ ਅਕਾਲੀ ਦਲ ਦੇ ਵਿਰੋਧ ਦੇ ਵਿੱਚ ਉਹਨਾਂ ਨੂੰ ਦੋਨੋਂ ਪਾਰਟੀਆਂ ਇਸਤੇਮਾਲ ਕਰਨਾ ਚਾਹੁੰਦੀਆਂ, ਹੋਰ ਇਹਦਾ ਕੋਈ ਅਰਥ ਨਹੀਂ ਆ। ਪਰ ਮੇਰੇ ਮੁਤਾਬਕ ਚਾਹੇ ਉਹ ਆਮ ਆਦਮੀ ਪਾਰਟੀ 'ਚ ਜਾਣ ਤੇ ਚਾਹੇ ਉਹ ਕਾਂਗਰਸ ਦੇ ਵਿੱਚ ਜਾਣ, ਮੈਨੂੰ ਸ਼ੱਕ ਆ ਕਿ ਹੁਣ ਬੈਂਸ ਭਰਾ ਵੀ ਆਪਣੀਆਂ ਸੀਟਾਂ ਬਚਾ ਸਕਣਗੇ। ਸਿੱਧੂ ਨੂੰ ਬੀਬੀ ਨਵਜੋਤ ਕੌਰ ਸਿੱਧੂ ਨੂੰ ਸੀਟ ਮਿਲ ਜਾਏਗੀ ਅੰਮ੍ਰਿਤਸਰ ਦੇ ਵਿੱਚ, ਮੈਨੂੰ ਇਸ ਗੱਲ ਬਾਰੇ ਭੋਰਾ ਵੀ ਯਕੀਨ ਨਹੀਂ, ਕਿਉਂਕਿ ਜਦੋਂ ਬੀਬੀ ਸਿੱਧੂ ਚੋਣ ਲੜੇਗੀ ਜਿੱਥੇ ਕਾਂਗਰਸ ਪਾਰਟੀ ਉਹਨਾਂ ਦਾ ਇਸ ਗੱਲ ਦੇ ਉੱਤੇ ਵਿਰੋਧ ਕਰੇਗੀ ਜਿਵੇਂ ਕਿ ਉਹਨਾਂ ਨੂੰ ਕਰਨਾ ਹੀ ਬਣਦਾ ਹੈ, ਔਰ ਦੂਸਰੇ ਪਾਸੇ ਭਾਜਪਾ ਦੇ ਅੰਦਰੋਂ ਜਿਹੜਾ ਉਹਨਾਂ ਦਾ ਵਿਰੋਧ ਹੋਵੇਗਾ, ਉਹ ਵੋਟਾਂ ਜਿਹੜੀਆਂ ਭਾਜਪਾ ਲੈ ਕੇ ਜਿੱਤਦੀ ਸੀ, ਜਦੋਂ ਉਹ ਵੋਟਾਂ ਕੁਝ ਬੀਬੀ ਨੂੰ ਜਾਣਗੀਆਂ, ਕੁਝ ਦੂਸਰੇ ਭਾਜਪਾ ਕੈਂਡੀਡੇਟ ਨੂੰ ਜਾਣਗੀਆਂ, ਤਾਂ ਉੱਥੇ ਕਾਂਗਰਸ ਦੀ ਸੰਭਾਵਨਾ ਵੱਧ ਜਾਏਗੀ। ਮੇਰੇ ਮੁਤਾਬਕ ਸ਼ਾਇਦ ਉਹ ਵੀ ਆਪਣੀ ਸੀਟ ਨਾ ਜਿੱਤ ਸਕੇ। ਥੈਂਕ ਯੂ ਸਰਦੀਪ ਜੀ, ਅਜੀਤ ਜੀ, ਦਿਲਰਾਜ ਜੀ ਐਂਡ ਸੀਪੀ ਸਿੰਘ ਜੀ। ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਕਿ ਇਸ ਗੱਲਬਾਤ ਨੂੰ ਅੱਗੇ ਵਧਾਈਏ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਕੋਸ਼ਿਸ਼ ਪਸੰਦ ਆਈ ਹੋਊਗੀ। ਇੱਥੇ ਅਸੀਂ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ। ਥੈਂਕ ਯੂ।